ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਇਸ ਆਪਣੇ ਪ੍ਰੋਗਰਾਮ ਪ੍ਰਾਈਮ ਫੋਕਸ 'ਚ ਆਪ ਜੀ ਦੇ ਨਾਲ ਰੋਜ਼ ਖਬਰਾਂ ਦੀ ਜੋ ਗੱਲਬਾਤ ਹੁੰਦੀ ਹੈ ਜੀ ਉਹ ਸਾਂਝੀ ਕਰੀਦੀ ਹੈ। ਅੱਜ ਵੀ ਜੋ ਪਿਛਲੇ 24 ਘੰਟੇ 'ਚ ਘਟਿਆ ਵਾਪਰਿਆ ਜੀ ਉਹਦੇ 'ਚੋਂ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤਾ ਕਰਕੇ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ ਹੈ ਤਾਂ ਬਜਟ ਸੈਸ਼ਨ, ਪਰ ਬਜਟ ਦੇ ਵਿੱਚ ਵੀ ਕਾਫੀ ਇੱਕ ਦੂਜੇ ਦੇ ਵੱਟ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਕੁਛ ਉੱਥੇ ਹੋਇਆ, ਕਿਹਨੇ ਕੀ ਕੁਛ ਕਿਹਾ, ਉਹਦੇ ਕੀ ਮਾਇਨੇ ਮਤਲਬ ਨਿਕਲਦੇ ਨੇ, ਉਹਦਾ ਜ਼ਿਕਰ ਵੀ ਕਰ ਲਵਾਂਗੇ। ਸੰਗਰੂਰ ਤੋਂ MP ਚੁਣੇ ਗਏ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨਾਂ ਦੀ ਸਿਹਤ ਨਾਲ ਸੰਬੰਧਿਤ ਗੱਲਾਂ ਬਾਤਾਂ ਨੇ। ਬਾਕੀ ਕੁਛ ਜੋ ਪਿਛਲੇ ਸਮੇਂ 'ਚ ਪੰਜਾਬ 'ਚ ਜਾਂ ਕਹਿ ਲਓ ਕਿ ਮੁਲਕ 'ਚ ਵਾਪਰਿਆ ਘਟਿਆ ਉਹਦੀ ਗੱਲਬਾਤ ਵੀ ਕਰ ਲਵਾਂਗੇ। ਤੇ ਨਾਲ ਆਪਣੇ ਪਰਮੀਰ ਬਾਠ ਹੋਰੀ ਫਾਈਨਲੀ ਅੱਪੜ ਗਏ ਆ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਾਈਕਲ 'ਚ ਹਵਾ ਠੀਕ ਸੀ? ਬਿਲਕੁਲ ਠੀਕ ਸੀ, ਥੋੜਾ ਜਿਹਾ ਬਾਲ ਲੀਕ ਕਰਦਾ ਸੀ। ਓਕੇ, ਰਾਜ ਭਰਾ ਲਈ ਨਾ ਫਿਰ 2-3 ਥਾਵਾਂ ਤੋਂ? ਨਹੀਂ, ਪਤਾ ਨਹੀਂ ਸੀ ਲੱਗ ਰਿਹਾ ਪਹਿਲਾਂ। ਉਹ ਜਦੋਂ ਥੁੱਕ ਲਾ ਕੇ ਉਹਨੂੰ ਚੈੱਕ ਕੀਤਾ ਨਾ ਬੁੱਲ ਚਲੋ ਵੇਖੋ, ਇਹ ਹੁੰਦਾ ਮਜ਼ਾ, ਮਤਲਬ ਕਾਰੇ ਸਰੀਰ ਦਾ ਵੀ ਟਾਪੋ ਟਾਪ ਤੁਸੀਂ ਸਾਈਕਲ ਤੋਂ ਸਾਈਕਲ ਹੀ ਆ ਗਏ ਹੈ। ਨਹੀਂ ਬਿਲਕੁਲ ਜੀ, ਜੇ ਮਾੜਾ ਮੋਟਾ ਕਿਤੇ ਜਾਮ ਵੀ ਹੈ ਆਪਾਂ ਸਾਈਕਲ ਮਾੜਿਆ ਬੱਟੋ ਬੱਟ ਪਾ ਕੇ ਇੱਧਰ ਦੀ ਤਾਂ ਉੱਧਰ ਦੀ। ਹਾਂ, ਇਹ ਗੱਲ ਹੈਗੀ। ਇਹ ਦੇਖੋ, ਇਹ ਮਜ਼ਾ ਹੈਗਾ ਵੀ ਜਿਹੜਾ ਬੈਟਰੀ ਵਾਲਾ ਸਾਈਕਲ ਹੈ ਨਾ ਉਹ ਤੁਸੀਂ ਵਧੀਆ ਚਲਾ ਲੈਂਦੇ। ਇਹ ਵੈਸੇ ਹੁਣ ਤਾਂ ਚਲੋ ਲਗਭਗ ਕਈਆਂ ਦਾ ਪਤਾ ਲੱਗ ਜਾਂਦਾ ਵੀ ਇਹ ਬੈਟਰੀ ਵਾਲੇ, ਜਿਹੜੇ ਬਾਹਲੇ ਸਲੀਕ ਜੇ ਆ ਗਏ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਵੀ ਇਹ ਬੈਟਰੀ ਵਾਲਾ ਵੀ ਆ, ਉਹ ਤਾਂ ਬੰਦਾ ਵੇਖਦਾ ਵੀ ਯਾਰ ਬੜਾ ਤੇਜ਼ ਜਾਂਦਾ ਹੀ। ਉਹਦੇ ਬਾਅਦ ਆਪਣੇ ਛੋਟੇ ਵੀਰ ਇੱਥੋਂ ਦੱਸਦੇ ਆ ਵੀ ਭਾਜੀ ਨਹੀਂ ਇਹ ਦੂਸਰਾ ਹੀ ਹੈ, ਮਾਰਾ ਇਲੈਕਟ੍ਰਿਕ ਹੈ। ਨਹੀਂ ਤੁਸੀਂ ਦੇਖੋ ਕਿ ਬੰਦਾ ਕਹਿੰਦਾ ਯਾਰ ਸਾਈਕਲ 'ਤੇ ਬੜੀ ਤੇਜ਼ ਲਾਵਾ ਚ ਯਾਰ ਪੈਡਲ ਤਾਂ ਮਾਰਦਾ ਹੀ ਨਹੀਂ, ਪੈਡਲ ਹੌਲੀ ਹੌਲੀ ਮਾਰਦਾ ਜਾਂ ਪੈਰ ਰੁਕੇ ਆ ਪੈਰ। ਸੋ ਇਹ ਵੀ ਇੱਕ ਨਵੀਂ ਚੀਜ਼ ਹੈ। ਮੈਨੂੰ ਲੱਗਦਾ ਵੀ ਹੋਰ ਭਾਵੇਂ, ਕਿਉਂਕਿ ਚਲੋ ਕਾਰਾਂ ਵੀ ਆ ਗਈਆਂ ਇਲੈਕਟ੍ਰਿਕ, ਕਈ ਕੁਛ ਆ ਗਿਆ। ਹੁਣ ਤਾਂ ਕਹਿੰਦੇ ਇੰਡੀਆ 'ਚ ਵੀ 2030 ਤੱਕ ਹੀ ਆ ਬਾਕੀ ਸਾਰੇ ਵਹੀਕਲ ਚੱਲਣੇ, ਉਦੋਂ ਬਾਅਦ ਸਭ ਕੁਛ ਇਲੈਕਟ੍ਰਿਕ ਹੋ ਜਾਣਾ। ਮੈਨੂੰ ਲੱਗਦਾ ਵੀ ਕਾਰਾਂ ਕੂਰਾਂ ਤਾਂ ਹਰੇਕ ਅਫੋਰਡ ਕਰ ਸਕਦਾ ਹੋਵੇ, ਨਾ ਕਰ ਸਕਦਾ ਹੋਵੇ। ਕਾਰ ਭਾਵੇਂ ਚਲੋ ਇਲੈਕਟ੍ਰਿਕ ਹੈ, ਜੋ ਮਰਜ਼ੀ ਹੈ, ਜਾਮ ਤੇ ਜਾਮ ਹੀ ਹੈ ਨਾ, ਜੇ ਲੱਗ ਗਿਆ ਤਾਂ ਤੁਸੀਂ ਡਾ ਕੇ ਤਾਂ ਲੈ ਨਹੀਂ ਆਣੀ। ਸਾਈਕਲ ਦਾ ਮੈਨੂੰ ਲੱਗਦਾ ਵਾਧਾ ਹੈਗਾ। ਨਹੀਂ ਤਾਂ ਵਿੱਚੋਂ ਜੋ ਲੋਕਾਂ ਨੂੰ ਆਇਆ ਸੀ ਵੀ ਯਾਰ ਛੇਤੀ ਜਾਣਾ ਪਹੁੰਚਣਾ, ਉਹ ਕੀ ਕਰੀਏ ਯਾਰ। ਪਰ ਹੁਣ ਜਿੱਦਾਂ ਇੱਕ ਪਾਸੇ ਕਿਤੇ ਤੇਲ ਗੈਸ ਮਹਿੰਗੀ ਹੋ ਗਈ, ਦੂਜੇ ਪਾਸੇ ਕਹਿੰਦੇ ਜਾਮ ਵੀ ਬੜੇ ਲੱਗਦੇ ਆ। ਉਹਦੇ 'ਚ ਮੈਨੂੰ ਲੱਗਦਾ ਜੇ ਕੋਈ ਵਧੀਆ ਖੋਜ ਹੋਈ ਇਹ ਆ ਵੀ ਮਤਲਬ ਇਲੈਕਟ੍ਰਿਕ ਸਾਈਕਲ ਵਾਲੀ। ਸੰਤਾਲੀ ਐਸਾ ਤਾਂ ਮਤਲਬ ਕਿ ਉਹ ਬਿਜਲੀ ਤੇ ਚਾਰਜ ਹੋਣਾ ਇਹੀ ਆ। ਪੰਗੇ ਨਹੀਂ ਹੋਰ ਬਿਜਲੀ ਤੇ ਹੀ ਹੋਣਾ, ਹੋਰ ਕਾਤੇ ਕਰ ਲਈ। ਬੇਨਤੀ ਸੁਣਿਆ ਨਾ, ਪੰਗੇ ਬਹੁਤ ਪਣੇ ਆ। ਤੁਹਾਡੇ ਵਰਗਾ ਫੁੱਫੜ ਗਿਆ ਆ ਮੁੱਛਾਂ ਨੂੰ ਤਾ ਦੇ ਕੇ, ਮੈਂ ਗਿਆ ਹੀ ਅੱਜ ਜਾਣੀ ਇਲੈਕਟ੍ਰਿਕ ਸਾਈਕਲ ਲੈ ਗਿਆ। ਮੇਰੀ ਬੇਨਤੀ ਨਾ, ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ। ਸਾਈਕਲ ਤੇ ਜਾਵੇਗੇ ਨਹੀਂ। ਨਹੀਂ ਬੈਟਰੀ ਵਾਲਾ ਤੁਹਾਡੇ ਵਰਗਾ ਫੁੱਫੜ ਬੈਟਰੀ ਕੁਛ ਮਰਜ਼ੀ, ਫੁੱਫੜ ਬਿਲਕੁਲ ਨਹੀਂ ਜਾਵੇਗਾ। ਫੁੱਫੜ ਬਿਜਲੀ ਵਾਲੀ ਕਾਰ ਤੇ ਚਲ ਗਿਆ। ਹਾਂ ਹੁਣ ਕੁਛ ਠੀਕ ਹੈ, ਹੁਣ ਕੁਛ ਠੀਕ ਹੈ, ਠੀਕ ਹੈ ਜੀ। ਤੇ ਉੱਥੋਂ ਮਗਰੋਂ ਘਰ ਦੇ ਟੈਲੀਫੋਨ ਕਰਦੇ ਆ, ਆਪਣੇ ਫੁੱਫੜ ਨੂੰ ਭੇਜ ਦੇਣਾ ਸੀ। ਫਿਰ ਉਹ ਦੱਸਣ ਜੋਗੇ ਤਾਂ ਹੁਣੇ ਨਹੀਂ, ਫੁੱਫੜ ਨੂੰ ਤਾਂ ਭੇਜ ਦਿੰਦੇ ਆ। ਫੁੱਫੜਾ ਜੇ ਚਾਰਜ ਕਰਨ ਵਾਲਾ ਬੱਤੀ ਸਾਡੇ ਗਈ ਆ। ਕਿਉਂਕਿ ਦੇਖੋ ਜਦੋਂ ਕਹਿੰਦੇ ਆ ਕਿ 8-8 10-10 ਘੰਟੇ ਕੱਟ ਲੱਗਦੇ ਆ, ਜਦੋਂ ਇਹ ਰੌਲਾ ਪੈਂਦਾ, ਜ਼ੀਰਕਪੁਰ ਵਾਲੇ ਕਹਿੰਦੇ ਸੀ ਨਾ 2 ਦਿਨ ਹੋ ਗਿਆ ਬੱਤੀ ਨੇ, ਤਾਂ 2 ਦਿਨ ਫਿਰ ਫੁੱਫੜ ਨੂੰ ਉੱਥੇ ਪੱਖੀ ਕੌਣ ਚੱਲੂਗਾ? ਜਾਣੀ ਬਿਲਕੁਲ ਮਾੜਾ ਜਿਹਾ ਹਿਸਾਬ ਕਿਤਾਬ ਨਾ। ਹਾਂ ਨਹੀਂ, ਮੇਰੀ ਗੱਲ ਜਾਇਜ਼ ਹੈ ਕਿ ਨਹੀਂ ਜਾਇਜ਼? ਇਹ ਗੱਲ ਬਿਲਕੁਲ ਠੀਕ ਹੈ, ਪਰ ਚਲੋ ਇੱਕ ਗੱਲ ਤੇ ਹੈਗੀ ਆ, ਗਾਂ ਬੱਤੀ ਵੀ ਆ ਜੂਗੀ। ਪਰ ਇੱਕ ਚੀਜ਼ ਹੈ ਵੀ ਜਿਹੜਾ ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਵੀ ਆਵਿਸ਼ਕਾਰ ਕਹਿੰਦੇ ਹੁੰਦੇ, ਖੋਜ, ਨਵੀਂ ਜਿਹੜੀ ਇਹ ਖੋਜ ਆ ਉਹਦਾ ਫਾਇਦਾ ਤੇ ਹੈਗਾ। ਬਾਕੀ ਕਿਉਂਕਿ ਅਜੇ ਉਹ ਚੀਜ਼ਾਂ ਮਹਿੰਗੀਆਂ ਨੇ, ਹਰੇਕ ਬੰਦੇ ਦੀ ਪਹੁੰਚ ਨਹੀਂ। ਉਹਨੂੰ ਕਹਿੰਦੇ ਉਹ ਬੱਤੀ ਵਾਲਾ ਸਾਈਕਲ ਵੀ ਵਾਹਵਾ ਮਹਿੰਗਾ ਆਉਂਦਾ। ਬੰਦਾ ਕਹਿੰਦਾ ਵੀ ਜੇ ਵੀਰ ਇੰਨੇ ਪੈਸੇ ਖਰਚਣੇ ਤੇ ਕੋਈ ਮਾੜਾ ਮੋਟਾ ਮੋਟਰਸਾਈਕਲ ਹੀ ਵੇਖ ਲੈਂਦੇ। ਇਕੱਲਾ ਸਾਈਕਲ ਆਪਾਂ ਕੀ ਕਰਨਾ? ਇੱਕ ਗੱਲ ਵੈਸੇ ਮੇਰੇ ਖਿਆਲ 'ਚ ਆਉਂਦੀ ਆ ਵੀ ਜਾਣੀ ਉਹ ਵਜਨ ਦੇ ਹਿਸਾਬ ਨਾਲ ਬੱਤੀ ਵੱਧ ਫੂਕਦਾ ਹੀ ਉਹ ਕਿ ਨਹੀਂ? ਕਿਹੜਾ? ਮੰਨ ਲਓ ਕਿ ਆਪਣੇ ਦੋਨਾਂ ਕੋਲ 2 ਸਾਈਕਲ ਨੇ, ਇੱਕੋ ਜਿਹੇ ਚਾਰਜ ਕੀਤੇ ਆ, ਤੇ ਹੋ ਸਕਦਾ ਕਿ ਮੇਰੇ ਵਾਲਾ ਤਾਂ ਫਿਰ ਜਲੰਧਰੋਂ ਫਲੋਰ ਚਲ ਜਾ, ਤੁਹਾਡੇ ਵਾਲਾ ਫਗਵਾੜੇ ਹੀ ਚਾਰਜ ਉਹਦਾ ਖਤਮ ਹੋ ਜਾਏ ਭਾਰ ਦੇ ਹਿਸਾਬ ਨਾਲ। ਕੋਈ ਗੱਲ ਨਹੀਂ, ਫਗਵਾੜੇ ਲਾ ਕੇ ਢਾਬੇ ਦੇ ਨਾਲੇ ਚਾਹ ਪੀਵਾਂਗੇ, ਨਾਲੇ ਚਾਰਜ ਕਰ ਲਾਂਗੇ। ਨਹੀਂ ਤੁਸੀਂ ਹੋਰ ਕੰਮ ਉਹ ਤੋਂ ਬਾਅਦ ਫੇਰ ਇੱਕ ਰਾਂ ਕਿਰਾਇਆ ਤੋਂ ਬਰਫੀ, ਨਾਲੇ ਚਾਹ ਦਾ ਕੱਪ, ਨਾਲੇ ਫੇਰ ਚਾਰਜ। ਤੁਸੀਂ ਇਹ ਥੋੜੀ ਕਰਨਾ ਵੀ ਜਾਣੀ ਕੋਈ ਨਹੀਂ ਫਲੋਰ ਤੈਨੂੰ ਮਿਲਦਾ, ਤੁਸੀਂ ਨਾਲ ਹੀ ਕਾਲਰ ਨੂੰ ਹੱਥ ਪਾ ਲੈਣਾ, ਇੱਥੇ ਖੜ। ਇਹ ਵੀ ਹੋ ਸਕਦਾ ਕਿ ਮੈਂ ਚੱਲ ਤੇ ਮੈਂ ਚੱਲਦਾ, ਤੂੰ ਇਹਨੂੰ ਚਾਰਜ ਕਰਕੇ। ਨਹੀਂ ਚਲੋ ਤਕਨੀਕਾਂ ਹੀ ਆ। ਖੈਰ ਇਹ ਮੇਰਾ ਖਿਆਲ ਤੁਸੀਂ ਟਿੱਪਣੀ ਜ਼ਰੂਰ ਕਰਿਓ ਜੀ ਕਿ ਆਪਣੇ ਮੇਰਾ ਖਿਆਲ ਪੰਜਾਬ ਦੇ ਵਿੱਚ ਵੀ, ਜੇ ਹੁਣ ਤੁਸੀਂ ਦੇਖਿਆ, ਕਿਉਂਕਿ ਮੇਰੀ ਜਾਣਕਾਰੀ 'ਚ ਇਹ ਆਇਆ ਸੀ ਵੀ ਕੁਝ ਕੁ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੇ ਇਹ ਇਲੈਕਟ੍ਰਿਕ ਸਾਈਕਲ ਵੀ ਹੁਣ ਕੱਢੇ ਨੇ। ਜੇ ਤੁਸੀਂ ਦੇਖਿਆ ਜਾਂ ਆਸੇ ਪਾਸੇ ਤੁਸੀਂ ਕਦੀ ਵਰਤਿਆ ਜਾਂ ਤੁਹਾਡੇ ਧਿਆਨ 'ਚ ਆਇਆ, ਕੋਈ ਲਾਭ ਹਾਨੀ ਤੁਹਾਡੇ ਧਿਆਨ 'ਚ ਆਵੇ ਤੇ ਟਿੱਪਣੀ ਜ਼ਰੂਰ ਕਰੇ। ਇਹ ਵੀ ਹੋ ਸਕਦਾ ਸੰਧਾਲੀਆ ਸਾਹਿਬ ਫਿਰ ਉੱਥੇ ਢਾਬਿਆਂ ਵਾਲੇ ਵੀ ਹੌਲੀ ਹੌਲੀ ਲਿਖ ਦੇਣ, ਕੱਲੀ ਚਾਹ ਦੇ ਨਾਲ ਇੱਥੇ ਸਾਈਕਲ ਚਾਰਜ ਨਹੀਂ ਕਰਨ ਦਿੱਤਾ ਜਾਵੇਗਾ। ਹਾਂ, ਚਾਹ ਦੇ ਨਾਲ ਸਮੋਸੇ ਲੈਣੇ ਜ਼ਰੂਰੀ ਨੇ। ਹਾਂ, ਮਤਲਬ ਘੱਟੋ-ਘੱਟ ਦਾਲ ਫੁਲਕਾ ਛਕਣਾ ਜ਼ਰੂਰੀ ਹੈ ਨਾ। ਮਤਲਬ 2/3 ਚਾਹ ਕਹਿ ਕੇ ਤੇ ਨਹੀਂ, ਮਤਲਬ ਸਾਈਕਲ ਚਾਰਜ ਤੇ ਲਾ ਦਿਓ, ਬਿਲਕੁਲ ਨਹੀਂ ਹੈ ਨਾ। ਵੀ 7 ਦੀ ਬੱਤੀ ਫੂਕ ਦਿਓ, 5 ਰੁਪਏ ਬਿੱਲ ਬਣੇ। ਹਾਂ, ਪਰ ਚਲੋ
ਇਹ ਅਜੀ ਨਵੀਆਂ ਤਕਨੀਕਾਂ ਚੱਲੀ ਜਾਣੀਆਂ ਤੇ ਆਪਾਂ ਮੇਰੇ ਮਨ 'ਚ ਇੱਕ ਹੋਰ ਗੱਲ ਆ। ਨਹੀਂ ਮਨ 'ਚ ਨਹੀਂ ਰੱਖਣੀ ਕੋਈ, ਇਹ ਮਨ ਆਉਂਦੇ ਹੁੰਦੇ ਵੀ ਮਨ ਦੀ ਮਨ 'ਚ ਹੀ ਰੱਖ ਕੇ ਚੱਲ ਗਿਆ, ਇਹ ਕਰਕੇ ਮਨ 'ਚ ਨਹੀਂ ਰੱਖਣੀ ਕੋਈ ਗੱਲ। ਕੀ ਪਤਾ ਉਹਦੇ ਮਨ 'ਚ ਕੀ ਸੀ, ਬੀਬੀਆਂ ਬਾਜ ਕਰਦੀਆਂ ਖਰੇ ਕੀ ਗੱਲ ਸੀ, ਖਰੇ ਕੀ ਆਂਦਾ ਮੈਂ ਕਰਨੀ ਹੈ ਗੱਲ, ਹੁਕਮ ਹੀ ਨਹੀਂ ਆਇਆ ਭੈਣ ਜੀ। ਆਇਆ ਕਹਿੰਦਾ ਸੀ ਲੱਸੀ ਦਾ ਗਲਾਸ ਭਰੋ, ਲੱਸੀ ਪੀਤੀ ਆ, ਕਹਿੰਦਾ ਸੀ ਨਾਲ ਲੱਸੀ ਹੋਰ ਪੀਣਾ ਆ ਕੇ, ਨਾਲੇ ਮੈਂ ਕੋਈ ਗੱਲ ਕਰਨੀ ਆ, ਗਿਆ ਮੁੜ ਕੇ ਪੱਠੇ ਲੈਣ ਚਲ ਗਿਆ, ਆਇਆ ਹੀ ਨਹੀਂ। ਹੁਣ ਕੱਲ ਨੂੰ ਆਜੂ ਚਲੋ, ਲੱਸੀ ਪਈ ਰਹਿ ਗਈ, ਹਾਰ ਕੇ ਖੱਟੀ ਹੋ ਗਈ, ਮੈਂ ਚੱਲ ਕੋਈ ਕੜੀ ਬਣਾਵਾਂਗੇ, ਮੱਖੀ ਪੈ ਗਈ ਵਿੱਚ, ਉਂਗਲ ਨਾਲ ਕੱਢ ਕੇ ਪਰੇ ਮਾਰੀ। ਚਲੋ ਸੰਧਾਲੀਆ ਸਾਹਿਬ, ਗੱਲ ਕੀ ਹੈ ਕਿ ਮੈਂ ਇੱਕ ਗੱਲ ਤਾਂ ਸਹੀ ਹੋ ਗਈ, ਐਤਕੀ ਵਿਧਾਨ ਸਭਾ ਦਾ ਸੈਸ਼ਨ ਲਾਈਵ ਚੱਲਿਆ ਨਾ, ਉਹਦੇ ਨਾਲ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਜਿਹੜਾ ਸਧਾਰਨ ਪਿੰਡ ਹੈ, ਜਿੱਥੇ ਮੰਨ ਲਓ ਕਿ 400 ਵੋਟ ਹੈ ਪਿੰਡ 'ਚ, 650 ਆਬਾਦੀ ਹੈ, ਉਸ ਪਿੰਡ ਦੇ 15 20 25 ਜਾਣੇ ਜ਼ਰੂਰ ਇਦਾਂ ਦੇ ਹੈਗੇ ਆ ਜਿਹੜੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾ ਕੇ ਬਹਿਸ ਕਰ ਸਕਦੇ ਆ, ਸਵਾਲ ਕਰ ਸਕਦੇ ਆ, ਜਵਾਬ ਲੈ ਸਕਦੇ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਜਿੰਨੀ ਕਾ ਵਿਧਾਨ ਸਭਾ ਦੀ ਕਾਰਵਾਈ ਦੇਖੋ ਸਾਰੇ ਸਤਿਕਾਰਯੋਗ ਨੇ, ਮਾੜਾ ਨਹੀਂ ਕੁਝ ਵੀ, ਜਾਣੀ ਐਂ ਲੱਗਦਾ ਸੀ ਕਿ ਯਾਰ ਉੱਥੇ ਪਤਾ ਨਹੀਂ ਕਿੰਨਾ ਕੁ ਤੋਲ ਕੇ ਬੋਲਦੇ ਹੋਣੇ ਆ, ਕਿੰਨੀ ਕੁ ਪਿਨ ਡ੍ਰੌਪ ਸਾਇਲੈਂਸ, ਜਾਣੀ ਕਿ ਬਿਲਕੁਲ ਕੋਈ ਆਵਾਜ਼ ਨਹੀਂ ਹੁੰਦੀ ਹੋਣੀ, ਬਿਲਕੁਲ ਸੱਭਿਅਕ ਤਰੀਕੇ ਦੇ ਨਾਲ ਕੰਮ ਚੱਲਦਾ ਹੋਣਾ। ਕਿਉਂਕਿ ਆ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਚੱਲਦੀ, ਉਹਨੂੰ ਦੇਖ ਕੇ ਤੁਹਾਡੇ ਪਿੰਡ ਦੇ 25 30 40 ਬੰਦੇ, ਪਿੰਡ ਵੱਡਾ 40 ਕਰਤੇ ਮੈਂ, ਸਾਡੇ ਪਿੰਡ ਦੇ 15 20 ਬੰਦੇ, ਇਦਾਂ ਹੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਜਿਹੜੇ ਵੀ ਪਿੰਡਾਂ 'ਚੋਂ ਨੇ, ਤੁਹਾਡੇ ਪਿੰਡਾਂ ਦੇ ਵਿੱਚੋਂ ਆਰਾਮ ਨਾਲ ਜੇ ਕੋਈ ਬੰਦਾ ਐਮਐਲਏ ਬਣ ਜਾ, ਕਾਰਵਾਈ ਚਲਾਉਣ ਦੇ ਵਿੱਚ ਕੋਈ ਦਿੱਕਤ ਆਉਣੀ ਨਹੀਂ। ਕਿਉਂਕਿ ਉੱਥੇ ਕੀ ਆ, ਇੱਕ ਐਮਐਲਏ ਸਾਹਿਬ, ਯਾਰ ਮੇਰੀ ਪਹਿਲਾਂ ਗੱਲ ਤਾਂ ਸੁਣ ਲਓ, ਉਹ ਮੇਰੀ ਯਾਰ ਗੱਲ ਪੂਰੀ ਹੋ ਲੈਣ ਦਿਓ ਨਾ, ਹੁਣ ਤੁਹਾਨੂੰ ਗੱਲ ਨਹੀਂ ਸੁਣਨੀ, ਤੁਸੀਂ ਹੁਣ ਗੱਲ ਸੁਣਦੇ ਨਹੀਂ। ਵਿੱਚ ਸਪੀਕਰ ਸਾਹਿਬ ਦਾ ਜਾਣੀ ਆਮ ਪਰਿਆ ਪੰਚਾਇਤਾਂ 'ਚ ਕੀ ਹੁੰਦਾ ਨਾ, ਹੁਣ ਤੁਸੀਂ ਗੱਲ ਨਹੀਂ ਸੁਣਨੀ, ਹੁਣ ਭੱਜਦੇ ਕਿੱਧਰ ਨੂੰ ਆ, ਜਵਾਬ ਲੈ ਕੇ ਜਾਓ, ਤਾਂ ਹੁਣ ਤੁਸੀਂ ਜਵਾਬ ਨਹੀਂ ਲੈਣਾ, ਹੁਣ ਉਧਰ ਨੂੰ ਚੱਲੇ ਹੋ, ਕੋਈ ਗੱਲ ਨਹੀਂ ਥਾਣੇ ਚੱਲ ਜਾਓ। ਇਦਾਂ ਹੀ ਕੋਈ ਕਿਸੇ ਨੂੰ ਕੁਝ ਕਹਿੰਦਾ, ਕੋਈ ਕਿਸੇ ਨੂੰ ਕੁਝ ਕਹਿੰਦਾ, ਉੱਥੇ ਵੀ ਪਿੰਡ ਦਾ ਕੋਈ ਮੋਤਬਰ ਹੁੰਦਾ ਦਾ, ਉਹ ਗੱਲ ਸੁਣੀ ਦੀ ਹੁੰਦੀ ਆ, ਉਹ ਬਹਿ ਕੇ ਕਰੀਦੀ ਹੁੰਦੀ ਆ, ਉਹ ਪਿੰਡ ਵਸਦਾ। ਉੱਥੇ ਵੀ ਤਾਂ ਮਾਣਯੋਗ ਸਪੀਕਰ ਸਾਹਿਬ ਇਹੀ ਕਹਿੰਦੇ ਆ, ਉਹ ਨਹੀਂ ਯਾਰ ਤੁਸੀਂ ਬਹਿ ਜਾਓ, ਉਹ ਯਾਰ ਤੁਹਾਨੂੰ ਬਾਅਦ 'ਚ ਟਾਈਮ ਦੇਵਾਂਗੇ, ਉਹ ਨਹੀਂ ਯਾਰ ਇੱਦਾਂ ਬੋਲੋ ਨਾ, ਉਹ ਬਹਿਸ ਜਿਹੜੀ ਆ ਤੁਹਾਡੀ ਥੋੜੀ ਥੱਲੇ ਨੂੰ ਜਾਈ ਜਾਂਦੀ, ਇੱਦਾਂ ਹੀ ਕੰਮ ਚੱਲਦਾ। ਇਹ ਗੱਲ ਹੈਗੀ, ਇਹਦੇ ਪਿੱਛੇ ਕਾਰਨ ਮੈਨੂੰ ਲੱਗਦਾ ਵੀ ਉਹ ਜਿਹੜਾ ਲਾਈਵ ਚੱਲਦਾ ਉਹੀ ਆ, ਉਹਦੇ ਫਾਇਦੇ ਵੀ ਆ, ਨੁਕਸਾਨ ਵੀ ਆ। ਦੇਖੋ ਜ਼ਿਆਦਾ ਵੇ ਨਹੀਂ, ਫਾਇਦਾ ਤੇ ਉਹਦਾ ਇਹ ਹੋ ਗਿਆ ਵੀ ਉੱਥੇ ਕਿਹੜਾ ਕੀ ਬੋਲਦਾ ਕੀ ਕਰਦਾ ਇਹ ਪਤਾ ਲੱਗਦਾ। ਦੂਜਾ ਫਾਇਦਾ ਇਹ ਆ ਵੀ ਕਿਉਂਕਿ ਕੈਮਰਾ ਉੱਥੇ ਲੱਗਾ, ਇਸ ਕਰਕੇ ਕਹਿੰਦਾ ਇੱਥੇ ਠੀਕ ਆ, ਬਾਹਰ ਨਹੀਂ ਜਾਣਾ। ਤੇ ਨੁਕਸਾਨ ਇਹਦੇ 'ਚ ਇਹ ਵੀ ਹੋ ਗਿਆ ਵੀ ਕਿਉਂਕਿ ਕੈਮਰਾ ਉੱਥੇ ਲੱਗਾ, ਪਹਿਲਾਂ ਕੀ ਹੁੰਦਾ ਸੀ ਵੀ ਮੰਨ ਲਓ ਵੀ ਮੈਂ ਵਿਰੋਧੀ ਧਿਰ 'ਚ ਆ, ਤੇ ਜੇ ਮੈਨੂੰ ਲੱਗਾ ਵੀ ਯਾਰ ਮੇਰੀ ਤੇ ਸੁਣਵਾਈ ਕੋਈ ਨਹੀਂ, ਤੇ ਗੱਲ ਕਰੀਏ ਕਿੱਦਾਂ, ਫਿਰ ਹੋ ਸਕਦਾ ਬਾਅਦ ਧਿਆਨ 'ਚ ਆਉਂਦਾ ਜਾਂ ਮੈਸੇਜ ਆ ਜਾਂਦਾ ਬਾਹਰੋਂ ਵੀ ਜਨਾਬ ਉਹ ਬਾਹਰ ਬੰਦੇ ਠੀਕ ਹੈ ਜੀ, ਇੱਥੇ ਫਲਾਨੀ ਬੁਰਜੀ ਦੇ ਲਾਗੇ ਬੰਦੇ ਆ, ਕੋਈ ਨਹੀਂ ਵੀ ਤੁਸੀਂ ਇਕੱਠੇ ਕਰੋ, ਮੈਂ ਆ ਗਿਆ, ਹੈ ਨਾ। ਉਹ ਫਿਰ ਇਹ ਹੁੰਦਾ ਹੈ ਵੀ ਅੰਦਰਲਾ ਸੈਸ਼ਨ ਦੇ ਅੰਦਰ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ, ਤੇ ਆਪਣੇ ਭਾਈਚਾਰੇ ਨੂੰ ਮੀਡੀਆ ਵਾਲੇ ਨੂੰ ਤਾਂ ਕੁਛ ਨਾ ਕੁਛ ਚਾਹੀਦਾ ਹੁੰਦਾ। ਉਹ ਜਦੋਂ ਫਿਰ ਬੰਦਾ ਬਾਹਰ ਆ ਕੇ 5 4 ਮੁਰਦਾਬਾਦ ਦੇ ਨਾਅਰੇ, ਤੇ ਸਾਡੇ ਉੱਥੇ ਉਹਨਾਂ ਨੇ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ, ਇਹ ਤੇ ਉਹ ਬੰਦੇ ਨੂੰ ਲੱਗਦਾ ਯਾਰ ਆ ਜ਼ਿਆਦਾ ਵਧੀਆ। ਫਿਰ ਉਹ ਬਾਹਰੋਂ ਮੈਸੇਜ ਆਉਂਦਾ, ਤੁਸੀਂ ਐਵੇਂ ਇੱਥੇ ਬੈਂਚਾਂ 'ਤੇ ਬੈਠੇ, ਕੋਈ ਨਹੀਂ ਪੁੱਛਦਾ, ਤੇ ਬਾਹਰ ਬੁਰਜੀ ਲਾਗੇ ਬਹੁਤ ਰੌਣਕ ਜੇ, ਹੈ ਨਾ। ਉਦੋਂ ਫਿਰ ਆਪਾਂ ਆਮ ਹੀ ਵੇਖਦੇ ਵੀ ਉਹ ਨਿੱਕੀਆਂ ਵਿਧਾਨ ਸਭਾਵਾਂ ਉੱਥੇ ਬੁਰਜੀਆਂ ਦੇ ਘੇਰੇ ਲੱਗ ਜਾਂਦੀਆਂ ਸੀ। ਹੁਣ ਇਹ ਆ ਵੀ ਜੋ ਕੁਝ ਵੀ ਹੈਗਾ ਉਹ ਸਾਰਾ ਕੁਝ ਅੰਦਰ ਘਟਦਾ ਵਾਪਰਦਾ। ਜੇ ਸੱਤਾ ਤੇ ਰਲਿਆ ਤੇ ਉਹਨਾਂ ਨੂੰ ਪਤਾ ਵੀ ਵੀਰ ਸਵਾਲ ਪੁੱਛਿਆ ਜਵਾਬ ਦੇਣਾ ਪੈਣਾ, ਜੇ ਵਿਰੋਧੀ ਤੇ ਰਲੇ ਤੇ ਉਹਨਾਂ ਨੂੰ ਪਤਾ ਵੀ ਵੀਰ ਮੇਰਾ ਵਾਕਆਊਟ ਕੀਤੇ ਨਹੀਂ ਸਰਨਾ, ਇੱਥੇ ਆਪਾਂ ਨੂੰ ਗੱਲ ਕਰਨੀ ਪੈਣੀ। ਸੰਧਾਲੀਆ ਸਾਹਿਬ, ਆਪਣੇ ਭਾਈਚਾਰੇ ਦਾ ਵੀ ਕੰਮ ਬਹੁਤ ਘਟਿਆ। ਅੱਗੇ ਹੁੰਦਾ ਸੀ, ਪਤਾ ਸੀ ਕਿ ਜੇ 9 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਹੈ ਤਾਂ 9:45 ਤੱਕ, ਯਾਨੀ 1 ਘੰਟੇ ਤੋਂ ਪਹਿਲਾਂ ਇੱਕ ਧਿਰ ਨੇ ਬਾਹਰ ਆ ਜਾਣਾ ਨਾਅਰੇ ਮਾਰਦਿਆਂ, ਤੇ ਆਪਣੇ ਬੰਦਿਆਂ ਦਾ ਵੀ ਜ਼ੋਰ ਲੱਗਾ ਹੁੰਦਾ ਸੀ, ਉਹ ਆ ਗਏ ਨੇ ਬਾਹਰ, ਇਸ ਪਾਰਟੀ ਦੇ ਆ ਐਮਐਲਏ ਆ ਗਏ ਨੇ ਬਾਹਰ, ਦੇਖਦੇ ਆ ਕੀ ਗੱਲ ਹੋਈ ਹੈ ਅੰਦਰ, ਕਿਉਂ ਆ ਗਏ ਨੇ ਬਾਹਰ, ਤੇ ਨਾਲ ਹੀ ਅਗਲਾ ਭਾਵੇਂ ਕਹੇ ਯਾਰ ਮੈਂ ਤਾਂ ਫੋਨ ਸੁਣਨਾ, ਮੇਰੀ ਤਾਂ ਬੀਪੀ ਦੀ ਦਵਾਈ ਰਹਿ ਗਈ ਸੀ ਬਾਹਰ, ਹੈ ਜਾਣੀ ਹੋ ਹੀ ਜਾਂਦਾ ਕਈ ਵਾਰੀ, ਕੁਝ ਵੀ ਨਹੀਂ। ਉੱਥੇ ਤੇ ਆਪਾਂ ਇਹ ਵੀ ਸੁਣਦੇ, ਉਹ ਅਗਲੇ ਆਖੇ ਨਾ, ਜਿੱਦਾਂ ਹੁਣ ਦੇਖੋ ਜੇ ਖਾਸ ਕਰਕੇ ਵੀਡੀਓ ਵਾਲੇ ਆਪਾਂ ਵੀਰਾਂ ਦੀ ਗੱਲ ਕਰੀਏ, ਹੁਣ ਇੱਕ ਤੇ ਹੋ ਗਿਆ ਵੀ ਮਾਈਕ ਵਾਲਾ ਭਾਈ, ਇੱਕ ਉਹਦੇ ਨਾਲ ਵਿਚਾਰਾ ਕੈਮਰੇ ਵਾਲਾ ਭਾਈ ਵੀ ਹੁੰਦਾ, ਉਹ ਬਹੁਤ ਔਖਾ ਹੈ ਨਾ, ਉਹ ਬਹੁਤ, ਉਹਨੂੰ ਆਖੀ ਨਾ ਯਾਰ ਤੂੰ ਛੇਤੀ ਕਰ ਲਾ, ਚਾਹ ਪੀ ਲਾ, ਹੁਣੇ ਉਧਰੋਂ ਬੰਦੇ ਆ ਗਏ, ਮੁੜ ਕੇ ਤੇਰੀ ਚਾਹ ਵਿੱਚ ਹੀ ਰਹਿ ਜਾਣੀ, ਛੇਤੀ ਕਰ ਛੇਤੀ, ਮੇਰਾ ਵੀ ਰੋਟੀ ਨਹੀਂ ਖਾ ਕੇ ਆਇਆ ਜੀ। ਉਹ ਕਹਿੰਦਾ ਯਾਰ ਭੁੱਖ ਲੱਗੀ, ਸਵੇਰ ਦੇ ਆਪਾਂ ਆਕੜੇ ਪਏ, ਦੱਸ। ਉਹ ਕੋਈ ਨਹੀਂ ਯਾਰ ਤੂੰ ਬਸ 2 ਮਿੰਟਾਂ ਦੀ ਗੱਲ, ਛੱਡਦੇ ਚਾਹ, ਮੈਨੂੰ ਲੱਗਦਾ ਤੁਰਿਆ ਆਉਂਦਾ ਹੀ ਇੱਕ, ਉਹਨੂੰ ਖੜੀ ਲੱਤੇ ਜਾਣੀ ਕਹਿੰਦੇ ਨੇ, ਖੜੀ ਲੱਤੇ ਉਹਨੂੰ ਵਿਚਾਰ ਰੱਖਣਾ, ਹੈ ਨਾ। ਸੋ ਚਲੋ, ਪਰ ਇੰਨਾ ਕੁ ਤੇ ਹੈਗਾ ਹੁਣ ਵੀ ਜੋ ਕੁਝ ਵੀ ਘਟਦਾ ਆ, ਵਾਪਰਦਾ ਆ, ਉਹ ਹੁਣ ਅੰਦਰ ਹੀ ਆ। ਨਹੀਂ, ਅੰਦਰ ਹੀ ਆ ਜੀ, ਤੇ ਅੰਦਰ ਹੀ ਢਕਿਆ ਲਪੇਟਿਆ ਨੇਗਾ, ਅੰਦਰ ਆ ਪਰ ਸਾਰਾ ਹੀ ਬਾਹਰ ਆ। ਆਹੋ, ਤੁਸੀਂ ਇਹ ਦੇਖੋ ਜ਼ਿਆਦਾ ਵਧੀਆ ਅੰਦਰ ਹੀ ਆ। ਤੇ ਉੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਇੱਕ ਤੁਲਨਾ ਕਰਨ ਦਾ ਮੌਕਾ ਮਿਲਦਾ ਕਿ ਬਈ ਸਾਡੇ ਵਾਲਾ ਐਮਐਲਏ ਆ ਬੋਲਿਆ, ਦੂਜਿਆਂ ਦਾ ਬੜਾ ਠੋਕ ਕੇ ਬੋਲਿਆ। ਜੇ ਭਾਈ ਦੂਜਿਆਂ ਦਾ ਐਮਐਲਏ ਮਿੱਲ ਦੀ, ਸੜਕ ਦੀ, ਸਕੂਲ ਦੀ, ਕਾਲਜ ਦੀ, ਹਸਪੀਟਲ ਦੀ ਗੱਲ ਕਰ ਰਿਹਾ, ਤਾਂ ਭਾਈ ਤੁਸੀਂ
ਆ ਸਰਮਾਏਦਾਰਾਂ ਦੀ ਗੱਲ ਕਰੀ ਜਾਂਦੇ, ਤੁਸੀਂ ਫੈਕਟਰੀ ਵਾਲਿਆਂ ਦੀ ਗੱਲ ਕਰੀ ਜਾਂਦੇ, ਤੁਹਾਨੂੰ ਸਾਡੇ ਸਕੂਲ ਨਹੀਂ ਚੇਤੇ, ਤੁਹਾਨੂੰ ਸਾਡੇ ਛੱਪੜਾਂ ਦੀ ਸਫਾਈ ਨਹੀਂ ਚੇਤੇ। ਜਾਣੀ ਲੋਕਾਂ ਦੇ ਕੋਲ ਅੱਗੇ ਤਾਂ ਹੁੰਦਾ ਸੀ ਨਾ ਕਿ ਜਿਹੜਾ ਬੰਦਾ ਮੂਹਰੇ ਆ ਗਿਆ ਉਹਦੀ ਗੱਲ ਸੁਣ ਲਈ, ਦੂਜੇ ਪਾਸੇ ਦੀ ਸੁਣੀ ਨਹੀਂ। ਉੱਥੇ ਹੁਣ ਸਾਰਿਆਂ ਦੀ ਸੁਣਦੇ ਆ, ਜੇ ਕਿਨੇ ਸਵਾਲ ਪੁੱਛਿਆ ਜਵਾਬ ਦਾ ਹੀ ਪਤਾ ਲੱਗਦਾ ਕਿ ਰੇਤਾ ਦੇ ਵਿੱਚੋਂ ਕਿਹਨੇ ਕੀ ਕੱਢ ਕੇ ਕਿੱਧਰਲੇ ਪਾਸੇ ਦੀ ਜੇਬ 'ਚ ਪਾ ਲਿਆ। ਬਹੁਤ ਕੁਝ ਨਿਖਰ ਕੇ ਤਾਂ ਨਿਚੋੜ ਕੇ ਲੋਕਾਂ ਦੇ ਸਾਹਮਣੇ ਅੱਜ ਕੀ ਪੇਸ਼ ਹੋ ਰਿਹਾ। ਨਹੀਂ ਬਿਲਕੁਲ ਸਹੀ। ਚਲੋ ਜੇ ਆਪਾਂ ਹੁਣ ਇਸ ਪਾਸੇ ਤੁਰੀ ਪਏ ਆ ਤੇ ਹੌਲੀ ਹੌਲੀ ਇੱਧਰ ਨੂੰ ਤੁਰ ਪੈਂਦੇ ਹਾਂ। ਇੱਕ ਗੱਲ ਤੇ ਮੇਰੇ ਖਿਆਲ ਨਾਲ 15-20 ਸਾਲਾਂ ਤੋਂ ਪੰਜਾਬ ਦੇ ਮੇਰਾ ਖਿਆਲ ਹੋ ਸਕਦਾ ਵੀ ਜਵਾਕ ਉਦੋਂ ਕਿਤੇ ਜੰਮਿਆ ਹੋਵੇ ਤੇ ਹੁਣ ਉਹ ਜਵਾਨ ਹੋ ਗਿਆ ਹੋਣਾ, ਵਿੱਚ ਉਹਨੂੰ ਮਾੜਾ ਮਾੜਾ ਲੱਗਦਾ ਹੋਣਾ, ਪਤਾ ਨਹੀਂ ਭਾਪੇ ਉਹਨੇ ਗੱਲਾਂ ਹੀ ਕਰਦੇ ਹੁੰਦੇ ਰੇਤ ਬਜਰੀ। ਮੈਂ ਤੇ ਨਿੱਕਾ ਹੁੰਦਾ ਖੇਡਦਾ ਵੀ ਰਿਹਾ, ਕਹਿੰਦੇ ਉਹਦੇ 'ਚ ਵੀ ਉਹਦੀ ਰੇਤ ਦੀ ਢੇਰੀ ਲੱਗੀ ਹੋਣੀ, ਇੱਧਰੋਂ ਰਿੜ ਜਾਣਾ ਉੱਧਰ ਨੂੰ ਰਿੜ ਜਾਣਾ। ਹੁਣ ਕਹਿੰਦੇ ਗਾਂ ਜਿਹੜੇ ਨਿੱਕੇ ਨਿਆਣੇ ਉਹ ਕਿਤੇ ਰੇਤ ਦੇ ਲਾਗੇ ਵੀ ਚਲੇ ਜਾਣ ਤੇ ਨਾਲ ਹੀ ਥਾਪੀ ਕੱਢ ਲੈਂਦੀ ਮਾਤਾ, ਹਾਏ ਵੇ ਖਿਲਾਰਤੀ ਵੇ, ਮਹਿੰਗੇ ਭਾਅ ਦੀ ਵੇ, ਪਰਾਂ ਦਫਾ ਹੋ ਜਾਵੇ, ਇੱਥੇ ਨਾ ਉਹ ਲਾਗੇ ਨਾ ਉਹ। ਹੁਣ ਉਹਨਾਂ ਨੂੰ ਵੀ ਸਮਝ ਆ ਗਿਆ ਵੀ ਯਾਰ ਇਹ ਅਸਲ 'ਚ ਘੁੰਡੀ ਕੀ, ਤੇ ਉਹ ਘੁੰਡੀ ਹੌਲੀ ਹੌਲੀ ਖੁੱਲ੍ਹਦੀ ਮੇਰੇ ਖਿਆਲ ਨਾਲ ਜਿੱਦਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਖੁੱਲ੍ਹੀ। ਤੇ ਜਿਵੇਂ ਕਿਉਂਕਿ ਮਾਈਨਿੰਗ ਮੰਤਰੀ ਨੇ ਬੈਂਸ ਸਾਹਿਬ, ਉਹਨਾਂ ਨੇ ਜਿਹੜਾ ਅੰਕੜਾ ਦਿੱਤਾ ਵੀ ਮਹਾਰਾਜ ਕਮਾਲ ਹੋ ਗਈ ਆ ਵੀ 15-20 ਸਾਲਾਂ ਤੋਂ ਤੁਸੀਂ ਕਮਾਈ ਦੀ ਗੱਲ ਕਰੋ ਤੇ ਮੇਰਾ ਖਿਆਲ 1083 ਕਰੋੜ ਕਿਹਾ ਉਹਨਾਂ ਨੇ। ਇੰਨੇ ਕੁ ਪੈਸੇ ਕਹਿੰਦੇ ਤੁਸੀਂ ਕਮਾਏ ਤੇ ਉਹ ਵਿੱਚ ਉਹਨਾਂ ਨੇ ਕੰਪਾਊਂਡਿੰਗ ਇੰਟਰਸਟ ਲਾ ਕੇ ਹਿਸਾਬ ਕਿਤਾਬ ਵੀ 40,000 ਕਰੋੜ ਦਾ ਨੁਕਸਾਨ ਤੁਸੀਂ ਇਸ ਵਕਤ ਕਰ ਦਿੱਤਾ ਮਹਾਰਾਜ ਪੰਜਾਬ ਦਾ, ਤੇ ਅਸੀਂ ਦੱਸਾਂਗੇ ਕੌਣ ਖਾ ਗਿਆ। ਉੱਥੋਂ ਗੱਲ ਚੱਲੀ ਵੀਰ ਜੀ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬਹੁਤ ਸਾਫ਼ ਤੇ ਸਪਸ਼ਟ ਜੀ ਹੋ ਗਈ ਕਿ ਜਦੋਂ ਰੇਤਾ ਵਾਲਾ ਮਸਲਾ ਸਾਹਮਣੇ ਆਇਆ ਨਾ, ਸਾਨੂੰ ਇਹ ਨਹੀਂ ਪਤਾ ਕੌਣ ਸਹੀ ਆ ਤੇ ਕੌਣ ਗਲਤ ਆ, ਪਰ ਹੁਣ ਲੋਕਾਂ ਦੇ ਸਾਹਮਣੇ ਸਾਰੇ ਨੰਗੇ ਹੋ ਕੇ ਆ ਰਿਹਾ। ਪਹਿਲਾਂ ਤਾਂ ਸੁਖ ਸਰਕਾਰੀਆ ਸਾਹਿਬ, ਕਿਉਂਕਿ ਉਹਨਾਂ ਦੇ ਕੋਲੇ ਮਹਿਕਮਾ ਰਿਹਾ, ਪੁਰਾਣੇ ਮੰਤਰੀ ਸਾਬਕਾ ਤੇ ਅੱਜ ਕੱਲ੍ਹ ਦੇ MLA ਕਾਂਗਰਸ ਪਾਰਟੀ ਦੇ, ਉਹਨਾਂ ਨੇ ਕਿਹਾ ਕੁਲਦੀਪ ਸਿੰਘ ਧਾਲੀਵਾਲ ਜੀ ਮੌਜੂਦਾ ਮੰਤਰੀ ਸਾਹਿਬ, ਤੁਸੀਂ ਹੁਣ ਬਹੁਤ ਵੱਡੀਆਂ ਗੱਲਾਂ ਕਰਦੇ ਹੋ। ਤੁਸੀਂ ਵੀ 1.25 ਸਾਲ ਪਹਿਲਾਂ ਜਦੋਂ ਸਰਕਾਰ ਸੀ ਸਾਡੀ, ਇਸ ਜਗ੍ਹਾ ਦੇ ਉੱਤੇ ਗਏ ਸੀ, ਉੱਥੇ ਜਾ ਕੇ ਤੁਸੀਂ ਮਾਝੇ ਦੀ ਗੱਲ ਹੀ ਕਰਦੇ ਸੀ ਕਿ ਤੁਸੀਂ ਛਾਪਾ ਮਾਰਿਆ ਸੀ, ਤੁਸੀਂ ਕਿਹਾ ਇੱਥੋਂ ਨਜਾਇਜ਼ ਰੇਤ ਨਿਕਲਦੀ ਆ, ਮੁੜ ਕੇ ਤੁਸੀਂ ਚੁੱਪ ਕਰ ਗਏ, ਮੁੜ ਕੇ ਕਿਤੇ ਉੱਥੋਂ ਰੇਤਾ ਨਿਕਲਣੀ ਬੰਦ ਹੋ ਗਈ ਸੀ। ਹੁਣ ਅੱਜ ਧਾਲੀਵਾਲ ਸਾਹਿਬ ਤਾਂ ਸੋਚਦੇ ਸੀ ਯਾਰ ਕੀ ਬੋਲਣਾ, ਮੈਂ ਉਦੋਂ ਡਿਸਕਲੋਜ਼ ਤਾਂ ਕੀਤਾ ਸੀ। ਮੀਤ ਹੇਰ ਹੋਰੀ ਉੱਠੇ, ਕਹਿੰਦੇ ਜੀ ਆਹ ਚੰਗਾ ਕੀਤਾ MLA ਸਾਹਿਬ, ਆਹ ਚੰਗਾ ਕੀਤਾ ਤੁਸੀਂ ਕਹਿਤਾ ਕਿ ਉੱਥੋਂ ਰੇਤਾ ਨਜਾਇਜ਼ ਨਿਕਲਦੀ ਸੀ। ਇਹ 1.5 ਸਾਲ ਪਹਿਲਾਂ ਗਏ ਤੇ ਮੁੜ ਕੇ ਗਏ ਹੀ ਨਹੀਂ। ਪਰ ਇਹ ਤੁਸੀਂ ਤਾਂ ਮੰਤਰੀ ਯਾਰ, ਤੁਹਾਡੀ ਤਾਂ ਡਿਊਟੀ ਬਣਦੀ ਹੈ ਕਿ ਜੋ ਉੱਥੋਂ ਨਜਾਇਜ਼ ਬਾਅਦ 'ਚ ਨਿਕਲਦੀ ਰਹੀ ਤੁਸੀਂ ਬੰਦ ਕਰਾਉਂਦੇ, ਤੁਸੀਂ ਬੰਦ ਕਾਹਨੂੰ ਨਾ ਕਰਾਈ, ਤੁਹਾਡਾ ਗੁਆਂਢੀ ਹਲਕਾ। ਹੁਣ ਸੁਖ ਸਰਕਾਰੀਆ ਸਾਹਿਬ ਵੀ ਸੋਚਦੇ ਹੁਣ ਯਾਰ ਕਿੱਥੇ ਪੰਗਾ ਲੈ ਲਿਆ। ਯਾਨੀ ਤੁਸੀਂ ਦੇਖੋ ਕਿ ਦੋਨਾਂ ਧਿਰਾਂ 'ਚੋਂ ਇੱਕ ਗੱਲ ਕਲੀਅਰ ਹੋ ਗਈ ਕਿ ਧਾਲੀਵਾਲ ਸਾਹਿਬ ਨੇ ਉਦੋਂ ਕਿਹਾ ਕਿ ਨਜਾਇਜ਼ ਰੇਤਾ ਨਿਕਲਦੀ ਸੀ ਮਾਝੇ 'ਚੋਂ, ਅਜਨਾਲੇ ਦੀ ਗੱਲ ਹੀ ਆ। ਹੁਣ ਉਦੋਂ ਉਹ ਕਹਿੰਦੇ ਨਿਕਲਦੀ, ਕਲੀਅਰ ਹੋ ਗਿਆ। ਉਦੋਂ ਦੇ ਮੰਤਰੀ ਸਾਹਿਬ ਤੇ ਅੱਜ ਦੇ MLA ਸਾਹਿਬ ਕਹਿੰਦੇ ਜੀ ਨਿਕਲਦੀ ਸੀ, ਤੁਸੀਂ ਮੁੜ ਕੇ ਬੋਲੇ ਕਿਉਂ ਨਹੀਂ, ਤੁਹਾਨੂੰ ਚੰਗੀ ਕਿੱਦਾਂ ਲੱਗਣ ਲੱਗ ਪਈ। ਜਾਣੀ ਕਿ ਨਜਾਇਜ਼ ਰੇਤਾ ਨਿਕਲਦੀ ਰਹੀ। ਸਾਨੂੰ ਨਹੀਂ ਪਤਾ ਕਸੂਰਵਾਰ ਕੌਣ ਹੈ, ਪਰ ਉਦੋਂ ਸਰਕਾਰ ਦੇ ਬੰਦਿਆਂ ਨੂੰ ਵੀ ਪਤਾ ਸੀ, ਵਿਰੋਧੀ ਧਿਰ ਵਾਲਿਆਂ ਨੂੰ ਵੀ ਪਤਾ ਸੀ। ਜੇ ਉਹਨਾਂ ਨੂੰ ਪਤਾ ਸੀ ਤਾਂ ਇਹਦਾ ਮਤਲਬ ਅਫਸਰਸ਼ਾਹੀ ਨੂੰ ਵੀ ਪਤਾ ਸੀ। ਨਜਾਇਜ਼ ਰੇਤਾ ਨਹੀਂ ਰੁਕੀ, ਪਰ ਉਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ 15-20 ਮਿੰਟ ਖਰਾਬ ਹੋ ਕੇ ਲੋਕਾਂ ਦੇ ਸਿਰ ਲੱਖਾਂ ਰੁਪਈਆਂ ਦਾ ਬੋਝ ਹੋਰ ਪਾਤਾ। ਨਹੀਂ ਪਿਆ, ਪਰ ਜਿਸ ਹਿਸਾਬ ਨਾਲ ਉੱਥੇ ਚੈਲੰਜ ਹੀ ਹੋਇਆ ਕੰਮ, ਉਹ ਵੀ ਮਜ਼ੇਦਾਰ ਸੀ ਨਾ। ਹੁਣ ਬੈਂਸ ਸਾਹਿਬ ਕਹਿੰਦੇ ਯਾਰ ਕਮਾਲ ਹੋ ਗਈ ਵੀ ਤੁਸੀਂ 40,000 ਮੀਟ੍ਰਿਕ ਟਨ ਸ਼ਾਇਦ ਵੀ ਇੰਨੀ ਕੁ ਰੇਤ ਤੁਸੀਂ ਕਹਿੰਦੇ ਸੀ ਵੀ ਕੱਢਦੇ ਸੀ ਪੂਰੇ ਪੰਜਾਬ 'ਚੋਂ। ਇੰਨੀ ਕਹਿੰਦੇ ਮੈਂ ਕੱਲੀ ਪਠਾਨਕੋਟ ਵਾਲੀ ਖੱਡ 'ਚੋਂ ਕੱਢੀ ਆ ਨਾ, ਬੈਂਸ ਸਾਹਿਬ ਕਹਿੰਦੇ। ਹਾਂ, ਉਹ ਕਹਿੰਦੇ ਵੀ ਕੱਲਾ ਟਿੱਪਰ ਪੰਜਾਬ ਸਰਕਾਰ ਦੇ ਪੋਰਟਲ ਤੇ ਚੜ੍ਹਦਾ, ਤੁਸੀਂ ਆਪ ਅੰਦਾਜ਼ਾ ਲਾਓ, ਸਰਕਾਰੀ ਸਾਹਿਬ ਫੇਕ ਲੋਗੇ। ਯਾਨੀ ਮੈਂ ਇੱਥੇ ਕਲੀਅਰ ਕਰਦੇ ਹਾਂ ਕਿ ਉਹ ਪੋਰਟਲ ਤੇ ਚੜ੍ਹਦਾ ਮਤਲਬ ਕਿ ਉਹ ਰਜਿਸਟਰਡ ਹੁੰਦਾ ਆਨਲਾਈਨ, ਜਾਨੀ ਉਹ ਨਹੀਂ ਕਿ ਪੋਰਟਲ ਕੋਈ ਪੁਲ ਹੁੰਦਾ ਹੀ। ਇੰਨਾ ਕੁ ਤਾਂ ਪਤਾ ਆਪਣੇ ਵਾਲਿਆਂ ਨੂੰ। ਉਹ ਕਹਿੰਦੇ ਵੀ ਆਨਲਾਈਨ ਮਤਲਬ ਰਿਕਾਰਡ ਜਿਹੜਾ ਸਰਕਾਰ ਦਾ, ਆਪਾਂ ਨੂੰ ਥੋੜਾ ਜਿਹਾ ਹੋਰ ਖੋਲ ਕੇ ਰੱਖ ਦਿੰਦੇ ਹਾਂ ਵੀ ਜਿੰਨੀ ਰੇਤ ਪੂਰੇ ਪੰਜਾਬ 'ਚੋਂ ਨਿਕਲਦੀ ਸੀ ਓਨੀ ਰੇਤ ਉਹ ਕਹਿੰਦੇ ਵੀ ਅਸੀਂ ਹੁਣ ਇੱਕ ਖੱਡ 'ਚੋਂ ਕੱਢ ਲਈ ਨੇ। ਇਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਉਦੋਂ ਥੋੜੀ ਕੱਢਦੇ ਸੀ, ਇਹਦਾ ਮਤਲਬ ਇਹ ਵੀ ਉਦੋਂ ਕਾਗਜ਼ਾਂ ਦੇ ਵਿੱਚ ਓਨੀ ਕੀ ਲਿਖੀ ਜਾਂਦੀ ਸੀ ਉਹਨਾਂ ਦੇ ਕਹਿਣ ਦੇ ਅਨੁਸਾਰ, ਉਹਨਾਂ ਦੇ ਕਹਿਣ ਮੁਤਾਬਕ। ਤੇ ਹੁਣ ਉਹ ਕਹਿੰਦੇ ਵੀ ਅਸੀਂ ਕਾਗਜ਼ਾਂ 'ਚ ਅੰਦਾਜ਼ੇ ਦੇ ਹਿਸਾਬ ਨਾਲ ਇਦਾਂ ਕਰ ਲਿਆ ਵੀ ਜਿੰਨੀ ਤੁਸੀਂ ਪੂਰੇ ਪੰਜਾਬ ਦੀ ਲਿਖਦੇ ਸੀ ਓਨੀ ਤੇ ਅਸੀਂ ਇੱਕ ਖੱਡ ਦੀ ਲਿਖਣ ਲੱਗ ਪਏ। ਸਰਕਾਰੀ ਸਾਹਿਬ ਫੇਕ ਲੋਗੇ। ਉਹ ਕਹਿੰਦੇ ਮੇਰਾ ਇਤਰਾਜ਼ ਹੈ। ਇਹਨੇ ਜਿਹਨੂੰ ਕੋਈ ਪਾਸੋਂ ਬੋਲਣ ਲੱਗਾ ਫਿਰ ਉਦਾਂ ਉਹ ਯਾਰ ਇੱਕ ਮਿੰਟ ਚੁੱਪ ਕਰ ਜਾ ਯਾਰ, ਤੁਹਾਨੂੰ ਗੱਲ ਕਰ ਲੈਂਦੇ, ਖਲੋ ਜਾਓ ਅਜੇ, ਖਲੋ ਜਾਓ ਅਜੇ। ਉਹ ਕਹਿੰਦੇ ਯਾਰ ਜੇ ਮੰਨ ਲਓ ਤੁਸੀਂ ਰੇਤ ਕੱਢਦੇ ਹੋ, ਮੰਨ ਲਈ ਤੁਹਾਡੀ ਗੱਲ ਵੀ ਰੇਤ ਨਿਕਲਦੀ, ਤੇ ਵੀ ਆਮਦਨ ਕਿਉਂ ਨਹੀਂ ਵਧੀ? ਇਹ ਵੀ ਸਵਾਲ ਹੈ। ਨਹੀਂ ਤੁਸੀਂ ਇਹ ਦੇਖੋ ਕਿ ਸਾਬਕਾ ਮੰਤਰੀ ਜਦੋਂ ਮੌਜੂਦਾ ਮੰਤਰੀ ਨੂੰ ਸਵਾਲ ਕਰਦੇ ਆ, ਗੱਲ ਤਾਂ ਬਣਦੀ ਹੈ। ਹੁਣ ਤੁਸੀਂ ਦੇਖੋ ਬੈਂਸ ਸਾਹਿਬ ਨੇ ਕੀ ਕਿਹਾ, ਉਹ ਕਹਿੰਦੇ ਜੀ ਪਿਛਲੇ 20 ਸਾਲਾਂ ਦੇ ਵਿੱਚ 40,000 ਕਰੋੜ ਰੁਪਈਆ ਖਾ ਗਿਆ ਰੇਤ ਚੋਂ। ਡਕਾਰ ਨਹੀਂ ਮਾਰਿਆ। ਪਿਛਲੇ 5 ਸਾਲਾਂ ਦੇ ਵਿੱਚ 7,000 ਕਰੋੜ ਰੁਪਈਆ ਕਹਿੰਦੇ ਜੀ ਖੁਰਦ-ਬੁਰਦ ਕਰ ਦਿੱਤਾ ਰੇਤਾ ਚੋਂ। ਜਾਣੀ ਉਹਨਾਂ ਨੇ ਅੰਕੜੇ ਕੱਢ ਕੇ ਦੱਸੇ। ਉਹ ਅੰਕੜੇ ਵਿਰੋਧੀ ਧਿਰ ਨੂੰ ਪਸੰਦ ਆਉਂਦੇ ਆ ਕਿ ਨਹੀਂ ਆਉਂਦੇ,
ਪਰ ਉਹਦੇ ਵਿੱਚੋਂ ਸਭ ਤੋਂ ਸਿਆਣੀ ਗੱਲ ਕੀ ਹੈ, ਵਿਰੋਧੀ ਧਿਰ ਦੀ ਵੀ ਤੇ ਸੱਤਾਧਾਰੀ ਧਿਰ ਦੀ, ਕਿ ਹੁਣ ਰਿਕਾਰਡ ਹੋ ਰਿਹਾ। ਇਹ ਕੋਈ ਪ੍ਰੈਸ ਕਾਨਫਰੰਸ ਨਹੀਂ ਹੈ। ਜੇ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਸਮਝਣ, ਯਾਰ ਕੋਈ ਪਹਿਲੀ ਵਾਰੀ ਗੱਲ ਥੋੜੀ ਕੀਤੀ ਹੈ। ਇਹ ਤਾਂ ਹਰ ਰੈਲੀ ਦੇ ਵਿੱਚ, ਹਰ ਰੋਡ ਸ਼ੋਅ 'ਚ, ਹਰ ਪ੍ਰੈਸ ਕਾਨਫਰੰਸ 'ਚ ਗੱਲ ਹੁੰਦੀ ਹੈ। ਉਹ ਗੱਲਾਂ ਨੂੰ ਤਾਂ ਕੋਈ ਇਹ ਵੀ ਕਹਿ ਸਕਦੇ ਜੀ ਤੋੜ ਮਰੋੜ ਕੇ ਪੇਸ਼ ਕੀਤੀ ਜੀ। ਉਦੋਂ ਮੇਰੇ ਤੋਂ ਐਵੇਂ ਹੀ ਕਹੇ ਹੋਗੀ ਜੀ। ਇਹ ਵਿਧਾਨ ਸਭਾ ਦੇ ਵਿੱਚ ਹੈ ਤੇ ਉੱਥੇ ਜੇ ਕੋਈ ਉੱਚੀ ਸਾਹ ਵੀ ਲੈਂਦਾ ਤੇ ਉਹ ਦਰਜ ਹੁੰਦਾ ਬਕਾਇਦਾ ਰਜਿਸਟਰ ਦੇ ਉੱਤੇ ਕਿ ਐਸ ਐਮਐਲਏ ਨੇ ਐਸ ਮਿੰਟ ਤੇ ਐਸ ਥਾਂ ਦੇ ਉੱਤੇ ਐਸ ਦਿਨ ਆਹ ਗੱਲ ਕਰਦਿਆਂ ਆਹ ਕੁਝ ਆਖ ਦਿੱਤਾ। ਉਹਦੇ ਤੋਂ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ ਜਦੋਂ ਤੱਕ ਸਪੀਕਰ ਉਹ ਸ਼ਬਦ ਕਾਰਵਾਈ ਦੇ ਵਿੱਚੋਂ ਕਢਵਾ ਨਹੀਂ ਦਿੰਦੇ। ਇਹ ਸਾਰਾ ਕੁਝ ਔਨ ਰਿਕਾਰਡ ਹੈ, ਚਾਹੇ ਅਜਨਾਲੇ ਵਾਲੀ ਰੇਤਾ, ਚਾਹੇ 40,000 ਕਰੋੜ ਦਾ ਘਾਟਾ, ਚਾਹੇ 5 ਸਾਲਾਂ 'ਚ 7,000 ਕਰੋੜ ਦਾ ਗਬਨ। ਉਹ ਸਾਰੀਆਂ ਚੀਜ਼ਾਂ, ਇਲਜ਼ਾਮ ਛੋਟਾ ਨਹੀਂ। ਮੈਂ ਕਹਿੰਦਾ ਕਿ ਦੂਜੇ ਪਾਸੇ ਜੇ ਸੁਖ ਸਰਕਾਰੀਆ ਸਾਹਿਬ ਕਹਿੰਦੇ ਆ ਕਿ ਤੁਸੀਂ ਇੰਨੇ ਹਜ਼ਾਰ ਕਰੋੜ ਦੀ ਕਹਿੰਦੇ ਸੀ ਅਸੀਂ ਰੇਤਾ ਵੇਚਣੀ ਆ, ਦਿਖਾਓ ਕਿੱਥੇ। ਜੇ ਅੱਜ ਹਰਜੋਤ ਸਿੰਘ ਬੈਂਸ ਹੋਰਾਂ ਦੇ ਕੋਲੇ ਉਹ ਰੁਪਈਏ ਦਾ ਕੋਈ ਅੰਕੜਾ ਨਹੀਂ, ਬਹੁਤ ਚੰਗੀ ਗੱਲ ਹੋਵੇ, ਸਾਰੇ ਮੰਨਣਗੇ। ਜੇ ਜਿੰਨੀ ਵੀ ਰੇਤਾ ਨਿਕਲਦੀ ਆ ਸਰਕਾਰ ਦੇ ਰਿਕਾਰਡ 'ਚ ਹੋਵੇ, ਸਰਕਾਰ ਦੇ ਟਿੱਪਰਾਂ 'ਚ ਹੋਵੇ, ਸਰਕਾਰ ਨੂੰ ਉਹਦੇ ਰੁਪਈਏ ਜਾਣ, ਤੇ ਜੇ ਉਹ ਕੰਮ ਉਹ ਕਰਨ 'ਚ ਸਰਕਾਰ ਕਾਮਯਾਬ ਹੋ ਗਈ, ਵਧੀਆ। ਜੇ ਪੈਸੇ ਹੀ ਨਾ ਵਧੇ, ਅੰਕੜਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਜੇ ਰੇਤਾ ਮਹਿੰਗੀ ਹੋਈ ਰਹੀ, ਸਸਤੀ ਨਾ ਹੋਈ, ਪੰਜਾਬ ਦੇ ਲੋਕਾਂ ਨੂੰ ਫਾਇਦਾ ਕੋਈ ਨਹੀਂ। ਇਸ ਕਰਕੇ ਸਾਰਾ ਕੁਝ ਔਨ ਰਿਕਾਰਡ ਹੋ ਗਿਆ। ਭਵਿੱਖ 'ਚ ਇੱਕ ਆਰ ਤੇ ਇੱਕ ਟੀ ਤੇ ਇੱਕ ਆਈ, ਯਾਨੀ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਕੋਈ ਵੀ ਬੰਦਾ ਕਢਾ ਲਿਆ ਕਰੂਗਾ ਕਿ ਭਾਈ ਅਗਲੇ ਸਾਲ ਤੁਸੀਂ ਇੰਨਾ ਕੰਕੜਾ ਦਿੱਤਾ, ਪਿਛਲੇਰੀ ਵਿਧਾਨ ਸਭਾ 'ਚ ਤਾਂ ਬੋਲੇ ਸੀ। ਬਿਲਕੁਲ ਸਹੀ। ਇਹ ਦੇਖੋ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਔਨ ਰਿਕਾਰਡ ਦਰਜ ਹੋ ਗਿਆ ਕੰਮ, ਇਹਦੇ 'ਚ ਮੈਨੂੰ ਲੱਗਦਾ ਹੈ ਵੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਮਾਈਨਿੰਗ ਮੰਤਰੀ, ਉਹਨਾਂ ਦੇ ਕੋਲ ਇੱਕ ਮੌਕਾ ਆ ਗਿਆ। ਉਹ ਕਾਂਗਰਸ ਨੂੰ ਐਸੀ ਠਿੱਬੀ ਲਾ ਸਕਦੇ ਆ ਵੀ ਕਾਂਗਰਸ ਨੂੰ ਮਤਲਬ ਇਹ ਜਾਪੂਗਾ ਵੀ ਯਾਰ ਉਹ ਆਹ ਕੰਮ ਹੋ ਕੀ ਗਿਆ। ਕਿਉਂਕਿ ਜਦੋਂ ਇਹ ਸਾਰਾ ਕੁਝ ਚੱਲਦਾ ਸੀ ਨਾ, ਉਦੋਂ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਐਮਐਲਏ ਵੀ ਨੇ, ਉਹਨਾਂ ਨੇ ਉਹ ਕਹਿੰਦੇ ਵੀ ਮੇਰਾ ਚੈਲੰਜ ਆ ਮਿੱਤਰੋ। ਉਹ ਕਹਿੰਦੇ ਕੇਜਰੀਵਾਲ ਸਾਹਿਬ ਕਹਿ ਕੇ ਗਏ ਸੀ 20,000 ਕਰੋੜ ਰੁਪਏ ਰੇਤਾ 'ਚੋਂ ਕਮਾਉਣਾ, ਤੁਸੀਂ ਕਹਿੰਦੇ ਮੈਨੂੰ 20,000 ਕਰੋੜ ਕਮਾ ਕੇ ਦਿਖਾਓ। 20,000 ਕਰੋੜ ਰੁਪਈਆ ਰੇਤ 'ਚੋਂ ਕਮਾ ਕੇ ਵਿਖਾ ਦਿਓ। ਕਹਿੰਦੇ ਮੈਂ ਵਿਧਾਨ ਸਭਾ 'ਚ ਨਹੀਂ ਵੜਦਾ ਸਾਰੀ ਉਮਰ। ਹਾਂ, ਵੱਡਾ ਚੈਲੰਜ ਹੈ। ਮੈਂ ਉਹੀ ਕਹਿੰਦਾ ਵੀ ਜੇ ਉਹ ਕਹਿੰਦੇ ਆ ਵੀ ਮਤਲਬ ਤੁਸੀਂ ਇੰਨੇ ਪੈਸੇ ਕਮਾ ਕੇ ਦਿਖਾ ਦਿਓ ਤੇ ਮੈਂ ਵਿਧਾਨ ਸਭਾ 'ਚ ਨਹੀਂ ਵੜਦਾ, ਇਹਦੇ ਤੋਂ ਵਧੀਆ ਕੀ ਹੋ ਸਕਦਾ। ਨਾਲੇ ਤੇ ਪੰਜਾਬ ਦਾ ਖਜ਼ਾਨਾ ਭਰ ਗਿਆ ਤੇ ਨਾਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਪ੍ਰਧਾਨ ਨੂੰ ਬਿਲਕੁਲ ਹੀ ਖੋਡੇ ਲਾਈਨ ਲਾ ਦੂ। ਹੋਰ ਕੀ ਚਾਹੀਦਾ। ਮੈਂ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਭਾਵੇਂ ਚਮਚਿਆਂ ਨਾਲ ਰੇਤਾ ਕੱਢਣੀ ਪਵੇ ਸਰਕਾਰੀ ਖੱਡ 'ਚੋਂ, ਜਿੱਦਾਂ ਹਰਿਆਣੇ ਵਾਲੇ ਕਰੀ ਨਹਿਰ ਕੱਢਣ ਆਉਣ ਲੱਗੇ ਚਟਾਲੇ, ਉਹਦੇ ਨਵਾਂ ਤੇ ਵੀ ਆ ਗਏ ਭਾਈ। ਇੱਕ ਵਾਰੀ 20,000 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਨੂੰ ਫਾਇਦਾ, ਤੁਹਾਡੇ ਖਜ਼ਾਨੇ 'ਚ 4 ਪੈਸੇ। ਉਧਰੋਂ ਬੰਦਾ ਇੱਕ ਵਿਧਾਨ ਸਭਾ ਦੇ ਵਿੱਚੋਂ ਗਿਆ। ਪਰ ਜੇ ਰਾਜਾ ਵੜਿੰਗ ਸਾਹਿਬ ਵਿਧਾਨ ਸਭਾ 'ਚ ਆਈ ਜਾਂਦੇ, ਇਹਦਾ ਮਤਲਬ ਕਿ ਗਰੰਟੀ ਕਿਸੇ ਹੋਰ ਤਰੀਕੇ ਦੀ ਸੀ। ਸੰਧਾਲੀਆ ਸਾਹਿਬ ਕਮਾਲ ਦੀ ਗੱਲ, ਇੱਥੇ ਰਾਜਾ ਵੜਿੰਗ ਸਾਹਿਬ ਨੇ ਇੱਕ ਗੱਲ ਹੋਰ ਕਹਿਤੀ। ਪੰਜਾਬ ਦੀ ਵਿਧਾਨ ਸਭਾ ਚੱਲਦੀ ਕਾਰਵਾਈ ਦੇ ਵਿੱਚ ਗੱਲ ਸੀ ਕਿ ਦੇਖੋ ਜੀ 80 ਸਾਲ ਦੇ ਬਜ਼ੁਰਗ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹ ਕਹਿੰਦੇ ਜਿੱਤੇ ਆਮ ਆਦਮੀ ਪਾਰਟੀ ਹਾਰ ਗਈ। 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਗਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਮ ਆਦਮੀ ਪਾਰਟੀ ਬੁਰੇ ਤਰੀਕੇ ਹਾਰੀ ਹੈ। ਸੱਤਾਧਾਰੀ ਧਿਰ ਸੀ, 92 ਐਮਐਲਏ ਸੀ, ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਸੀ। ਉਹਦੇ ਤੋਂ ਕੋਈ ਬੰਦਾ ਇਨਕਾਰੀ ਨਹੀਂ ਹੋ ਸਕਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਠੋਕ ਕੇ ਠਿੱਬੀ ਲਾਈ। ਉਹਨਾਂ ਨੇ ਤਾਂ ਕਹਿਤਾ ਰਾਜਾ ਵੜਿੰਗ ਹੋਰਾਂ ਨੇ ਕਿ ਭਾਈ ਤੁਹਾਡੀਆਂ ਨੀਤੀਆਂ ਗਲਤ ਨੇ, ਤੁਸੀਂ ਹਾਰ ਗਏ। ਮੀਤ ਹੇਰ ਸਾਹਿਬ ਕਹਿੰਦੇ ਇੱਕ ਮਿੰਟ ਕਹਿੰਦੇ ਬਿਲਕੁਲ ਠੀਕ ਗੱਲ ਹੈ ਕਿ ਅਸੀਂ ਉੱਥੇ ਇਲੈਕਸ਼ਨ ਹਾਰ ਗਏ ਹਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਨੇ। ਉਹ ਕਹਿੰਦੇ ਅਸੀਂ ਇਲੈਕਸ਼ਨ ਹਾਰੇ ਆ, ਤੁਹਾਡਾ ਲੋਕਾਂ ਨੇ ਜਲੂਸ ਕੱਢ ਦਿੱਤਾ ਵੀ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਤੇ ਰਾਜਾ ਵੜਿੰਗ ਸਾਹਿਬ ਕਹਿੰਦੇ ਮੈਂ ਮੰਤਰੀ ਸਾਹਿਬ ਇਸ ਤਰੀਕੇ ਦੇ ਨਾਲ ਨਹੀਂ ਸੀ ਕਿਹਾ, ਮੈਂ ਇਦਾਂ ਨਹੀਂ ਸੀ ਕਿਹਾ। ਪਰ ਤੁਸੀਂ ਦੇਖੋ ਨਾ ਕਿ ਇੱਕ ਵਾਰੀ ਇੱਕ ਕਲਾਸ ਦੇ ਵਿੱਚ ਨਾ ਪੇਪਰ ਵੰਡੇ, ਜਾਣੀ ਸਰਕਾਰੀ ਸਕੂਲਾਂ 'ਚ ਇਦਾਂ ਹੁੰਦਾ, ਮੈਨੂੰ ਨਹੀਂ ਪਤਾ ਪ੍ਰਾਈਵੇਟ 'ਚ ਕਿੱਦਾਂ ਹੁੰਦਾ, ਕਿ ਉਹ ਪੇਪਰ ਜਦੋਂ ਤੁਸੀਂ ਦੇਣੇ ਉਹ ਫਿਰ ਚੈੱਕ ਕਰਕੇ ਬੰਡਲ ਅਧਿਆਪਕ ਸਾਹਿਬ ਦੇ ਕੋਲ ਦਾ ਕੱਛ 'ਚ ਹੁੰਦਾ। ਉਦੋਂ ਅੱਧੇ ਤਾਂ ਮੇਰੇ ਵਰਗੇ ਡਰਦੇ ਹੁੰਦੇ ਯਾਰ ਜੇ ਫੇਲ ਹੋ ਗਿਆ ਕੋਟ ਬੜੀ ਪੈਣੀ ਜੇ। ਉਹ ਪੇਪਰ ਸਾਰਿਆਂ ਨੂੰ ਵੰਡਦੇ ਆ ਰੋਲ ਨੰਬਰ ਦੇ ਇੰਨੇ। 2 ਨਿਆਣੇ ਮੇਰੇ ਵਰਗੇ ਪਿਛਲੇ ਬੈਂਚ ਤੇ ਬੈਠੇ ਨੇ, ਇਹ ਹੱਸੀ ਜਾਣ। ਉਹ ਮਾਸਟਰ ਜੀ ਕਹਿੰਦੇ ਕੀ ਗੱਲ ਹੋਈ? ਕਹਿੰਦੇ ਜੀ ਇਹ ਮੈਨੂੰ ਛੇੜਦਾ, ਇਹਦੇ ਨੰਬਰ ਵੱਧ ਹੈਗਾ। ਕਹਿੰਦੇ ਕਿੰਨੇ? ਤੇਰੇ ਕਿੰਨੇ ਆ? ਮੇਰੇ 2 ਜੀ। ਇਹਦੇ ਕਿੰਨੇ? ਕਹਿੰਦਾ 3 ਜੀ। 100 ਚੋਂ ਇੱਕ ਹੀ ਨੰਬਰ ਵੱਧ ਸੀ, ਫੇਲ ਦੋਨੇ ਹੀ ਸੀ। ਹੁਣ ਤੁਸੀਂ ਦੇਖੋ ਰਾਜਾ ਵੜਿੰਗ ਸਾਹਿਬ ਨੂੰ ਕਹਿੰਦੇ ਤੁਸੀਂ ਹਾਰ ਗਏ, ਉਹ ਕਹਿੰਦੇ ਜੀ ਤੁਹਾਡਾ ਜਲੂਸ ਕੱਢ ਦਿੱਤਾ। ਜਿੱਤ ਸਰਦਾਰ ਸਿਮਰਨਜੀਤ ਸਿੰਘ ਮਾਨ ਗਏ ਆ ਅਰੇ ਦੋਨੇ। ਪਰ ਚਲੋ ਇੰਨਾ ਹੈਗਾ ਵੀ ਆਪਸ ਦੇ ਵਿੱਚ ਇਸ ਵਕਤ ਖਹਿਬਾਜ਼ੀ ਪੂਰੀ ਹੈ। ਜਿਹੜੀ ਇਹ ਕਾਰਵਾਈ ਲਾਈਵ ਚੱਲਦੀ ਹੈ, ਜੇ ਵਾਹਵਾ ਦਿਨ ਚੱਲੀ, ਮੈਂ 30 ਤਰੀਕ ਤੱਕ ਅਜੇ ਹੈਗਾ ਸੈਸ਼ਨ। ਸੋ 30 ਤਰੀਕ ਤੱਕ ਅਜੇ ਹਰੇਕ ਨੂੰ ਮੌਕਾ ਮਿਲਣਾ, ਹਰੇਕ ਨੂੰ ਇਹ ਆਪਣਾ ਆਪ ਉੱਥੇ ਵਿਖਾਉਣ ਦਾ ਟਾਈਮ ਮਿਲਣਾ ਵੀ ਕਿਹਦੇ ਕੋਲੇ ਕਿਹੜਾ ਪੁਆਇੰਟ ਆ, ਕਿਹੜਾ ਵੈਲਿਡ ਪੁਆਇੰਟ ਆ, ਕਿਹੜਾ ਵੈਲਿਡ ਪੁਆਇੰਟ ਨਹੀਂ ਹੈ। ਹੁਣ ਗੱਲ ਇਹ ਆ ਵੀ ਬੈਂਸ ਸਾਹਿਬ ਕੋਲੇ ਇੱਕ ਤੇ ਮਾਈਨਿੰਗ ਮਹਿਕਮਾ ਹੋ ਗਿਆ, ਇੱਕ ਉਹਨਾਂ ਕੋਲੇ ਜੇਲ੍ਹ ਮਹਿਕਮਾ।
ਜੇਲ੍ਹ ਮਹਿਕਮੇ ਨਾਲ ਰਿਲੇਟਡ ਵੀ ਇੱਕ ਉਹਨਾਂ ਨੇ ਗੱਲ ਕਰ ਦਿੱਤੀ। ਉਹ ਕਹਿੰਦੇ ਦੇਖੋ ਮੁਖਤਾਰ ਅੰਸਾਰੀ, ਉਹ ਕਹਿੰਦੇ ਬੰਦਾ ਤੇ ਉਹ ਬਾਹੂਬਲੀ ਯੂਪੀ ਦਾ, ਤੁਸੀਂ ਕਹਿੰਦੇ ਕਿ ਕੋਈ ਫਰਜ਼ੀ ਜੀ FIR, ਕਿਉਂਕਿ ਕਾਂਗਰਸ ਦੀ ਸਰਕਾਰ ਸੀ ਇਸ ਕਰਕੇ ਦੋਸ਼ ਲਾਇਆ, ਉਹ ਕਹਿੰਦੇ ਫਰਜ਼ੀ ਜੀ FIR ਕਰਕੇ ਤੇ ਬੰਦਾ ਇੱਥੇ ਲੈ ਆਂਦਾ, ਰੋਪੜ ਵਾਲੀ ਜੇਲ੍ਹ 'ਚ ਰੱਖ ਲਿਆ, ਤੇ ਜਿਹੜੀ ਬੈਰਕ 'ਚ 25 ਬੰਦੇ ਰਹਿੰਦੇ ਉੱਥੇ ਤੁਸੀਂ ਉਹਨੂੰ ਦਿੱਤੀਆਂ VIP ਸਹੂਲਤਾਂ। ਫਿਰ ਕਹਿੰਦੇ ਵੀ ਜਿਹੜੀ ਉੱਥੇ ਉਹ ਬੰਦਾ ਜਾਂਦਾ ਸੀ ਆਪਣੀ ਤਰੀਕ ਤੇ 11 ਲੱਖ ਦਾ ਤੁਸੀਂ ਵਕੀਲ ਕੀਤਾ, 55 ਲੱਖ ਦਾ ਬਿੱਲ ਬਣਿਆ ਜਿਹੜਾ ਉਹ ਤੁਸੀਂ ਸਾਨੂੰ ਫੜਾਤਾ, ਉਹ ਅਸੀਂ ਕਾਹਦੇ ਦਈਏ ਬਈ। ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਦਾ ਬਜਟ ਸੈਸ਼ਨ ਚੱਲਦਾ, ਇਹ ਸਭ ਤੋਂ ਇੰਪੋਰਟੈਂਟ ਮੁੱਦਾ, ਜਾਣੀ ਇਹਦੇ ਤੋਂ ਉੱਪਰ ਦਾ ਮੁੱਦਾ ਕੋਈ ਨਹੀਂ। ਕੋਈ ਬੰਦਾ ਆਖੇ ਯਾਰ ਕਿੱਡੀ ਗੱਲ ਆ, ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਦੇ, ਜੇਲ੍ਹਾਂ 'ਚੋਂ ਆਹ ਹੁੰਦਾ, ਵੀ ਇਹ ਕੋਈ ਨਵੀਂ ਗੱਲ ਆ ਨਾ। ਮੈਂ ਫਿਰ ਕਹਿੰਦਾ ਕਿ ਔਨ ਰਿਕਾਰਡ ਪੰਜਾਬ ਵਿਧਾਨ ਸਭਾ ਦੀ ਕਾਰਵਾਈ 'ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੋਂ ਵੀ ਕੈਬਨਿਟ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਜਾਣਾ, ਇਹਨੂੰ ਤਾਂ ਪੰਜਾਬ ਦੇ ਇਕੱਲੇ ਲੋਕ ਤਰੀਕ ਤੇ ਸਮਾਂ ਲਿਖ ਕੇ ਰੱਖ ਲੈਣ। ਜੇ ਵੀਡੀਓ ਤੁਹਾਨੂੰ ਸੇਵ ਹੁੰਦੀ ਆ ਤਾਂ ਉਹ ਕਰਕੇ ਰੱਖ ਲਓ। ਉਹਦਾ ਕਾਰਨ ਕੀ ਹੈ? ਜੇ ਮੰਤਰੀ ਹਰਜੋਤ ਸਿੰਘ ਬੈਂਸ, ਜਿਨ੍ਹਾਂ ਦੇ ਕੋਲ ਜੇਲ੍ਹਾਂ ਦਾ ਮਹਿਕਮਾ, ਜੇ ਉਹਨਾਂ ਦਾ ਦਾਅਵਾ ਪੁਖਤਾ ਹੈ, ਉਹਨਾਂ ਨੇ ਕਿਹਾ ਮੈਂ ਜਾਂਚ ਦੇ ਹੁਕਮ ਦੇ ਦਿੱਤੇ, ਜੇ ਉਹਨਾਂ ਦੇ ਦਾਅਵੇ ਦੇ ਜਾਂਚ ਤੇ ਚ ਸਬੂਤ ਨਿਕਲੇ ਆਉਂਦੇ ਆ, ਸੰਧਾਲੀਆ ਸਾਹਿਬ ਕਾਂਗਰਸ ਪਾਰਟੀ ਹਿੱਲ ਜੂ ਪੂਰੀ ਤਰ੍ਹਾਂ। ਜੇ ਸਬੂਤ ਨਹੀਂ ਨਿਕਲਦੇ ਤਾਂ ਮੰਤਰੀ ਸਾਹਿਬ ਦੇ ਲਈ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਜਾਊਗਾ ਕਿ ਭਾਈ ਮੈਂ ਕੁਰਸੀ ਤੇ ਬੈਠੇ ਰਹਿਣਾ ਕਿ ਨਹੀਂ। ਹੁਣ ਪਹਿਲੀ ਗੱਲ ਹੈ ਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਮੁਖਤਾਰ ਅੰਸਾਰੀ ਦਾ ਨਾਂ ਪਤਾ ਹੋਵੇ। ਤੁਸੀਂ ਦੱਸਿਆ ਕਿ ਯੂਪੀ ਦਾ ਬਾਹੂਬਲੀ ਹੈ, ਕਿ ਜਾਣੀ ਉਹ ਬੰਦਾ ਜਿਹਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਕੇਸ ਚੱਲਦੇ ਆ, ਸੰਗੀਨ ਤੋਂ ਸੰਗੀਨ ਅਪਰਾਧ ਦੇ ਕੇਸ ਚੱਲਦੇ ਆ, ਉਹਨੂੰ ਪੰਜਾਬ ਦੀ ਪੁਲਿਸ ਪਿਛਲੀ ਸਰਕਾਰ ਦੇ ਵੇਲੇ ਲਾ ਲਓ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਲੈ ਕੇ ਆਈ, ਤੇ ਤਾਂ ਲੈ ਕੇ ਆਉਂਦੇ ਆ ਜੇ ਪੰਜਾਬ 'ਚ ਉਹਦੇ ਤੇ ਕੇਸ ਹੋਵੇ। ਹੁਣ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦਾ ਕੀ ਕਹਿਣਾ? ਉਹ ਕਹਿੰਦੇ ਜੀ ਇੱਕ ਜਾਲੀ ਜੀ ਫਰਜ਼ੀ FIR ਦਰਜ ਕੀਤੀ, ਉਦਾਂ ਹੀ ਕੇਸ ਦਰਜ ਕੀਤਾ, 10 ਲੱਖ ਰੁਪਈਆ ਮੰਗਿਆ ਕਿਸੇ ਤੋਂ, ਉਹਦੇ ਵਿੱਚ ਕਹਿੰਦੇ ਜੀ ਪੰਜਾਬ ਲੈ ਕੇ ਆਏ, ਤੇ ਪਿੱਛੇ ਮਨਸ਼ਾ ਇਹ ਸੀ ਸਰਕਾਰ ਦੀ ਕਿ ਇਸ ਬੰਦੇ ਨੂੰ ਜੇ ਪੰਜਾਬ ਦੀ ਜੇਲ੍ਹ 'ਚ ਰੱਖਾਂਗੇ ਆਪਣਾ ਬੰਦਾ VIP ਸਹੂਲਤਾਂ ਦੇਣੀਆਂ। ਇਹ ਚਰਚਾ ਸਰਕਾਰ ਦੇ ਹੁੰਦਿਆਂ ਵੀ ਇੱਕ ਵਾਰੀ ਚੱਲੀ ਸੀ। ਹੁਣ ਉਹ ਕਹਿੰਦੇ ਜੀ VIP ਸਹੂਲਤਾਂ ਦੇਣੀਆਂ। ਆਮ ਤੌਰ ਦੇ ਉੱਤੇ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਭੀੜ ਨਾਲ ਭਰੀਆਂ, ਸਮਰੱਥਾ ਤੋਂ ਵੱਧ ਕੈਦੀ ਤੇ ਹਵਾਲਾਤੀ ਹੁੰਦੇ ਆ। ਦੂਸਰਾ ਦੋਸ਼ ਉਹਨਾਂ ਨੇ ਲਾਇਆ ਕਿ VIP ਸਹੂਲਤਾਂ ਦੇ ਨਾਂ ਤੇ ਮੁਖਤਾਰ ਅੰਸਾਰੀ ਨੂੰ ਪਿਛਲੀ ਸਰਕਾਰ ਨੇ ਸ਼ਹਿ ਦਿੱਤੀ, ਤੇ ਸ਼ਹਿ ਦੇ ਕੇ ਕੀਤਾ ਕਿ ਕੋਸ ਬੈਰਕ ਦੇ ਵਿੱਚ ਰੱਖਿਆ ਜਿੱਥੇ ਬੰਦੇ 25 ਹੋਣੇ ਸੀ, ਪਰ ਉਹਨੂੰ ਇਕੱਲੇ ਨੂੰ ਰੱਖਿਆ। ਤੇ ਤੀਸਰਾ ਦੋਸ਼ ਜਿਹੜਾ ਬਹੁਤ ਵੱਡਾ, ਕਿ ਉਹਦੀ ਘਰ ਵਾਲੀ ਜੇਲ੍ਹ ਦੇ ਵਿੱਚ ਉਹਦੇ ਨਾਲ ਰਹਿੰਦੀ ਸੀ, ਜਿਹਦੇ ਉੱਤੇ ਕੋਈ ਦੋਸ਼ ਹੀ ਨਹੀਂ, ਰਹਿ ਨਹੀਂ ਸਕਦੇ ਪਤੀ ਪਤਨੀ ਇਕੱਠੇ ਜੇਲ੍ਹ ਦੇ ਵਿੱਚ, ਪਰ ਇਹ ਦੋਸ਼ ਲੱਗਾ। ਤੇ ਇਹ ਨਹੀਂ ਕਿ ਬਹੁਤ ਪੁਰਾਣਾ, ਸਾਲ ਇੱਕ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਵੀ ਕਿਹਾ ਕਿ 2 ਸਾਲ ਤੇ 3 ਮਹੀਨੇ, ਜਾਣੀ ਕਿ 27 ਮਹੀਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਿਆ। ਜੇ ਕਹਿੰਦੇ ਉਹਦੀ ਧਰਮ ਪਤਨੀ ਉਹਦੇ ਨਾਲ ਰੱਖੀ, ਉਹਨਾਂ ਨੇ VIP ਸਹੂਲਤਾਂ ਦਿੱਤੀਆਂ, ਉਹਨੇ ਕਿੰਨਾ ਟੈਲੀਫੋਨ ਵਰਤਿਆ ਹੋਊਗਾ, ਕਿੰਨਾ ਗੈਂਗ ਦਾ ਕੰਮ ਕੀਤਾ ਹੋਊਗਾ, ਕਿੰਨੇ ਲੋਕਾਂ ਤੋਂ ਫਰੌਤੀਆਂ ਲਈਆਂ ਹੋਣਗੀਆਂ। ਤੇ ਬਾਅਦ ਵਿੱਚ ਉਹ ਕਹਿੰਦੇ ਜੀ ਦਰਜਨਾਂ ਵਾਰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਉਹਦਾ ਹਾਸਲ ਕੀਤਾ, ਕਦੇ ਵੀ ਪੰਜਾਬ ਪੁਲਿਸ ਨੇ ਉਹ ਯੂਪੀ ਜਾਣ ਹੀ ਨਹੀਂ ਦਿੱਤਾ, ਕਿਉਂਕਿ ਸਰਕਾਰ ਵੇਲੇ ਦੀ ਚਾਹੁੰਦੀ ਸੀ ਕਿ ਭਾਈ ਉਹ ਇੱਥੇ ਰਵੇ ਤੇ VIP ਸਹੂਲਤਾਂ ਮਾਣੇ। ਯੂਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਗਈ। ਇਹ ਮੰਤਰੀ ਸਾਹਿਬ ਦਾ ਦੋਸ਼ ਹੈ ਕਿ ਮੁਖਤਾਰ ਅੰਸਾਰੀ ਨੂੰ ਬਚਾਉਣ ਦੇ ਲਈ ਕਿ ਇਹਨੂੰ ਪੰਜਾਬ 'ਚ ਹੀ ਰੱਖਣਾ, ਰੋਪੜ ਦੀ ਜੇਲ੍ਹ 'ਚ VIP ਸਹੂਲਤਾਂ ਦੇਣੀਆਂ। ਉਹ ਕਹਿੰਦੇ ਜੀ 11 ਲੱਖ ਰੁਪਈਆ ਇੱਕ ਪੇਸ਼ੀ ਦਾ ਇੱਕ ਵਕੀਲ ਲੈਂਦਾ ਸੀ, ਤੇ ਜੇ ਮੰਨ ਲਓ ਕਿ ਤਰੀਕ ਪੈ ਗਈ, ਪਰ ਤਰੀਕ ਉਦਾਂ ਹੀ ਅੱਗੇ ਪਾਤੀ, ਉਹਨੂੰ ਬਹਿਸ ਕਰਨ ਦਾ ਮੌਕਾ ਨਹੀਂ ਮਿਲਿਆ, 5.5 ਲੱਖ ਰੁਪਈਆ ਉਹ ਵਕੀਲ ਫਿਰ ਵੀ ਲੈਂਦਾ ਸੀ। ਉਹ ਕਹਿੰਦੇ ਜੀ ਆ 55-60 ਲੱਖ ਰੁਪਏ ਦਾ ਬਿੱਲ ਆਇਆ ਪਿਆ ਔਨ ਰਿਕਾਰਡ, ਉਹ ਪੰਜਾਬ ਕਿਉਂ ਦੇਵੇ? ਹੁਣ ਜੇ ਪੰਜਾਬ ਦੀ ਕਿਸੇ ਜੇਲ੍ਹ 'ਚ, ਮੈਂ ਕਹਿੰਦਾ ਕਿ ਜੇ ਮੰਤਰੀ ਸਾਹਿਬ ਦਾ ਦਾਵਾ 9 ਤੇ ਪਾਉਣ ਜੋਗਾ ਵੀ ਸੱਚ ਹੈ, ਜੇ ਇੱਕ ਔਰਤ ਨੂੰ ਚਾਹੇ ਉਹਦੀ ਧਰਮ ਪਤਨੀ ਹੈ 2 ਨੰਬਰ ਦੇ ਵਿੱਚ ਉਹਦੇ ਨਾਲ ਰੱਖਿਆ ਗਿਆ, ਜੇ 25 ਜਣੇ ਦੀ ਬੈਰਕ ਦੇ ਵਿੱਚ ਉਹਨੂੰ ਇਕੱਲੇ ਨੂੰ ਰੱਖਿਆ ਗਿਆ, ਜੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ। ਸੰਧਾਲੀਆ ਸਾਹਿਬ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਹੋਰ ਕਿੰਨੀਆਂ ਜੇਲ੍ਹ ਦੇ ਵਿੱਚੋਂ ਫਰੌਤੀਆਂ ਦੀਆਂ ਗੱਲਾਂ ਆਉਂਦੀਆਂ, ਮੋਬਾਈਲ ਮਿਲਦੇ ਆ। ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪਤਲੀ ਕਰਨ ਦੇ ਲਈ ਕਿਤੇ ਨਾ ਕਿਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਆਪਾਂ ਸੂਬਾ ਦਿੱਤਾ ਹੁੰਦਾ ਉਹੀ ਜ਼ਿੰਮੇਵਾਰ ਨੇ। ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਸਾਬਤ ਕਰੋ ਮੰਤਰੀ ਸਾਹਿਬ ਕਿ ਉਹਦੀ ਪਤਨੀ ਜੇਲ੍ਹ ਦੇ ਵਿੱਚ ਉਹਦੇ ਨਾਲ ਰਹਿੰਦੀ ਸੀ। ਤੁਸੀਂ ਜੇ ਸਾਬਤ ਨਾ ਕਰ ਸਕੇ ਫਿਰ ਕਰੋਗੇ ਕੀ? ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਉਹ ਕਾਕਾ ਇਹ ਸ਼ਬਦ ਬੋਲਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੰਤਰੀ ਸਾਹਿਬ ਨੂੰ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਮੰਤਰੀ ਸਾਹਿਬ ਤੁਹਾਨੂੰ ਅਸਤੀਫਾ ਦੇਣਾ ਪੈ ਸਕਦਾ, ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਰ ਰਹੇ ਹੋ। ਪਰ ਸੰਧਾਲੀਆ ਸਾਹਿਬ ਅਸੀਂ ਉੱਤਰ ਪ੍ਰਦੇਸ਼ 'ਚ ਸੁਣਦੇ ਹੁੰਦੇ ਸੀ ਕਿ ਕੋਈ ਬਾਹੂਬਲੀ ਇਦਾਂ ਦਾ, ਉਹਨੂੰ ਜੇਲ੍ਹ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਹੈ, ਉਹਦੀਆਂ ਜੇਲ੍ਹ ਦੇ ਵਿੱਚ ਦਰਬਾਰ ਲੱਗਦੇ ਆ, ਉਹ ਕਟਾਪਾ ਕੱਢਦਾ ਹੈ, ਫਿਲਮਾਂ ਦੇਖਦੇ ਹੁੰਦੇ ਸੀ। ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦੀ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਦੇ ਵਿੱਚ
ਇੱਕ ਕੈਬਨਿਟ ਮੰਤਰੀ ਪਿਛਲੀ ਸਰਕਾਰ ਦੇ ਬੰਦਿਆਂ ਦੇ ਉੱਤੇ ਐਡਾ ਵੱਡਾ ਦੋਸ਼ ਜਿਹੜਾ ਉਹ ਲਾ ਦੂਗਾ, ਜੇ ਇਹ ਹਾਲਾਤ ਨੇ ਫਿਰ ਤਾਂ ਕੰਮ ਮੁੱਕਣਾ ਹੀ ਨਹੀਂ, ਫਿਰ ਤਾਂ ਠੀਕ ਆ ਭਾਈ, ਸਤਿ ਸ੍ਰੀ ਅਕਾਲ ਹੀ ਆ ਫਿਰ ਤਾਂ। ਨਹੀਂ ਦੇਖੋ, ਜਿਸ ਹਿਸਾਬ ਨਾਲ ਹੁਣ ਕਾਂਗਰਸ ਪਾਰਟੀ ਨੇ ਆਪਣੇ ਵੱਲੋਂ ਇਹਦਾ ਵਿਰੋਧ ਕੀਤਾ, ਖਾਸ ਕਰਕੇ ਬਾਜਵਾ ਸਾਹਿਬ ਦਾ ਬੋਲਣਾ ਬਣਦਾ ਸੀ, ਅਗਲੇ ਵਿਰੋਧੀ ਧਿਰ ਦੇ ਨੇਤਾ ਨੇ, ਪਲੱਸ ਉਹਨਾਂ ਦੀ ਸਰਕਾਰ ਵੀ ਰਹੀ ਹੈ। ਉਹਨਾਂ ਨੇ ਜਿੱਦਾਂ ਕਿਹਾ ਕਿ ਵੀ ਦੇਖੋ ਜੀ, ਇਹ ਗੱਲ ਕਲੀਅਰ ਹੈ ਵੀ ਜੇ ਇਹਦੇ 'ਚ ਕੁਝ ਵੀ ਕਮੀ ਪੇਸ਼ੀ ਨਿਕਲ ਆਈ ਤੇ ਕੱਲ੍ਹ ਨੂੰ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਪੈ ਸਕਦਾ। ਮੈਨੂੰ ਲੱਗਦਾ ਵੀ ਇਹਦੇ ਤੋਂ ਬਾਅਦ ਸ਼ਾਇਦ ਉਹਨਾਂ ਨੇ ਗੱਲ ਉਹ ਕਰ ਲਈ ਵੀ ਆਪਾਂ ਇਹ ਸਾਰੇ ਕੁਝ ਦੀ ਜਾਂਚ ਕਰਾ ਲੈਣੀ ਜੀ। ਚੰਗੀ ਗੱਲ ਹੈ, ਮੈਂ ਨਾ ਜਾਂਚ ਹੋ ਜਾਵੇ, ਕਿਉਂਕਿ ਉਹਦੇ ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਨਾ, ਕਿ ਵੀ ਬੈਂਸ ਸਾਹਿਬ ਜੋ ਦਾਅਵਾ ਕਰਦੇ ਨੇ ਉਹਦੇ 'ਚ ਕਿੰਨੀ ਕੁ ਸੱਚਾਈ ਹੈ। ਤੇ ਜੇ ਵਿਰੋਧੀ ਧਿਰ ਦੇ ਵਿੱਚ ਉਹ ਅਗਲੇ ਬੰਦੇ ਕਹਿੰਦੇ ਵੀ ਨਹੀਂ ਨਹੀਂ ਜੀ ਇਦਾਂ ਦੀ ਗੱਲ ਕੋਈ ਨਹੀਂ ਹੈ, ਤੁਸੀਂ ਫਲੋਰ ਤੇ ਇਹ ਗੱਲਾਂ ਕਰਦੇ ਹੋ, ਇਹਦਾ ਮਤਲਬ ਅਗਲਿਆਂ ਕੋਲ ਵੀ ਕੋਈ ਨਾ ਕੋਈ ਸਬੂਤ ਪ੍ਰੂਫ ਹੋਊਗਾ, ਕਿਉਂਕਿ ਰੰਧਾਵਾ ਸਾਹਿਬ ਉੱਥੇ ਬੈਠੇ ਨੇ, ਰੰਧਾਵਾ ਸਾਹਿਬ ਖੁਦ ਜੇਲ੍ਹ ਮੰਤਰੀ ਰਹੇ, ਕਿਉਂਕਿ ਜੇ ਇਹੋ ਜਿਹਾ ਕੁਝ ਵੀ ਘਟਿਆ ਵਾਪਰਿਆ ਹੁੰਦਾ ਤੇ ਉਹਨਾਂ ਦੀ ਜਾਣਕਾਰੀ 'ਚ ਹੋਣਾ ਸੀ। ਹੁਣ ਮੇਰੇ ਖਿਆਲ ਨਾਲ ਚਲੋ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਵੀ ਇਹ ਸਾਰੇ ਕੁਝ ਦੀ ਜਾਂਚ ਤੋਂ ਬਾਅਦ ਰਿਪੋਰਟ ਕੀ ਆਉਂਦੀ ਹੈ, ਤੇ ਜਿੱਦਣ ਉਹ ਰਿਪੋਰਟ ਆਊਗੀ ਤੁਸੀਂ ਇਹ ਦੇਖੋ ਕਿ ਉਦੋਂ ਪੰਜਾਬ 'ਚ ਕੀ ਖਿਲਾਰਾ ਪਊਗਾ। ਜੇ ਇਹ ਗੱਲਾਂ ਸਾਰੀਆਂ ਸਹੀ ਨੇ ਕਿ ਕਿਸ ਲੈਵਲ ਤੱਕ ਕਿਹੜੀ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਦੂਜੀ ਗੱਲ ਇਹ ਵੀ ਆ ਵੀ ਜੇ ਮਿਹਣਿਓ ਮਿਹਣੀ ਹੋਣਾ, ਬਾਜਵਾ ਸਾਹਿਬ ਨੇ ਤਾਂ ਇਹ ਵੀ ਕਿਹਾ, ਉਹ ਕਹਿੰਦੇ ਵੀ ਇਦਾਂ ਦੀਆਂ ਗੱਲਾਂ ਨਾ ਛੇੜੋ, ਮੈਂ ਫਿਰ ਕੱਲ੍ਹ ਨੂੰ ਉਹ ਲਾਰੈਂਸ ਬਿਸ਼ਨੋਈ ਵਾਲੀ ਗੱਲ ਛੇੜ ਲੂੰਗਾ ਵੀ ਉਹ ਕਿੱਥੇ ਸੀ ਤੇ ਕਿੱਧਰੋਂ ਕਹਾਣੀ ਕਿੱਧਰ ਨੂੰ ਚੱਲਦੀ ਹੈ। ਮੈਨੂੰ ਲੱਗਦਾ ਵੀ ਜੇ ਤੇ ਮਿਹਣਿਓ ਮਿਹਣੀ ਹੋਣਾ ਤੇ ਫਿਰ ਤੇ ਸਾਰੇ ਹੀ ਹੋ ਸਕਦੇ ਆ, ਕਿਉਂਕਿ ਅੱਜ ਕਿਸੇ ਦੀ ਸਰਕਾਰ ਇੱਥੇ ਆ, ਕੱਲ੍ਹ ਨੂੰ ਕਿਸੇ ਦੀ ਹੋਰ ਹੋ ਸਕਦੀ ਹੈ, ਕੋਈ ਜੇਲ੍ਹ 'ਚ ਕਿਤੇ ਆ, ਕੋਈ ਕੱਲ੍ਹ ਨੂੰ ਕਿਸੇ ਹੋਰ ਜੇਲ੍ਹ 'ਚ ਹੋ ਸਕਦਾ। ਪਰ ਜੋ ਕੁਝ ਵੀ ਘੱਟ ਵਾਪਰ ਰਿਹਾ, ਜੇ ਤੇ ਉਹ ਕਾਨੂੰਨ ਦੇ ਹਿਸਾਬ ਨਾਲ ਸਹੀ ਆ ਫਿਰ ਤੇ ਤੁਸੀਂ ਆਪਣੀ ਪਿੱਠ ਥਾਪੜੋ। ਹਾਂ, ਜੇ ਉਹਦੇ 'ਚ ਕਿਤੇ ਨਾ ਕਿਤੇ ਝੋਲਿਆ ਤੇ ਫਿਰ ਸੋਚਣਾ ਤੇ ਬਣਦਾ ਨਾ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਚੱਕੀ ਆ ਉਹ 'ਚ ਵਜ਼ਨ ਹੈ ਕਿ ਮੈਂ ਲਾਰੈਂਸ ਬਿਸ਼ਨੋਈ ਦਾ ਦੱਸਦਾ, ਕਿਉਂਕਿ ਲਾਰੈਂਸ ਬਿਸ਼ਨੋਈ ਜਿਹੜੀ ਜੇਲ੍ਹ ਦੇ ਵਿੱਚ ਹੈ ਉਹ ਤਿਹਾੜ ਦਿੱਲੀ 'ਚ ਹੈ ਤੇ ਉਹ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਨਹੀਂ ਆ। ਤੇ ਜੇ ਉੱਥੋਂ, ਕਿਉਂਕਿ ਇਹ ਗੱਲ ਤਾਂ ਸਾਬਤ ਤਕਰੀਬਨ ਹੋ ਹੀ ਚੱਲੀ, ਬਾਕੀ ਅਦਾਲਤ ਦੇ ਵਿੱਚ ਕਲੀਅਰ ਹੋ ਕੇ ਲਾਰੈਂਸ ਬਿਸ਼ਨੋਈ ਨੇ ਉੱਥੋਂ ਹੀ ਸਾਰਾ ਕੁਝ ਆਪਰੇਟ ਕੀਤਾ ਸਿੱਧੂ ਮੂਸੇਵਾਲੇ ਦੇ ਕਤਲ ਦਾ, ਜਿੱਦਾਂ ਦਾਅਵਾ ਕੀਤਾ ਪ੍ਰੈਸ ਕਾਨਫਰੰਸਾਂ ਦੇ ਵਿੱਚ, ਦਿੱਲੀ ਵਾਲੀ ਪੁਲਿਸ ਨੇ ਵੀ ਤੇ ਪੰਜਾਬ ਵਾਲੀ ਪੁਲਿਸ ਨੇ ਵੀ। ਇਹਦਾ ਮਤਲਬ ਹੈ ਕਿ ਜੇਲ੍ਹ ਦੇ ਵਿੱਚ ਉੱਥੇ ਕਮਜ਼ੋਰੀ ਰਹੀ ਹੈ, ਨਿਯਮਾਂ ਕਾਨੂੰਨਾਂ ਦੀ ਪਾਲਣਾ ਨਹੀਂ ਹੋਈ, ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਧਿਰ ਉਹਨੂੰ ਜਿਹੜੀ ਆਪਰੇਟ ਕਰਦੀ ਹੈ ਉਹਦੀ ਬਣਦੀ ਹੈ। ਤੇ ਜੇ ਪੰਜਾਬ ਦੇ ਵਿੱਚ ਮੁਖਤਾਰ ਅੰਸਾਰੀ ਦੇ ਨਾਲ ਬਹੁਤ ਸੌਫਟ ਵਿਹਾਰ ਕੀਤਾ ਗਿਆ, ਪੰਜਾਬ ਦੇ ਲੋਕਾਂ ਦੇ ਪੈਸੇ ਵੀ ਲਾਤੇ, ਤੁਸੀਂ ਕਾਨੂੰਨ ਵੀ ਭੰਗ ਕਰਤਾ, ਉਹਨੂੰ VIP ਟ੍ਰੀਟਮੈਂਟ ਵੀ ਦਿੱਤਾ, ਫਿਰ ਉਹਦੇ ਲਈ ਪੰਜਾਬ ਦੀ ਉਸ ਵੇਲੇ ਦੀ ਸਰਕਾਰ ਜਿਹੜੀ ਹੈ ਕਥਿਤ ਤੌਰ ਦੇ ਉੱਤੇ ਦੋਸ਼ੀ ਹੈ ਭਾਈ। ਤੇ ਦੋਨਾਂ ਪੱਖਾਂ ਦੀ ਜਾਂਚ ਹੋ ਜਾਣੀ ਚਾਹੀਦੀ ਠੋਕ ਵਜਾ ਕੇ। ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਸਮੇਂ 'ਚ ਕਿਹਾ ਵੀ ਸੀ ਨਾ ਕਿ ਭਾਈ ਮੈਂ ਉਦੋਂ ਦੇ ਫਲਾਣੇ ਅਫਸਰ ਨੂੰ ਵੀ ਕਿਹਾ ਸੀ ਕਿ ਭਾਈ ਜੇਲ੍ਹਾਂ ਦੇ ਵਿੱਚੋਂ ਆ ਕੰਮ ਹੋਈ ਜਾਂਦੇ, ਪਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ। ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਜਿਨ੍ਹਾਂ ਦੇ ਵਿੱਚ ਆ ਪਿੱਛੇ ਜਿਹੀ ਇੱਕ ਹਵਾਲਾਤੀ ਸੀ, ਉਹ ਕਹਿੰਦਾ ਜੀ ਮੇਰਾ ਕਟਾਪਾ ਚਾੜਦੇ ਆ, ਮੈਨੂੰ ਉਹ ਕਰਦੇ ਆ, ਉਹ ਹਸਪਤਾਲ ਆਇਆ ਸੀ ਤੇ ਉੱਥੋਂ ਦਾ ਮੂੰਹ ਫੜੀ ਜਾਂਦੇ ਸੀ ਕਿ ਭਾਈ ਤੂੰ ਬੋਲਦਾ ਕਿਉਂ ਆ। ਹੁਣ ਉਹ ਸਾਰੀਆਂ ਚੀਜ਼ਾਂ ਦੇਖੋ, ਜੇਲ੍ਹਾਂ ਦੇ ਵਿੱਚ ਆਮ ਬੰਦਾ ਤਾਂ ਹੁੰਦਾ ਨਹੀਂ, ਕ੍ਰਿਮੀਨਲ ਮਾਈਂਡ ਦੇ ਬਹੁਤ ਸਾਰੇ ਲੋਕ ਹੁੰਦੇ ਆ, ਤਾਂ ਜੇ ਉੱਥੇ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਦੀਆਂ, ਆਪਣਾ ਆਪਰੇਸ਼ਨ ਚਲਾਉਣ ਦੇ ਲਈ ਪੂਰਾ ਸਾਧਨ ਮਿਲਦੇ ਆ, ਫਿਰ ਤਾਂ ਭਾਈ ਸਤਿ ਸ੍ਰੀ ਅਕਾਲ ਹੀ ਹੈ। ਇਦਾਂ ਤਾਂ ਅੱਗੇ ਤਾਂ ਹੁੰਦਾ ਨਾ, ਜੇਲ੍ਹ ਠੋਕ ਦਿਆਂਗੇ, ਜੇਲ੍ਹ ਭਜਵਾਵਾਂਗੇ, ਉਹ ਭਜਵਾ ਲਓ, ਮੈਂ ਤਾਂ ਕੰਮ ਆਪਣਾ ਉੱਥੋਂ ਵੀ ਚਲਾਉਂ। ਸੋ ਇਹ ਗੱਲਾਂ ਉੱਥੇ ਜੋ ਹੋਈਆਂ ਵਾਪਰੀਆਂ, ਇਹਦੇ ਵਿੱਚ ਇੱਕ ਗੱਲ ਤਾਂ ਹੈਗੀ ਆ ਕਿ ਵੀ ਹਰੇਕ ਦਾ ਧਿਆਨ ਗਿਆ ਵੀ ਮਹਾਰਾਜ ਤਾਂ ਬਜਟ ਸੈਸ਼ਨ ਹੈ, ਬਜਟ ਤੇ ਗੱਲ ਕਰਨੀ ਸੀ ਮਹਾਰਾਜ, ਤੁਸੀਂ ਹੋਰ ਹੀ ਪਾਸੇ ਲੈ ਕੇ ਗੱਲ। ਫਿਰ ਉੱਥੇ ਉਹ ਆਪਣਾ ਮੰਤਰੀ ਸਾਹਿਬ ਨੂੰ ਉੱਠਣਾ ਪਿਆ। ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਵੀ ਮੈਂ ਇੱਕ ਬੇਨਤੀ ਕਰਾਂ ਵੀ ਜੇ ਤੇ ਤੁਸੀਂ ਇਸੇ ਚੱਕਰ 'ਚ ਹੀ ਪੈਣਾ ਤੇ ਫਿਰ ਕੋਈ ਫਾਇਦਾ ਹੈ ਨਹੀਂ। ਉਹ ਕਹਿੰਦੇ ਵੀ ਅਸੀਂ ਜਾਂ ਸਾਡੇ ਨਾਲ ਦੇ ਬੰਦੇ ਵੀ ਨਵੇਂ ਨੇ, ਮੈਂ ਸਿੱਖਿਆ ਮੰਤਰੀ ਸਾਹਿਬ ਦੀ ਗੱਲ ਕਰ ਰਿਹਾ। ਉਹ ਕਹਿੰਦੇ ਯਾਰ ਬੰਦੇ ਨਵੇਂ ਨੇ, ਚੁਣ ਕੇ ਆਏ ਨੇ, ਨਵੇਂ ਬੰਦੇ ਨੇ, ਤੇ ਹੁਣ ਤੁਸੀਂ ਪੁਰਾਣੇ ਹੋ, ਵਿੱਚ ਉਹਨਾਂ ਨੇ 2-4 ਲੀਡਰਾਂ ਦਾ ਨਾਮ ਵੀ ਲੈਂਦਾ, ਕਦੋਂ ਦੇ ਤੁਸੀਂ ਇੱਥੇ ਹੈਗੇ ਹੋ ਮਹਾਰਾਜ, ਤੁਹਾਡੇ ਕੋਲੇ ਐਕਸਪੀਰੀਅੰਸ ਹੈ, ਤਜਰਬਾ। ਹੁਣ ਜੇ ਤੇ ਆਪਾਂ ਇਹ ਗੱਲ ਕਰਨੀ ਵੀ ਹਾਂ ਵੀ ਫਲਾਨੀ ਗੱਲ ਤੁਸੀਂ ਗਲਤ ਕੀਤੀ, ਅੱਛਾ ਇਹ ਜਦੋਂ ਗਲਤ ਕਰਨਗੇ ਤੇ ਫਿਰ ਆਪਾਂ ਟੋਕਾਂਗੇ, ਕਹਿੰਦੇ ਉਹ ਤੇ ਭਲੇ 'ਚ ਹੈ ਨਹੀਂ। ਭਲਾ ਤੇ ਇਸ ਚੀਜ਼ ਦੇ ਵਿੱਚ ਆ ਵੀ ਜਿਹੜੇ ਬੰਦੇ ਹੁਣ ਨਵੇਂ ਚੁਣ ਕੇ ਆਏ ਨੇ, ਤੁਹਾਡੇ ਕੋਲ ਐਕਸਪੀਰੀਅੰਸ ਰਿਹਾ, ਤੁਸੀਂ ਵੀ ਪੰਜਾਬ ਦਾ ਭਲਾ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ, ਤੇ ਜੇ ਤੁਸੀਂ ਸਾਨੂੰ ਪਹਿਲਾਂ ਗਾਈਡ ਕਰੋ ਵੀ ਆਹ ਚੀਜ਼ ਯਾਰ ਇੱਦਾਂ ਨਹੀਂ ਇੱਦਾਂ ਕਰ ਲਓ, ਤੇ ਅਸੀਂ ਵੀ ਕਰ ਲਈਏ। ਦੂਜੀ ਗੱਲ ਇਹ ਵੀ ਸਹੀ ਸੀ, ਉਹ ਕਹਿੰਦੇ ਵੀ ਦੇਖੋ ਜੇ ਕੋਈ ਬੰਦਾ ਤੁਰੂਗਾ, ਕੰਮ ਕਰੂਗਾ, ਤੇ ਉਹਦੇ ਕੋਲ ਮਾੜੀ ਮੋੜ ਗਲਤੀ ਤੇ ਹੋਣੀ ਹੈ। ਅਮਨ ਅਰੋੜਾ ਸਾਹਿਬ ਨੇ ਵੀ ਇਹ ਗੱਲ ਕਹੀ, ਉਹ ਕਹਿੰਦੇ ਵੀ ਦੇਖੋ ਜੇ ਆਪਾਂ ਤੁਰਾਂਗੇ ਕਿਸੇ ਪਾਸੇ ਤੇ ਤੁਸੀਂ ਕਿਤੇ ਦਾਅਵਾ ਨਹੀਂ ਕਰ ਸਕਦੇ ਵੀ ਭਾਈ ਸਾਹਿਬ ਸਾਰਾ ਕੁਝ ਹੀ ਦਰੁਸਤ ਹੋ ਜਾਊਗਾ, ਮਾੜਾ ਮੋੜ ਊਚ ਨੀਚ 19-21 ਰਹਿ ਜਾਂਦੀ ਆ। ਹਾਂ, ਊਚ ਨੀਚ 19-21 ਜੇ ਆਪਾਂ ਥੋੜ੍ਹੀ ਜਿਹੀ ਸਹੀ ਕਰ ਲਈਏ ਤੇ ਫਿਰ ਸਾਰਾ ਕੁਝ ਦਰੁਸਤ ਹੋ ਜਾਊਗਾ। ਤੇ ਜੇ ਕਹਿੰਦੇ ਵੀ ਤੁਸੀਂ ਇਹ ਆਖੋ ਵੀ ਹਾਂ ਹੁਣ ਸਾਰਾ ਕੁਝ ਤੁਸੀਂ ਸਹੀ ਕਰਨਾ, ਤੇ ਜੇ ਹੁਣ ਤੁਸੀਂ ਗਲਤੀ ਕਰੋ ਤੇ ਫਿਰ ਅਸੀਂ ਤੈਨੂੰ ਭੰਡਾਂਗੇ, ਫਿਰ ਤੇ ਕਹਿੰਦੇ ਆਪਾਂ ਹੱਲ ਕਰ ਨਹੀਂ ਸਕਦੇ ਕਿਸੇ। ਦੇਖੋ ਸੰਧਾਲੀਆ ਸਾਹਿਬ, ਮੁੱਕਦੀ ਗੱਲ ਤਾਂ ਇੱਥੇ ਕਾ ਕਿ ਜੇ ਕੋਈ ਸੜਕ ਟੁੱਟੀ ਆ, ਕੋਈ ਕਪੜਾ ਹੁੰਦਾ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੈ। ਪਰ ਵਿਰੋਧੀ ਧਿਰਾਂ ਜਦੋਂ ਰੌਲਾ ਪਾਉਂਦੀਆਂ ਤੇ ਇਸ ਗੱਲ ਦਾ ਚੇਤਾ ਰੱਖਣ ਕਿ ਭਾਈ ਸੜਕਾਂ ਇਹਨਾਂ ਨੇ 3 ਮਹੀਨਿਆਂ 'ਚ ਜਿਹੜਾ 9 ਨਾ ਪੱਟਤੀਆਂ, ਜੇ ਤੁਸੀਂ ਬਣਾਈਆਂ ਹੁੰਦੀਆਂ ਤਾਂ ਫਿਰ ਇਹਨਾਂ ਨੂੰ ਹੁਣੇ ਨਹੀਂ ਬਣਾਉਣੀਆਂ ਪੈਣੀਆਂ, ਸਾਲ 2 ਸਾਲ ਤਾਂ ਲੰਘਦੇ ਹੀ ਆ। ਜੇ ਹੁਣ ਆਪਾਂ ਕਹੀਏ ਜੀ ਮਾਈਨਿੰਗ, ਨਸ਼ਾ, ਹਥਿਆਰ, ਤੁਸੀਂ ਉਂਗਲਾਂ ਕਰਨੀਆਂ, ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਾਬੂ ਕਰਨਾ।
ਪਰ ਉਹ ਸਾਰਾ ਕੁਝ 90-100 ਦਿਨਾਂ ਦੇ ਵਿੱਚ ਹੀ ਥੋੜੀ ਆ ਗਿਆ। ਤੁਸੀਂ ਜਦੋਂ ਐ ਉਂਗਲੀ ਕਰਦੇ ਹੋ 4-3 ਤੁਹਾਡੇ ਵਾਲੇ ਪਾਸੇ ਵੀ ਹੋ ਜਾਂਦੀਆਂ। ਇਸ ਕਰਕੇ ਤਾਂ ਰਲ ਮਿਲ ਕੇ ਤੁਰਨਗੇ ਤਾਂ ਠੀਕ ਹੈ, ਬਾਕੀ ਪੰਜਾਬ ਦੇ ਲੋਕ ਸਭ ਦੇਖ ਰਹੇ ਆ। ਤੇ ਜਦੋਂ ਪੰਜਾਬ ਦੇ ਲੋਕ ਸੱਤਾਧਾਰੀ ਧਿਰ ਗਲਤ ਲੱਗੂਗੀ, ਲੋਕਾਂ ਨੇ ਉਹ ਠੋਕ ਦੇਣੀ ਆ, ਵਿਰੋਧੀ ਧਿਰਾਂ ਠੀਕ ਨਹੀਂ ਲੱਗਣੀਆਂ, ਲੋਕਾਂ ਨੇ ਫਿਰ ਉਧਰਲੇ ਪਾਸੇ ਕੰਮ ਲੈ ਜਾਣਾ। ਇੱਥੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇੱਕ ਚੰਗਾ ਮੁੱਦਾ ਚੁੱਕਿਆ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਜਿੱਥੇ ਤੁਸੀਂ ਚੰਗੀ ਗੱਲ ਕਰੋਗੇ ਅਸੀਂ ਚੰਗੀ ਕਹਾਂਗੇ, ਜਿੱਥੇ ਮਾੜੀ ਕਹੋਗੇ ਅਸੀਂ ਬਖਸ਼ਣਾ ਨਹੀਂ। ਸਾਨੂੰ ਪੰਜਾਬ ਦੇ ਲੋਕਾਂ ਨੇ ਜਿਹੜਾ ਉਹ ਵਿਰੋਧੀ ਧਿਰ ਦੇ ਵਿੱਚ ਬੈਠਣ ਦਾ ਫਤਵਾ ਇੰਨਾ ਕੁ ਤਾਂ ਦਿੱਤਾ ਹੀ ਆ। ਠੀਕ ਹੈ, ਵਧੀਆ ਬਾਜਵਾ ਸਾਹਿਬ ਦੀ ਗੱਲ ਉਹ ਲੱਗੀ। ਹਾਂ, ਇੱਥੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ SYL ਦਾ ਮੁੱਦਾ ਚੁੱਕਿਆ, ਗੀਤ ਦਾ। ਉਹ ਕਹਿੰਦੇ ਦੇਖੋ ਯਾਰ ਪਾਬੰਦੀ ਲਾਤੀ ਹੈ, ਟਰੈਕਟਰ ਟੂ ਟਵਿੱਟਰ ਵਾਲੇ ਤੇ ਪਾਬੰਦੀ ਲਾਤੀ ਹੈ, ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਦੇ ਉੱਤੇ ਪਾਬੰਦੀ ਲਾਤੀ ਹੈ, ਕੇਂਦਰ ਸਰਕਾਰ ਦੇ ਕਹਿੰਦੇ ਪਿੱਛੇ ਹੱਥ ਹੈ। ਹੁਣ ਉਹਨਾਂ ਨੇ ਜਦੋਂ ਮੁੱਦਾ ਚੁੱਕਿਆ ਤਾਂ ਸਾਰੀਆਂ ਧਿਰਾਂ ਤਕਰੀਬਨ 1-2 ਧਿਰਾਂ ਨੂੰ ਛੱਡ ਕੇ ਨਾਲ ਸਹਿਮਤੀ ਸੀਗੀਆਂ। ਨਹੀਂ ਉਹ ਧਿਰਾਂ ਵੀ ਸੀਗੀਆਂ। ਦੂਜੀ ਗੱਲ ਇਹ ਵੀ ਉੱਥੇ ਚਰਚਾ ਚੱਲੀ ਵੀ ਕਿਉਂਕਿ ਜਿਹੜੀ ਉਹ ਅਗਨੀਪਥ ਯੋਜਨਾ ਵੀ ਉਹ ਠੀਕ ਨਹੀਂ। ਬਾਜਵਾ ਸਾਹਿਬ ਨੇ ਉਹਦੇ ਵੀ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ, ਖਾਸ ਕਰਕੇ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਵੀ ਯਾਰ ਹੁਣ ਜਿਹੜਾ ਠੇਕੇ ਤੇ ਫੌਜੀ ਭਰਤੀ ਕਰਾਂਗੇ ਉਹ ਲੜਾਈ ਕਿੱਦਾਂ ਲੜੂਗਾ। ਪਲੱਸ ਉਦੋਂ ਬਾਅਦ ਉਹਨਾਂ ਨੇ ਉਹਦੀਆਂ ਤਾਰਾਂ ਜੋੜਦਿਆਂ ਕਈ ਪਾਸੇ ਜੋੜੀਆਂ ਕਿ ਉਹਦੇ ਨਾਲ ਕੋਟਾ ਘਟੇਗਾ। ਜੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਆਪਾਂ ਭਰਤੀ ਦੇ ਕੋਟੇ ਦੀ ਗੱਲ ਕਰਦੇ ਹਾਂ, ਉਹ ਘਟੇਗਾ। ਜੇ ਉਹ ਭਰਤੀ ਦਾ ਕੋਟਾ ਘਟਦਾ ਤੇ ਤੁਸੀਂ ਇਹ ਕਿੱਦਾਂ ਕਹਿ ਸਕਦੇ ਵੀ ਉਹਦੇ ਨਾਲ ਬੇਰੁਜ਼ਗਾਰੀ ਨਹੀਂ ਵਧੂਗੀ। ਉਹ ਤਾਂ ਡੈਫੀਨੇਟਲੀ ਜੇ ਮੰਨ ਲਓ ਵੀ ਅੱਗੇ ਉਹ 7% ਦੀ ਗੱਲ ਕਰਦੇ ਸੀ, ਆਪਾਂ ਮੋਟਾ ਜਿਹਾ ਅੰਦਾਜ਼ਾ ਲਾਉਂਦੇ ਵੀ 100 'ਚੋਂ ਜੇ 7 ਬੰਦੇ ਅੱਗੇ ਫੌਜ 'ਚ ਭਰਤੀ ਹੋ ਜਾਂਦੇ ਸੀ, ਹੁਣ ਜੇ ਉਹ 2 ਸਮਥਿੰਗ ਰਹਿ ਜੂਗਾ ਤਾਂ ਮਤਲਬ ਹੁਣ ਸਿਰਫ 100 'ਚੋਂ 2 ਹੀ ਭਰਤੀ ਹੋਣਗੇ। ਇਹਦਾ ਮਤਲਬ 98 ਬੇਰੁਜ਼ਗਾਰ ਰਹਿਣਗੇ। ਕਿੱਥੇ ਅੱਗੇ 93 ਦਾ ਕੰਮ ਹੁੰਦਾ ਸੀ, 7 ਤਾਂ ਐਡਜਸਟ ਹੁੰਦੇ ਸੀ। ਉਹ ਵੀ ਜਿਹੜੇ 2 ਭਰਤੀ ਹੋਣਗੇ ਉਹ ਵੀ 4 ਸਾਲ ਬਾਅਦ ਕੀ ਪਤਾ ਫੇਰ ਵਾਪਸ ਮੁੜ ਆਉਣੇ ਆ। ਵੀ ਇਹ ਜਿਹੜੀ ਸਕੀਮ ਹੈ ਇਹਦਾ ਵਿਰੋਧ ਕਰਨਾ ਚਾਹੀਦਾ। ਤੇ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੇ ਤਾਂ ਇਹੋ ਹੀ ਕਿਹਾ ਵੀ ਆਪਾਂ ਜ਼ਰੂਰ ਇਹਦੇ ਖਿਲਾਫ ਮਤਾ ਲਿਆਵਾਂਗੇ। ਦੇਖੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕਹਿਣਾ ਸੀ ਕਿ ਇਹ ਨੌਜਵਾਨਾਂ ਦੇ ਵੀ ਖਿਲਾਫ ਆ, ਭਾਰਤੀ ਫੌਜ ਦੇ ਵੀ ਖਿਲਾਫ ਆ। ਤੇ ਉਹਨਾਂ ਨੇ ਬੇਨਤੀ ਕੀਤੀ ਸੀ ਮੁੱਖ ਮੰਤਰੀ ਹੋਰਾਂ ਨੂੰ ਕਿ ਸਾਂਝਾ ਮਤਾ ਲੈ ਕੇ ਆਈਏ ਆਪਾਂ ਕਿ ਭਾਈ ਪੰਜਾਬ ਨਹੀਂ ਇਹਦੇ ਹੱਕ 'ਚ। ਮੁੱਖ ਮੰਤਰੀ ਹੋਰੀ ਕਹਿੰਦੇ ਅਸੀਂ ਤਾਂ ਪਹਿਲਾਂ ਤੋਂ ਨਾਲ ਆ। ਬਾਜਵਾ ਸਾਹਿਬ ਤੁਸੀਂ ਕਹਿਤਾ ਹੋ ਜੂ, ਆ ਸੈਸ਼ਨ ਦੇ ਅਜੇ 2-3 ਦਿਨ ਹੈਗੇ, ਆਪਾਂ ਕਰ ਦੇਣਾ ਮਤਾ ਪਾਸ, ਘਬਰਾਉਣ ਦੀ ਲੋੜ ਨਹੀਂ। ਠੀਕ ਹੈ। ਉੱਥੇ ਇੱਕ ਤੀਜੀ ਸ਼ਖਸੀਅਤ ਬੈਠੀ ਸੀ, ਅਸ਼ਵਨੀ ਸ਼ਰਮਾ ਸਾਹਿਬ, ਪੰਜਾਬ ਭਾਜਪਾ ਦੇ ਪ੍ਰਧਾਨ, ਪਠਾਨਕੋਟ ਤੋਂ MLA। ਉਹ ਕਹਿੰਦੇ ਜੀ ਸਿਰਫ ਵਿਰੋਧ ਕਰਨ ਦੇ ਲਈ ਕਿ ਤੁਸੀਂ ਇਸ ਅਗਨੀਪਥ ਯੋਜਨਾ ਦਾ ਵਿਰੋਧ ਸਿਰਫ ਇਸ ਕਰਕੇ ਕਰੀ ਜਾਂਦੇ ਹੋ ਕਿਉਂਕਿ ਤੁਸੀਂ ਕੇਂਦਰ ਦੇ ਵਿੱਚ ਜਿਹੜੀ ਰਾਜ ਕਰਦੀ ਧਿਰ ਭਾਜਪਾ ਹੈ ਉਹਦੇ ਵਿਰੋਧ ਦੇ ਵਿੱਚ ਬੈਠੇ ਹੋ। ਕਹਿੰਦੇ ਸਕੀਮ ਹੀ ਬੜੀ ਵਧੀਆ ਹੈ, ਸਕੀਮ ਨੂੰ ਪੜ੍ਹੋ ਤਾਂ ਸਹੀ, ਕਹਿੰਦੇ ਜਾਣੋ ਤਾਂ ਸਹੀ। 21 ਸਾਲਾਂ ਦੀ ਉਮਰ ਦੇ ਵਿੱਚ, 23 ਸਾਲਾਂ ਦੀ ਉਮਰ ਦੇ ਵਿੱਚ ਤੁਹਾਡੇ ਕੋਲੇ 12, 14, 15, 18 ਲੱਖ ਰੁਪਈਆ ਹੋਵੇ, ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਤੁਹਾਡੇ ਕੋਲੇ ਟ੍ਰੇਨਿੰਗ ਹੋਵੇ, ਤੁਹਾਨੂੰ ਸਰਟੀਫਿਕੇਟ ਮਿਲਣਾ ਹੋਵੇ, ਅੱਗੇ ਪੜ੍ਹਾਈ ਕਰਨੀ ਆ ਤੁਹਾਨੂੰ ਸਹੂਲਤ ਮਿਲਣੀ ਹੋਵੇ, ਹੋਰ ਚਾਹੀਦਾ ਕੀ ਆ। ਕਹਿੰਦੇ ਇਹ ਗੱਲ ਬਹੁਤ ਮਾੜੀ ਆ ਕਿ ਤੁਸੀਂ ਸਿਰਫ ਵਿਰੋਧ ਕਰਨ ਦੇ ਲਈ ਵਿਰੋਧ ਕਰੀ ਜਾਂਦੇ ਹੋ। ਨਾਲ ਹੀ ਉਹਨਾਂ ਨੇ ਕਹਿਤਾ, ਉਹ ਕਹਿੰਦੇ ਦੇਖਿਓ ਸਹੀ, ਜੇ ਆਹੀ ਹਾਲਾਤ ਰਹੇ 2024 ਨਹੀਂ ਕੱਲੀ 2029 ਚ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਰਾਹ ਸਾਫ਼ ਕਰ ਦੇਣਾ ਕਿ ਕੇਂਦਰ ਦੇ ਵਿੱਚ ਅਸੀਂ ਹੀ ਜਿੱਤੀਏ, ਕਿਉਂਕਿ ਤੁਸੀਂ ਚੱਜ ਦੀ ਗੱਲ ਕੋਈ ਕਰਦੇ ਨਹੀਂ। ਇਹ ਅਸ਼ਵਨੀ ਸ਼ਰਮਾ ਸਾਹਿਬ ਨੇ ਕਿਹਾ। ਨਾਲ ਹੀ ਉਹਨਾਂ ਦੀ ਗੱਲ 'ਚ ਵੈਸੇ ਇੱਕ ਆਪਾਂ ਹੋਰ ਐਡ ਕਰ ਦਈਏ, ਉਹਨਾਂ ਦੀ ਇੱਕ ਗੱਲ 'ਚ ਤਾਂ ਲੌਜਿਕ ਥੋੜਾ ਜਿਹਾ ਜਾਪਦਾ ਜੇ ਉਹ ਇਦਾਂ ਹੈਗੀ। ਉਹਨਾਂ ਦੀ ਗੱਲ ਦੇ ਵਿੱਚ ਲੌਜਿਕ ਇਹ ਸੀ, ਉਹ ਕਹਿੰਦੇ ਵੀ 17 ਸਾਲਾਂ ਦਾ ਮੁੰਡਾ ਜਦੋਂ ਉਹ ਕਹਿੰਦੇ ਵੀ ਗਾਂ ਆਪਣੀ ਅਗਲੀ ਪੜ੍ਹਾਈ ਵਾਲੇ ਪਾਸੇ ਨੂੰ ਤੁਰਦਾ, ਕੋਈ ਨੇ +2 ਕਰਨੀ ਹੈ ਜਾਂ ਉਸ ਤੋਂ ਬਾਅਦ ਉਹਨੇ ਕਾਲਜ ਵਾਲੇ ਪਾਸੇ ਨੂੰ ਤੁਰਨਾ, ਉਹ ਕਹਿੰਦੇ ਵੀ ਇੱਕ ਤਾਂ ਹੁੰਦਾ ਵੀ ਮਾਪਿਆਂ ਨੂੰ ਵੀ ਕਿਸੇ ਵੇਲੇ ਕੁਛ ਮਾਪੇ ਪੜ੍ਹਾ ਸਕਦੇ, ਕੁਛ ਨਹੀਂ ਪੜ੍ਹਾ ਸਕਦੇ। ਵੀ ਸਰਕਾਰ ਇਹ ਕਹਿੰਦੀ ਵੀ ਨਾਲੇ ਆਪਾਂ ਤੁਹਾਨੂੰ ਭਰਤੀ ਕਰ ਲੈਂਦੇ ਹਾਂ, ਨਾਲੇ ਆਪਾਂ ਤੁਹਾਨੂੰ ਪੜ੍ਹਾਈ ਕਰਾ ਦਿੰਦੇ ਹਾਂ। ਵੀ ਉਸ ਉਮਰ ਦੇ ਵਿੱਚ ਜਿਹੜਾ ਜਵਾਕ ਘਰਦਿਆਂ ਨੂੰ ਜਾਂ ਆਪਣਾ ਸੀ ਵੀ ਯਾਰ ਇਹਨੂੰ ਹੁਣ ਕਿਹੜੇ ਪਾਸੇ ਲਾਈ, ਉਹਨੂੰ ਸਰਕਾਰ ਲੈ ਜਾਊਗੀ, ਸਰਕਾਰ ਨਾਲ ਇਹਨੂੰ ਪੜ੍ਹਾਊਗੀ, ਨਾਲੇ ਪੜ੍ਹਾ ਕੇ ਟ੍ਰੇਨਿੰਗ ਦਊਗੀ, ਨਾਲੇ ਉਹ ਨੌਕਰੀ ਕਰ ਰਿਹਾ, ਨਾਲੇ ਉਹ ਘਰੇ ਤਨਖਾਹ ਭੇਜ ਰਿਹਾ। ਤੇ ਜਦੋਂ ਉਹਨੇ ਵਾਪਸ ਆਉਣਾ ਉਦੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਉਹਦੀ ਪਹਿਲ ਹੋਣੀ ਹੈ ਕਿ ਵੀ ਫਲਾਣੇ ਥਾਂ ਦੇ ਉੱਪਰ ਜਿਹੜਾ ਬੰਦਾ ਅਗਨੀਵੀਰ ਹੈ, ਅਗਨੀਵੀਰ ਮਤਲਬ ਜਿਹੜਾ ਉਸ 4 ਸਾਲ ਦੀ ਨੌਕਰੀ ਕਰਕੇ ਆਇਆ, ਉਹਨੂੰ ਪਹਿਲ ਮਿਲਣੀ ਹੈ। ਤਾਂ ਮਤਲਬ ਉਹਦੀ ਉੱਥੇ ਐਡਜਸਟਮੈਂਟ ਹੋ ਗਈ, ਨਾਲੇ ਉਹਦੀ ਪੜ੍ਹਾਈ ਪੂਰੀ ਹੋ ਗਈ। ਹਾਂ, ਉਹ ਸ਼ਬਦ ਉਹਨਾਂ ਨੇ ਕੋਈ 47 ਲੱਖ ਰੁਪਈਆ ਵਰਤਿਆ ਸੀ, ਉੱਤੇ ਰੌਲਾ ਪਿਆ। ਹੁਣ ਉਹ ਮੈਨੂੰ ਨਹੀਂ ਸਮਝ ਆਈ ਵੀ 47 ਲੱਖ ਕਿੱਦਾਂ ਮਿਲਣਾ। ਉਹਨਾਂ ਨੇ ਸਮਝਾ ਦੇਣਾ, ਮੈਨੂੰ ਲੱਗਦਾ ਉਹ ਫਿਰ ਸਮਝਾ ਦੇਣਗੇ ਨਾ। ਅਜੇ ਸੈਸ਼ਨ ਹੈਗਾ ਆ, ਭਾਜਪਾ ਨੂੰ ਇੱਕ ਵਾਰੀ ਮੌਕਾ ਹੋਰ ਮਿਲਣਾ ਜੋ। ਪਹਿਲੀ ਗੱਲ ਲੌਜਿਕ ਜ਼ਿਆਦਾ, ਪਰ 47 ਲੱਖ ਵਾਲੀ ਸਮਝ ਲੱਗੀ। ਮੈਨੂੰ ਲੱਗਦਾ ਜਾਨੀ ਹੋ ਸਕਦਾ ਸਾਡੀ ਕੈਲਕੂਲੇਸ਼ਨ ਵਿੱਚ ਕਿਤੇ ਗਲਤ ਹੋਵੇ। ਮੈਨੂੰ ਲੱਗਦਾ ਉਹ ਕਿਤੇ 12 ਲੱਖ ਜਾਂ ਪੌਣੇ 12 ਲੱਖ ਉਹ ਕਿਤੇ ਹਰੇਕ ਸਾਲ ਦਾ ਤਾਂ ਨਹੀਂ ਗਿਣਦੇ ਵੀ ਜੇ 4 ਸਾਲ ਨੌਕਰੀ ਕਰਨੀ ਹੈ ਤੇ ਬਾਹਰੋਂ ਚੌਕ 48 ਉਹੀ 47-48 ਲੱਖ ਮਿਲਣਾ ਤਾਂ ਉਹ ਇੱਕ ਵਾਰੀ ਆ 4 ਸਾਲ ਬਾਅਦ। ਉਹ ਮੇਰੇ ਖਿਆਲ ਵਿੱਚ ਤਨਖਾਹ ਵੀ ਪਾਉਂਦੇ ਹੋਣਗੇ ਕੁਝ ਹੋਰ, ਪਰ 47 ਫੇਰ ਵੀ ਨਹੀਂ ਬਣਦਾ। ਉਹ ਕਿੱਦਾਂ ਬਣਾਉਂਦੇ ਆ? ਮੈਨੂੰ ਲੱਗਦਾ ਅਸ਼ਵਨੀ ਸ਼ਰਮਾ ਸਾਹਿਬ ਜਵਾਬ ਦੇ ਦਿੰਦੇ ਹੁੰਦੇ, ਦੇ ਦੇਣਗੇ, ਪਰ ਜਵਾਬ ਨਾ ਦੇ ਦੇਣਗੇ ਭਾਈ ਮੈਂ ਨਹੀਂ ਹੁਣ ਦੇਣਾ, ਉਹ ਸਾਡੇ ਵੱਲੋਂ ਜਵਾਬ ਹੀ ਆ। ਸੰਧਾਲੀਆ ਸਾਹਿਬ ਇੱਥੇ ਨਾ ਇੱਕ ਗੱਲ, ਪੰਜਾਬ ਦੇ ਵਿੱਚ ਜਦੋਂ ਰੁਜ਼ਗਾਰ ਦੀ ਗੱਲ ਆਉਂਦੀ ਹੈ, ਅਗਨੀਪਥ ਰੁਜ਼ਗਾਰ ਦੇ ਨਾਲ ਜੁੜਿਆ ਮੁੱਦਾ, ਐਜੂਕੇਸ਼ਨ ਸਾਡੀ ਰੁਜ਼ਗਾਰ ਦੇ ਨਾਲ ਜੁੜਿਆ ਮੁੱਦਾ, ਉਹਦੇ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। 2 ਸਵਾਲ ਇੱਥੇ ਗੁਰਮੀਤ ਸਿੰਘ ਮੀਥੇਰ ਐਜੂਕੇਸ਼ਨ ਮਿਨਿਸਟਰ ਨੂੰ ਪੁੱਛੇ ਗਏ।
ਪਹਿਲਾ ਇੱਕ ਸਵਾਲ ਪੁੱਛਿਆ ਜੀ ਵੀ ਉਹ ਰਾਜਾ ਵੜਿੰਗ ਸਾਹਿਬ ਤੇ ਹੋਰ ਲੀਡਰ ਕਹਿੰਦੇ ਆ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਰੁਪਈਏ ਘੱਟ ਦਿੱਤੇ, ਮੇਰੇ ਖਿਆਲ 200 ਕਰੋੜ ਰੱਖਿਆ ਬਜਟ 'ਚ, ਉਹਦੇ ਘੱਟ ਦਿੱਤੇ। ਉਹ ਕਹਿੰਦੇ ਜੀ ਉਹਨਾਂ ਨੂੰ ਪੁੱਛੋ 5 ਸਾਲਾਂ 'ਚ ਉਹਨਾਂ ਦੀ ਸਰਕਾਰ ਨੇ ਕਿੰਨੇ ਦਿੱਤੇ। ਚਲੋ ਇੱਕ ਤਾਂ ਗੱਲ ਇੱਥੇ ਨਿਬੜ ਗਈ, ਰਾਜਾ ਵੜਿੰਗ ਸਾਹਿਬ ਦੱਸ ਦੇਣਗੇ। ਦੂਸਰਾ, ਉਹਨਾਂ ਨੂੰ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੁੱਛਿਆ ਜਿਹਦੇ ਕੇਂਦਰੀਕਰਨ ਦਾ ਮੁੱਦਾ ਬੜਾ ਭਖਿਆ। ਉਹ ਕਹਿੰਦੇ ਜੀ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ, ਜੇ ਇਕੱਲੀ ਵਿੱਤੀ ਔਕੜਿਆ, ਆਰਥਿਕ ਔਕੜਾ, ਰੁਪਈਏ ਦੀ ਘਾਟ ਹੈ ਕੋਈ, ਉਹ ਕਹਿੰਦੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਸਾਰੀ ਯੂਨੀਵਰਸਿਟੀ ਦਾ ਖਰਚ ਸਾਨੂੰ ਦੇ ਦਿਓ, ਯੂਨੀਵਰਸਿਟੀ ਸਾਨੂੰ ਦੇ ਦਿਓ, ਅਸੀਂ ਉਹ ਕੇਂਦਰ ਕੋ ਨਹੀਂ ਜਾਣ ਦੇਣੀ, ਅਸੀਂ ਪੰਜਾਬ ਕੋ ਰੱਖਾਂਗੇ, ਸਾਰੇ ਹੀ ਪੈਸੇ ਅਸੀਂ ਲਾਵਾਂਗੇ। ਵੀ ਬਸ ਜੇ ਵਿੱਤੀ ਔਕੜ ਦੀ ਗੱਲ ਹੈ ਤੇ ਅਸੀਂ ਪੰਜਾਬ ਦੀ ਸਰਕਾਰ ਔਖੇ ਹੋਈਏ ਸੌਖੇ ਹੋਈਏ ਸਾਰੇ ਪੈਸੇ ਦਾ ਪ੍ਰਬੰਧ ਕਰਾਂਗੇ। ਫਿਰ ਉਹਨਾਂ ਨੇ ਇਤਿਹਾਸ ਦੱਸਿਆ, ਆਜ਼ਾਦੀ ਤੋਂ ਪਹਿਲਾਂ ਕਿੱਥੇ ਹੁੰਦੀ ਯੂਨੀਵਰਸਿਟੀ, ਆਜ਼ਾਦੀ ਤੋਂ ਬਾਅਦ ਕਿੱਥੇ ਆਈ, ਫਿਰ ਪੰਜਾਬ ਛੋਟਾ ਹੋ ਗਿਆ, ਫਿਰ ਕਿੱਥੇ ਆਈ। ਉਹ ਕਹਿੰਦੇ ਅਸੀਂ ਤਾਂ ਇਹਦੇ ਨਾਲ ਭਾਵਨਾਤਮਕ ਤੌਰ ਦੇ ਉੱਤੇ ਜੁੜੇ ਹੋ ਆ ਭਾਈ, ਕਿੱਦਾਂ ਜਾਣ ਦਿਆਂਗੇ। ਉਹਨਾਂ ਨੇ ਹੋਰ ਵੀ ਕਹਿਤਾ, ਉਹ ਕਹਿੰਦੇ ਸਾਰੇ ਚੰਡੀਗੜ੍ਹ ਦੇ ਖਰਚ ਚੁੱਕਣ ਨੂੰ ਤਿਆਰ ਆ ਅਸੀਂ, ਰੁਪਈਏ ਪੈਸੇ ਦੀ ਘਾਟ ਮਹਿਸੂਸ ਨਾ ਕਰੋ, ਤੁਸੀਂ ਚੰਡੀਗੜ੍ਹ ਵੀ ਭਾਵੇਂ ਦੇ ਦਿਓ, ਵਿੱਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਜਾਣੀ ਆ। ਹੁਣ ਵਿਰੋਧੀ ਇਸ ਮੁੱਦੇ ਤੇ ਕੀ ਜਵਾਬ ਦਿੰਦੇ ਉਹ ਤਾਂ ਪਤਾ ਨਹੀਂ, ਪਰ ਸੰਧਾਲੀਆ ਸਾਹਿਬ ਕਿਉਂਕਿ ਇਹ ਸਿੱਖਿਆ ਨਾਲ ਜੁੜਿਆ ਮੁੱਦਾ, ਸਿੱਖਿਆ ਰੁਜ਼ਗਾਰ ਦੇ ਨਾਲ ਜੁੜੀ ਹੁੰਦੀ ਹੈ, ਰੁਜ਼ਗਾਰ ਨਹੀਂ ਮਿਲਦਾ ਤਾਂ ਫਿਰ ਪ੍ਰਵਾਸ ਹੁੰਦਾ ਹੈ, ਜੇ ਤਾਂ ਪ੍ਰਵਾਸ ਸਹੀ ਤਰੀਕੇ ਹੋ ਜਾਏ ਠੀਕ ਆ, ਨਹੀਂ ਤਾਂ ਫਿਰ ਗੈਰ ਕਾਨੂੰਨੀ ਪ੍ਰਵਾਸ ਹੁੰਦਾ ਹੈ। ਹੁਣ ਇੱਕ ਟਰੱਕ ਦੀ ਫੋਟੋ ਬੜੀ ਚਰਚਾ ਦੇ ਵਿੱਚ ਹੈ ਕਿ ਅਮਰੀਕਾ ਦਾ ਟੈਕਸਸ ਸਟੇਟ ਹੈ ਜਿਹੜਾ ਕਿ ਮੈਕਸੀਕੋ ਦੇ ਨਾਲ ਜੁੜਦਾ, ਬੜੀ ਪਿੰਡਾਂ ਦੇ ਵਿੱਚ ਆਮ ਹੀ ਪੁੱਛ ਲਓ ਕਿੱਥੇ ਜੀ, ਮੁੰਡਾ ਮੈਕਸੀਕੋ ਪਹੁੰਚ ਗਿਆ, ਹੁਣ ਬਾਰਡਰ ਪਾਰ ਕਰਨਾ ਹੀ, ਮੈਕਸੀਕੋ ਦੀ ਕੰਧ ਬੜੀ ਚਰਚਾ ਦੇ ਵਿੱਚ ਹੁੰਦੀ ਹੈ। ਹੁਣ ਟਰੱਕ ਦੇ ਕੰਟੇਨਰ ਦੇ ਦਰਵਾਜ਼ੇ ਖੁੱਲੇ ਆ ਪਿੱਛੋਂ, ਦੇਖਦੇ ਆ ਕੋਈ ਪੁਲਿਸ ਉੱਥੇ ਜਾਂਦੀ ਹੈ ਅਮਰੀਕਾ ਦੀ, ਬਾਰਡਰ ਤੋਂ 250 ਕਿਲੋਮੀਟਰ ਅੰਦਰ ਆ ਕੇ ਦੀ ਗੱਲ ਹੈ, ਗਰਮੀ ਪੂਰੀ ਹੈ, 46 ਲਾਸ਼ਾਂ ਪਹਿਲਾਂ ਨਿਕਲਦੀਆਂ, 100 ਬੰਦਾ ਤੂੜਿਆ ਪਿਆ ਅੰਦਰ, ਤੁੰਨ ਕੇ ਭਰੇ, ਜਾਣੀ ਇੱਕ ਕੰਟੇਨਰ ਟਰੱਕ ਦੇ ਪਿੱਛੇ ਪਾਇਆ ਹੋਇਆ, ਉਹਦੇ ਵਿੱਚ 100 ਬੰਦਾ ਬਾੜਿਆ ਸਮੇਤ ਬੱਚਿਆਂ। ਸੰਧਾਲੀਆ ਸਾਹਿਬ ਤੇ ਜਦੋਂ ਪਤਾ ਲੱਗਾ ਬਹੁਤੇ ਬੰਦੇ ਬੇਹੋਸ਼, ਅਰਧ ਬੇਹੋਸ਼, ਤੇ ਜਦੋਂ ਬਾਹਰ ਕੱਢੇ ਤਾਂ 46 ਬੰਦੇ ਤਾਂ ਉੱਥੇ ਮ੍ਰਿਤਕ। ਫਿਰ 18 ਕੇ ਲੋਕ ਹਸਪੀਟਲ ਦਾਖਲ ਕਰਾਏ ਕਿ ਗੰਭੀਰ ਜਿਹੜੇ ਹਾਲਤ ਦੇ ਵਿੱਚ ਨੇ, ਉਹਨਾਂ ਨੂੰ ਸੁਰਤ ਸਰਤ ਕੋਈ ਨਹੀਂ, ਉਹਦੇ ਵਿੱਚ 4 ਬੱਚੇ। ਹੁਣ 50 ਤੋਂ ਟੱਪ ਚੁੱਕੀ ਆ ਮਰਨ ਵਾਲਿਆਂ ਦੀ ਗਿਣਤੀ। ਮੈਕਸੀਕੋ ਤੋਂ ਗੈਰ ਕਾਨੂੰਨੀ ਤਰੀਕੇ ਕੰਟੇਨਰ ਦੇ ਵਿੱਚ ਬੰਦ ਕਰਕੇ ਅਮਰੀਕਾ ਪਹੁੰਚਾਉਣ ਦਾ ਇਹ ਸਕੈਂਡਲ ਸੀ। 50 ਬੰਦੇ ਜਾਨ ਤੋਂ ਹੱਥ ਧੋ ਬੈਠੇ। ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ ਦਾ, ਅਸੀਂ ਨਹੀਂ ਕਹਿੰਦੇ ਉਹ 'ਚ ਕੋਈ ਪੰਜਾਬੀ ਹੈ, ਕਿਉਂਕਿ ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਸੀ ਥੋੜੇ ਘੰਟੇ ਪਹਿਲਾਂ ਤੱਕ। ਉਹ ਕਿਸੇ ਵੀ ਮੁਲਕ ਦੇ ਹੋਣ, ਇੱਕ ਬੱਚਾ ਜਿਹਨੇ ਅਜੇ ਖੇਡਣਾ ਹੈ ਗੁੱਡੀਆਂ ਪਟੋਲਿਆਂ ਦੇ ਨਾਲ, ਗੁੱਲੀ ਡੰਡਾ ਖੇਡਣਾ, ਕਾਰ ਨਾਲ ਖੇਡਣਾ, ਉਹਨੇ ਟਾਇਰ ਚਲਾਉਣਾ, ਉਹ ਬੱਚੇ ਨੂੰ ਜਦੋਂ ਕੋਈ ਮਾਂ-ਬਾਪ ਇਦਾਂ ਦੇ ਕੰਟੇਨਰ 'ਚ ਬੈਠ ਕੇ ਤੁਰਦਾ ਕਿ ਭਾਈ ਕੋਈ ਗੱਲ ਨਹੀਂ, ਹੀਟ ਵੇਵ ਸੀ, ਗਰਮੀ ਨਾਲ ਮਰੇ ਨੇ ਬੰਦੇ, ਕਿਉਂਕਿ ਗਰਮੀ ਬਹੁਤ ਪੈਂਦੀ ਹੈ, ਗਰਮੀ ਨਾਲ ਬਿੱਤਲ ਹੋਇਓ, ਬੋਡੀ ਗਰਮ ਜਦੋਂ ਕੱਢਿਆ ਬਾਹਰ, ਉਹ ਇਸ ਆਪਾਂ ਕੀ ਕਹਿੰਦੇ ਪੱਖੀ ਚੱਲਦੇ ਆ ਨਿਆਣੇ ਨੂੰ, ਕੋਈ ਗੱਲ ਨਹੀਂ ਬੱਤੀ ਚੱਲ ਗਈ ਆ, ਤੂੰ ਧਰੇਕ ਥੱਲੇ ਬੈਠ, ਮੈਂ ਤੈਨੂੰ ਪੱਖੀ ਚੱਲਦੀ ਆ ਪੁੱਤ ਧੀਏ। ਉਹ ਮਾਂ-ਬਾਪ ਕਿੰਨੇ ਔਖੇ ਹੋਣਗੇ, ਕਿੰਨੇ ਮਜਬੂਰ ਹੋਣਗੇ ਕਿ ਬਾਰਡਰ ਟੱਪਣ ਦੇ ਲਈ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਕੰਟੇਨਰ 'ਚ ਬੈਠੇ। ਸੋ ਸਰਕਾਰਾਂ, ਅੱਜ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ, ਅਸੀਂ ਹੱਥ ਜੋੜਦੇ ਹਾਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਮੂਹਰੇ ਕਿ ਰਾਜਨੀਤੀ ਕਰਨੀ ਆ, ਤੁਹਾਡੇ ਕੋਲੇ 100 ਰਾਹ ਨੇ, ਪਰ ਇਦਾਂ ਦੀ ਰਾਜਨੀਤੀ ਨਾ ਕਰਿਓ ਕਿ ਰੁਜ਼ਗਾਰ ਤੋਂ ਤੁਹਾਡਾ ਧਿਆਨ ਪਰੇ ਹੋ ਜਾਵੇ, ਆਪੇ ਰੇਤਾ ਰੂਤਾ ਖਾਂਦੇ ਖੁੰਦੇ ਰਹੋ ਤੇ ਕੋਈ ਪੰਜਾਬੀ ਹੁਣ ਅੱਗੋਂ ਹੋਰ ਮਜਬੂਰ ਹੋ ਕੇ ਬਾਰਡਰ ਬੂਡਰ ਨਾ ਟੱਪੇ। ਨਹੀਂ, ਇਹ ਤਾਂ ਗੱਲ ਹੈਗੀ। ਦੇਖੋ ਵੈਸੇ ਮੈਂ ਸੋਚਦਾ ਸੀ ਵੀ ਹਰੇਕ ਦੇ ਜਿੰਨੇ ਵੀ ਉਹ ਖਬਰ ਦੇਖੀ ਸੁਣੀ ਪੜ੍ਹੀ ਹੋਊਗੀ, ਇੱਕ ਵਾਰ ਆਪਾਂ ਇਮੈਜਨ ਤੇ ਕਰਕੇ ਵੇਖੀਏ ਵੀ ਇੱਕ ਕੰਟੇਨਰ ਆਮ ਹੈ ਆਪਾਂ ਨੂੰ ਟਰੱਕਾਂ ਦੇ ਪਿੱਛੇ ਮਿਲ ਜਾਂਦੇ ਟ੍ਰੇਲਰ, ਵੀ ਉਹ ਟ੍ਰੇਲਰ ਜਿਹੜਾ ਉਹਦੇ ਵਿੱਚ ਜੇ 100 ਬੰਦਾ, ਹਾਲਾਂਕਿ ਕੋਈ ਕਹਿੰਦਾ ਸੀ ਵੀ ਉਹਦੇ ਵਿੱਚ ਮਤਲਬ ਏਸੀ ਵੀ ਸੀਗਾ, ਜਿਹਨੂੰ ਰੀਫਰ ਕਹਿ ਦਿੰਦੇ ਵੀ ਉਹਦੇ ਵਿੱਚ ਏਸੀ ਸੀਗਾ, ਪਰ ਉਹ ਚੱਲਦਾ ਨਹੀਂ ਸੀ, ਇਹਦਾ ਮਤਲਬ ਜਾਂ ਤਾਂ ਉਹ ਖਰਾਬ ਹੋ ਗਿਆ ਹੋਊਗਾ, ਜਾਂ ਹੋ ਸਕਦਾ ਵੀ ਉਹ ਟਰੱਕ ਖਰਾਬ ਹੋ ਗਿਆ ਹੋਵੇ, ਜਾਂ ਉਹਨਾਂ ਨੇ ਜਦੋਂ ਕਿਤੇ ਰੌਲਾ ਰੱਪਾ ਪਿਆ ਉਹ ਖੋਲ੍ਹ ਕੇ ਵੇਖਿਆ ਉਹ ਵੀ ਆਹ ਕੀ ਕਹਾਣੀ ਬਣ ਗਈ। ਪਰ ਇੱਕ ਗੱਲ ਤਾਂ ਹੈਗੀ ਆ ਵੀ ਸੋਚ ਕੇ ਵੇਖੀਏ ਵੀ ਉਹ 250 ਕਿਲੋਮੀਟਰ ਚੱਲ ਕੇ ਆਇਆ ਤੇ ਪਾਣੀ ਦਾ ਪ੍ਰਬੰਧ ਨਹੀਂ ਸੀ, ਪਾਣੀ ਦਾ ਪ੍ਰਬੰਧ ਕੋਈ ਨਹੀਂ, ਤੇ 250 ਕਿਲੋਮੀਟਰ ਜਦੋਂ ਉਹਨੂੰ ਪੂਰਾ ਬੰਦ ਕਰ ਦਿੱਤਾ ਜਾਂਦਾ, ਅੰਦਰ ਘੁੱਪ ਹਨੇਰਾ ਆ, ਪਤਾ ਕੋਈ ਨਹੀਂ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਤੇ 250 ਕਿਲੋਮੀਟਰ ਚੁਟਕੀ 'ਚ ਨਹੀਂ ਚਲੇ ਜਾਂਦਾ ਬੰਦਾ, ਕਦੋਂ ਕਿੱਥੋਂ ਲੱਦੇ ਹੋਣਗੇ। ਫਿਰ ਉਦੋਂ ਬਾਅਦ ਰਾਹ ਲੱਭਿਆ ਹੋਊਗਾ ਵੀ ਇੰਨੇ ਕੁ ਵਜੇ ਆਪਣੇ ਬੰਦੇ ਨੇ ਬਹਿਣਾ, ਇੰਨੇ ਕੁ ਵਜੇ ਆਪਾਂ ਇਹਨੂੰ ਤੋਰਾਂਗੇ, ਇੰਨੇ ਕੁ ਵਜੇ ਇੱਥੇ ਪਹੁੰਚਾਵਾਂਗੇ। ਉਹਨਾਂ ਤੇ ਬੀਤੀ ਕੀ ਹੋਊਗੀ ਤੁਸੀਂ ਇਹ ਸੋਚੋ। ਜਿਹੜਾ ਮਰਨ ਵਾਲਾ ਉਹ ਤਾਂ ਚਲੋ ਚਲੇ ਗਿਆ, ਔਰ ਜਿਹੜੇ ਹੁਣ ਬਾਅਦ 'ਚ ਕੋਈ ਹੋਸ਼ 'ਚ ਆਉਣਗੇ ਸ਼ਾਇਦ ਉਹ ਦੱਸਣ ਥੋੜ੍ਹਾ ਬਹੁਤ, ਪਰ ਤੁਸੀਂ ਇਹ ਸੋਚੋ ਵੀ ਜੇ ਆਪਾਂ ਵੈਸੇ ਮਹਿਸੂਸ ਕਰਕੇ ਵੇਖ, ਕਿਸੇ ਵੇਲੇ ਹੁੰਦਾ ਨਾ ਵੀ ਆਪਾਂ ਨੂੰ ਲੱਗਦਾ ਵੀ ਉਹ ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ, ਪਰ ਤੁਸੀਂ ਉਹਨਾਂ ਨਾਲ ਦੇਖੋ ਵੀ ਕੀ ਬਣਿਆ ਉਹਨਾਂ ਤੇ। ਸੰਧਾਲੀਆ ਸਾਹਿਬ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਸੀ ਕਿ ਜਦੋਂ ਅੰਦਰ ਗਰਮੀ ਲੱਗਦੀ ਹੋਊ, ਪਾਣੀ ਦਾ ਪ੍ਰਬੰਧ ਕੋਈ ਨਹੀਂ, ਏਸੀ ਬੰਦ ਹੋ ਗਿਆ ਜਾਂ ਕੁਝ ਵੀ, ਮੈਨੂੰ ਤਾਂ ਲੱਗਦਾ ਚੱਲਦਾ ਹੀ ਨਹੀਂ ਹੋਣਾ ਉਹ, ਤਾਂ ਉਸ ਸਾਰੀ ਸਥਿਤੀ ਦੇ ਵਿੱਚ ਤੁਹਾਡੇ ਬੱਚੇ ਤੁਹਾਡੇ ਮੂਹਰੇ ਨੇ, ਪਾਣੀ ਮੰਗਦੇ ਹੋਣਗੇ, ਗਰਮੀ ਲੱਗਦੀ ਹੋਊਗੀ, ਤੁਹਾਡੇ ਕੋਲ ਰਾਹ ਕੋਈ ਨਹੀਂ ਕਿਉਂਕਿ ਉਹ ਭਜਾਈ ਜਾਂਦਾ ਹੀ, ਉਹਦਾ ਕਨੈਕਸ਼ਨ ਕੋਈ ਨਹੀਂ ਤੁਹਾਡੇ ਨਾਲ,
ਤੇ ਉਸ ਵੇਲੇ ਫਿਰ ਤੁਸੀਂ ਆਪਣੇ ਸਾਹਮਣੇ ਕਿੰਨਿਆਂ ਨੂੰ ਦਮ ਤੋੜਦੇ ਦੇਖਿਆ ਹੋਊਗਾ। ਆਪਸ ਦੇ ਵਿੱਚ ਜਦੋਜਹਿਦ ਵੀ ਉੱਥੇ ਚੱਲੀ ਹੋਣੀ ਆ, ਕਿਉਂਕਿ 100 ਬੰਦਾ ਉੱਥੇ ਬਹਿ ਤਾਂ ਸਕਦਾ ਨਹੀਂ ਉਹਦੇ ਵਿੱਚ। ਖੜੇ ਆ, ਇੱਕ ਦੂਜੇ ਦੇ ਉੱਪਰ ਡਿੱਗੇ ਆ, ਕੀ ਹੋਇਆ ਗਰਮੀ ਨਾਲ ਜਦੋਂ ਸਾਹਮਣੇ ਬੰਦੇ ਡਿੱਗਦੇ ਦੇਖੇ ਹੋਣੇ ਆ। ਇਹ 'ਚ ਕਸੂਰ ਕਿਸੇ ਹੋਰ ਦਾ ਨਹੀਂ, ਇਹ ਹੁਕਮਰਾਨਾਂ ਦਾ ਹੀ ਕਸੂਰ ਹੈ। ਦੁਨੀਆ ਦੇ ਵਿੱਚ ਇੱਕ ਖਿੱਤਾ ਇਦਾਂ ਦਾ ਜਿੱਥੇ ਕੰਮ ਬਹੁਤ ਹੈ, ਜਿੱਥੇ ਨੂੰ ਲੋਕ ਭੱਜਦੇ ਨੇ। ਦੂਜਾ ਖਿੱਤਾ ਇਦਾਂ ਦਾ ਜਿੱਥੇ ਕੰਮ ਨਹੀਂ, ਜਿੱਥੇ ਅਸੁਰੱਖਿਆ, ਜਿੱਥੇ ਲੋਕਾਂ ਨੂੰ ਲੱਗਦਾ ਸਾਡਾ ਸ਼ੋਸ਼ਣ ਬੜਾ ਹੁੰਦਾ। ਉਹ ਕਿਹਨਾਂ ਨੇ ਦੂਰ ਕਰਨਾ ਭਾਈ? ਤੁਸੀਂ ਕਰਨਾ, ਜਿਹੜੇ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਨੇ, ਚਲਾਉਂਦੇ ਨੇ। ਹਾਂ, ਜੇ ਤੁਸੀਂ ਆਪਦੀਆਂ ਗੱਡੀਆਂ, ਝੰਡੀਆਂ, ਲਾਲ ਬੱਤੀਆਂ ਉਸ ਮੁੱਦੇ ਦੇ ਉੱਤੇ ਹੀ ਰਹਿਣਾ, ਫਿਰ ਤਾਂ ਭਾਈ ਇਦਾਂ ਦੀਆਂ ਲਾਸ਼ਾਂ ਗਿਣਨ ਨੂੰ ਤਿਆਰ ਰਹੋ। ਪਰ ਉੱਥੇ ਵੀ ਰਾਜਨੀਤੀ ਸ਼ੁਰੂ ਹੋ ਗਈ, ਇੱਕ ਦੂਜੇ ਤੇ ਦੋਸ਼ ਲਾਈ ਜਾਂਦੇ ਆ। ਅਮਰੀਕਾ ਦੇ ਲੀਡਰ, ਕੋਈ ਕਹਿੰਦਾ ਜੇ ਬਾਰਡਰ ਓਪਨ ਕਰ ਦਿੱਤਾ ਤਾਂ ਕੰਮ ਸ਼ੁਰੂ ਹੋ ਗਿਆ, ਕੋਈ ਕਹਿੰਦਾ ਐਂ ਸ਼ੁਰੂ ਹੋ ਗਿਆ। ਆਪਾਂ ਦੁਬਾਰਾ ਚਲੋ ਪੰਜਾਬ ਵਾਲੇ ਪਾਸੇ ਮੁੜੀਏ। ਪੰਜਾਬ ਵਾਲੇ ਪਾਸੇ ਸੰਗਰੂਰ ਤੋਂ ਚੋਣ ਜਿੱਤੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ। ਉਦੋਂ ਹੀ ਬੜੀ ਚਰਚਾ ਚੱਲ ਪਈ ਸੀ ਵੀ ਉਹਨਾਂ ਦੀ ਸਿਹਤ ਖਰਾਬ ਹੋ ਗਈ। ਫਿਰ ਗੱਲ ਸਾਹਮਣੇ ਆਈ, ਉਹਨਾਂ ਨੇ ਖੁਦ ਵੀ ਕਿਹਾ, ਉਹ ਕਹਿੰਦੇ ਵੀ ਕੁਛ ਨਹੀਂ, ਬੋਲਣ ਦਾ ਕਰਕੇ ਗਲਾ ਥੋੜ੍ਹਾ ਖਰਾਬ ਹੋ ਗਿਆ। ਡਾਕਟਰ ਨੂੰ ਦਿਖਾਇਆ, ਉਹਨੇ ਐਂਟੀਬਾਇਓਟਿਕ ਦੇ ਦਿੱਤਾ ਵੀ 2 ਦਿਨ ਤੁਸੀਂ ਖਾ ਲਿਓ ਦਵਾਈ ਤੇ ਪਰਹੇਜ਼ ਕਰਿਓ, ਠੀਕ ਹੋ ਜਾਣਾ। ਹੁਣ ਕਹਿੰਦੇ ਆ ਵੀ ਟੈਸਟ ਕਰਾਇਆ ਤੇ ਉਹ ਕੋਵਿਡ ਪੋਜ਼ਿਟਿਵ ਆ ਗਏ। ਇਹ ਕੋਵਿਡ ਵਾਲੀ ਕਹਾਣੀ ਨਹੀਂ ਸਮਝ ਆਈ ਵੀ ਨਾਲੇ ਤਾਂ ਉਹ ਵੈਕਸੀਨੇਸ਼ਨ ਵੀ ਹੋਈ ਗਈ, ਸਾਰਾ ਕੁਝ ਹੋਈ ਗਿਆ, ਉਹਦੇ ਬਾਵਜੂਦ ਅਜੇ ਵੀ ਚੱਲੀ ਚੁੱਲੀ ਜਾਂਦਾ ਏ। ਇੱਥੇ ਹਵਾਈ ਅੱਡਿਆਂ ਤੇ ਵੀ ਹੁਣ ਟੈਸਟ ਸਾਰਿਆਂ ਦਾ ਤਾਂ ਹੁੰਦਾ ਨਹੀਂ। ਕਿਸੇ ਨੂੰ ਕਹਿੰਦੇ ਯਾਰ ਟੈਸਟ ਮਾੜਾ ਜਿਹਾ ਕਰਾ ਲਈ, ਉਹਦੇ ਵਿੱਚੋਂ ਕੋਈ ਬੰਦਾ ਕਹਿੰਦਾ ਨਾ ਯਾਰ ਖੰਘ ਆ, ਨਾ ਕੋਈ ਕੁਛ ਹੋਰ ਆ, ਪੋਜ਼ਿਟਿਵ ਆ ਗਿਆ, 7-8 ਦਿਨ ਅੰਦਰ ਰਹਿਣਾ ਪੈਣਾ, ਦੁਬਾਰਾ ਟੈਸਟ ਕਰਾਂਗੇ। ਜਾਣੀ ਉਹ ਸਮਝੋ ਬਾਹਰ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਲੋਕਾਂ ਦਾ ਫਤਵਾ ਮਿਲਿਆ, ਅਸੀਂ ਆਸ ਅਰਦਾਸ ਕਰਦੇ ਹਾਂ ਕਿ ਛੇਤੀ ਸਿਹਤਯਾਬ ਹੋਣ, ਇੱਕ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸਹੁੰ ਚੁੱਕਣ, ਆਪਣਾ ਕੰਮਕਾਰ ਕਰਨ, ਕਿਉਂਕਿ ਲੋਕਾਂ ਨੂੰ ਆਸਾਂ ਉਮੀਦਾਂ ਬਹੁਤ ਹੈ। ਵੱਡੇ ਵੱਡੇ ਟਰੱਕ ਮੁੱਦੇ ਕਰ ਦਿੱਤੇ ਉਹਨਾਂ ਨੇ। ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਗੱਡਾ ਜਿਤਾਇਆ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੀਜ਼ ਹੈ। ਤੇ ਹੁਣ ਉਹ ਸਿਹਤਯਾਬ, ਹੁਣ ਉਹਨਾਂ ਨੇ ਲਿਖਿਆ ਵੀ ਸੋਸ਼ਲ ਮੀਡੀਆ ਤੇ ਪਾਇਆ ਵੀ ਕਿ ਡਾਕਟਰਾਂ ਨੇ ਸਲਾਹ ਦਿੱਤੀ ਇਕਾਂਤਵਾਸ ਦੀ, ਤੇ ਇਕਾਂਤਵਾਸ ਕਰਕੇ ਫਿਰ ਮੈਂ ਲੋਕਾਂ ਦੇ ਵਿੱਚ ਉਦਾਂ ਹੀ ਹਾਜ਼ਰ ਰਹੂੰਗਾ ਪਹਿਲਾਂ ਵਾਂਗੂ। ਪਰ ਇਹ ਤੁਹਾਡੀ ਗੱਲ ਠੀਕ ਹੈ ਕਿ ਕੋਵਿਡ ਵਾਲਾ ਫੰਡਾ ਜਿਹੜਾ ਉਹ ਸਮਝੋ ਬਾਹਰ ਹੈ। ਸੰਧਾਲੀਆ ਸਾਹਿਬ, ਇੱਕ ਪਟੀਸ਼ਨ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਨਹੀਂ ਸਗੋਂ 2 ਗਈਆਂ। ਜਦੋਂ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਸੀ, ਸਿੱਧੂ ਮੂਸੇਵਾਲੇ ਹੋਰੀ ਅਜੇ ਜਿਉਂਦੇ ਸੀ, ਉਦੋਂ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਆਇਆ ਸੀ। ਵਿੱਕੀ ਮਿੱਡੂ ਖੇੜੇ ਦੇ ਵੱਡੇ ਭਰਾ ਨੇ ਕਈ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਇੱਦਾਂ ਉੱਦਾਂ ਕਿਹਾ ਸੀ ਕਿ ਵੀ ਮੈਨੂੰ ਇਹਨਾਂ ਬੰਦਿਆਂ ਦੇ ਉੱਤੇ ਸ਼ੱਕ ਹੈ। ਸਿੱਧੂ ਮੂਸੇਵਾਲੇ ਹੋਰਾਂ ਦਾ ਮੈਨੇਜਰ ਸ਼ਗਨਪ੍ਰੀਤ, ਉਹਨਾਂ ਬਾਰੇ ਚਰਚਾ ਚੱਲਦੀ ਰਹੀ ਕਿ ਇਹਨਾਂ ਨੇ ਸ਼ਾਇਦ ਮਦਦ ਕੀਤੀ ਹੈ। ਹਾਲਾਂਕਿ ਇਹ ਦੋਸ਼ ਨੇ, ਅਦਾਲਤ ਨੇ ਤੈਅ ਕਰਨਾ ਹੈ ਕੌਣ ਕਿੱਧਰਲੇ ਪਾਸੇ ਨੂੰ ਜਾਂਦਾ ਹੈ। ਹੁਣ ਇਹ ਚਰਚਾ ਚੱਲੀ ਜੀ ਉਹ ਆਸਟ੍ਰੇਲੀਆ ਚਲੇ ਗਏ, ਫਿਰ ਇਹ ਚਰਚਾ ਚੱਲੀ ਜੀ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਭੇਜਣ ਦੇ ਵਿੱਚ ਮਦਦ ਕੀਤੀ, ਕਿਉਂਕਿ ਅਸੀਂ ਨਹੀਂ ਕਹਿੰਦੇ, ਸੋਸ਼ਲ ਮੀਡੀਆ ਤੇ ਪੋਸਟਾਂ ਪੈਂਦੀਆਂ ਸੀ, ਉਹ ਚਰਚਾਵਾਂ ਸੀ। ਹੁਣ ਉਹ ਸ਼ਗਨਪ੍ਰੀਤ ਹੋਰੀ ਜਿਹੜੇ ਕਿ ਸਿੱਧੂ ਮੂਸੇਵਾਲੇ ਹੋਰਾਂ ਦੇ ਮੈਨੇਜਰ ਰਹੇ, ਸਾਰੇ ਸ਼ੋਅ ਉਹਨਾਂ ਦੇ ਉਹ ਦੇਖਦੇ ਸੀ ਕਿ ਭਾਈ ਕਿੱਥੇ ਸ਼ੋਅ ਕਰਨਾ, ਕਿਵੇਂ ਕਰਨਾ, ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਪਰ ਹੁਣ ਆਸਟ੍ਰੇਲੀਆ ਸੀ। ਉਹਨਾਂ ਨੇ ਆਪਣੇ ਵਕੀਲ ਸਾਹਿਬ ਦੇ ਰਾਹੀਂ 2 ਅਰਜ਼ੀਆਂ ਹਾਈ ਕੋਰਟ ਦੇ ਵਿੱਚ ਦਿੱਤੀਆਂ। ਇੱਕ ਤਾਂ ਵਿੱਕੀ ਮਿੱਡੂ ਖੇੜੇ ਦੇ ਕਤਲ ਕੇਸ ਦੇ ਵਿੱਚ ਉਹਨਾਂ ਨੇ ਅਗਾਊਂ ਜ਼ਮਾਨਤ ਮੰਗੀ ਹੈ। ਦੂਸਰਾ ਉਹਨਾਂ ਨੇ ਕਿਹਾ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ, ਜਿਨ੍ਹਾਂ ਦਾ ਨਾਮ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਬੋਲਦਾ ਹੈ ਕਿ ਮੈਨੂੰ ਉਹਨਾਂ ਤੋਂ ਖਤਰਾ ਹੈ, ਇਸ ਕਰਕੇ ਮੈਂ ਜਦੋਂ ਹਵਾਈ ਅੱਡੇ ਤੇ ਮੁਹਾਲੀ ਚੰਡੀਗੜ੍ਹ ਵਾਲੇ ਤੇ ਪਹੁੰਚਾਂ, ਉਹਦੇ ਤੋਂ ਬਾਅਦ ਜਿੱਥੇ ਤੱਕ ਮੈਂ ਜਾਣਾ ਹੈ ਸੁਰੱਖਿਆ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਵੇ, ਕਿਉਂਕਿ ਮੈਨੂੰ ਇਹਨਾਂ ਤੋਂ ਖਤਰਾ ਹੈ। ਹੁਣ ਕੀ ਉਹਨਾਂ ਨੇ ਆਸਟ੍ਰੇਲੀਆ ਤੋਂ ਵਾਪਸ ਪਰਤਣਾ ਹੈ? ਕਿਉਂਕਿ ਅਜੇ ਤੱਕ ਉਹਨਾਂ ਦਾ ਕੋਈ ਬਿਆਨ ਕਿਸੇ ਤਰੀਕੇ ਦਾ ਸਾਹਮਣੇ ਨਹੀਂ ਸੀ ਆਇਆ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਕਦੋਂ ਹੁੰਦੀ ਹੈ? ਕੀ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ? ਕਹਾਣੀ ਕਿੱਧਰ ਨੂੰ ਜਾਂਦੀ ਹੈ? ਹੁਣ ਸਾਹਮਣੇ ਆਊ। ਨਹੀਂ, ਗੱਲ ਹੈਗੀ ਆ। ਦੇਖੋ, ਇਹ ਮੇਰੇ ਖਿਆਲ ਨਾਲ ਉਸੇ ਦਿਨ ਤੋਂ ਹੀ ਚਰਚਾ ਚੱਲੀ ਜਾਂਦੀ ਹੈ ਨਾ ਵੀ ਹਾਂਜੀ ਉਹ ਕਿਵੇਂ, ਉਹ ਸ਼ਖਸ ਉੱਥੇ ਆ ਜਾਂ ਉੱਥੇ ਨਹੀਂ ਆ। ਉਸ ਤੋਂ ਬਾਅਦ ਬਹੁਤਾ ਬਾਹਰ ਵੀ ਨਹੀਂ ਆਇਆ। ਹਾਂ, ਕੁਝ ਇੱਕ ਥਾਵਾਂ ਦੇ ਉੱਪਰ ਚਰਚਾ ਜ਼ਰੂਰ ਚੱਲਦੀ ਸੀ, ਪਰ ਹਾਂ ਗੱਲ ਸਹੀ ਹੈ ਕਿ ਜੇ ਹੁਣ ਇਹ ਜ਼ਮਾਨਤ ਮੰਗੀ ਗਈ ਹੈ ਤੇ ਇਹਦਾ ਮਤਲਬ ਆਉਣ ਦਾ ਜਾਂ ਪੁਲਿਸ ਵੱਲੋਂ ਲਿਆਉਣ ਦਾ ਕੋਈ ਨਾ ਕੋਈ ਤਾਂ ਮੇਰੇ ਖਿਆਲ ਨਾਲ ਕੋਈ ਚਾਰਾਜੋਈ ਚੱਲਦੀ ਹੋਊਗੀ। ਦੂਜੇ ਪਾਸੇ ਲਾਰੈਂਸ ਬਿਸ਼ਨੋਈ ਹੋਰਾਂ ਨੂੰ ਹੁਣ ਮੇਰਾ ਖਿਆਲ ਵੀ ਮਾਨਸੇ ਵਾਲੀ ਪੁਲਿਸ ਤੋਂ ਬਾਅਦ ਹੁਣ ਸ਼ਾਇਦ ਅੰਮ੍ਰਿਤਸਰ ਵਾਲੀ ਪੁਲਿਸ ਨੇ ਲੈ ਲਿਆ। ਉੱਥੇ ਵੀ ਉਹ ਕਹਿੰਦੇ ਵੀ 7-8 ਦਿਨ ਦਾ ਉਹਨਾਂ ਨੂੰ ਰਿਮਾਂਡ ਮਿਲ ਗਿਆ। ਹੁਣ ਉਹਨਾਂ ਨੇ ਆਪਣੇ ਇੱਕ ਜਿਹੜਾ ਉਹਨਾਂ ਦਾ ਪੁਰਾਣਾ ਕੇਸ ਸੀਗਾ ਕਤਲ ਦਾ, ਉਹਦੇ ਕੇਸ ਦੇ ਵਿੱਚ ਪੁੱਛਗਿੱਛ ਕਰਨੀ ਹੈ। ਹਾਂ, ਨਹੀਂ ਜੋ ਰੱਖਣਾ, ਦੇਖੋ ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਮਿਲਿਆ ਪਰ ਉਹਨਾਂ ਨੇ ਖਰੜ ਲੈ ਆਂਦਾ ਉਹਨਾਂ ਨੂੰ, ਕਿਉਂਕਿ ਉਹਦੀ ਵੀ ਸਿਕਿਉਰਿਟੀ ਦਾ ਮਸਲਾ ਸੀ ਜਿਹਦੇ ਤੋਂ ਕਈਆਂ ਨੂੰ ਖਤਰਾ, ਪੁਲਿਸ ਨੂੰ ਵੀ ਖਤਰਾ ਕਿ ਭਾਈ ਇਹਨੂੰ ਕੋਈ ਕਹਿ ਨਾ ਜਾਵੇ। ਕਿਉਂਕਿ ਤੁਹਾਨੂੰ ਯਾਦ ਹੋਣਾ ਉਦੋਂ ਇੱਕ ਦੁਆਬੇ ਦਾ ਨੌਜਵਾਨ ਹੁੰਦਾ ਸੀ, ਬੜੀ ਛੋਟੀ ਉਮਰ ਦਾ, ਉਹ ਜਲੰਧਰੋਂ ਫਗਵਾੜੇ ਨੂੰ ਜਾਂਦਿਆਂ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ। ਨਾਮ ਸ਼ਾਇਦ ਬਹੁਤ ਸਾਰੇ ਸੱਜਣਾਂ ਨੂੰ ਚੇਤੇ ਆ ਜਾਊਗਾ। ਛੋਟੀ ਉਮਰ ਸੀ, ਉਹਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਤਲ ਕੀਤਾ ਗਿਆ ਸੀ। ਬਿਨ ਦਿੱਤੀ ਸੀ ਉਹਦੀ ਬਾਡੀ ਸਾਰੀ ਗੋਲੀਆਂ ਮਾਰ ਮਾਰ ਕੇ। ਯਾਨੀ ਜੇ ਆਪਾਂ ਕਹੀਏ ਯਾਰ ਪੁਲਿਸ ਦੀ ਕਸਟਡੀ ਦੇ ਵਿੱਚ ਕਿਵੇਂ ਖਤਰਾ ਹੋ ਸਕਦਾ, ਐਵੇਂ ਖਤਰਾ ਹੋ ਸਕਦਾ। ਉਹ ਹੁਣ ਖਰੜ ਹੀ ਲੈ ਆਏ ਆ, ਜਿੱਥੇ ਪਹਿਲਾਂ ਰਿਮਾਂਡ ਦੇ ਉੱਤੇ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ ਸੀ। ਹੁਣ ਉਹਦੇ ਵਿੱਚੋਂ ਕੀ ਨਿਕਲਦਾ ਹੈ, ਕਿੰਨੀਆਂ ਕਹਾਣੀਆਂ ਹੋਰ ਨਿਕਲਦੀਆਂ, ਕਿਹੜੀ ਕਿਹੜੀ ਚੀਜ਼ ਜਿਹੜੀ ਉਹ ਮੰਨੀ ਜਾਂਦੀ ਹੈ, ਕਿਹੜੀ ਨਹੀਂ ਮੰਨੀ ਜਾਂਦੀ,
ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਦੇਖਣੀਆਂ ਵਿਚਾਰਨੀਆਂ ਜਿਹੜੀਆਂ ਉਹ ਸੰਧਾਲੀਆ ਸਾਹਿਬ ਪੈਣਗੀਆਂ। ਆਪਾਂ ਭੁੱਲ ਨਾ ਜਾਈਏ ਕਿਉਂਕਿ ਸਿਆਸਤ ਦੀ ਗੱਲ ਹੈ ਤੇ ਮਹਾਰਾਸ਼ਟਰ ਕਵਰ ਕਰ ਲਈਏ ਥੋੜਾ ਜਿਹਾ। ਏਕਨਾਥ ਸ਼ਿੰਦੇ ਪਹਿਲਾਂ 32 ਬੰਦੇ ਲੈ ਕੇ ਗੁਹਾਟੀ ਚਲੇ ਗਿਆ ਸੀ। ਪਹਿਲਾਂ ਗੁਜਰਾਤ ਗਿਆ, ਸ਼ਿਵ ਸੈਨਾ ਦਾ ਲੀਡਰ ਕਿ ਭਾਈ ਉਧਵ ਠਾਕਰੇ ਨਾਲ ਨਹੀਂ ਸਾਡੀ ਬਣਦੀ ਬੁਣਦੀ, 56 ਬੰਦੇ ਨੇ ਕੋਲ ਐਮਐਲਏ ਉਹਨਾਂ ਦੇ ਕੋਲੇ। ਹੁਣ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਕਿ ਮੇਰੇ ਕੋਲ 50 ਐਮਐਲਏ ਨੇ ਤੇ ਦਾਅਵਾ ਕਰਤਾ ਕਿ ਸ਼ਿਵ ਸੈਨਾ ਸਾਡੀ ਹੈ, ਉਹਨਾਂ ਦੀ ਨਹੀਂ ਜਿਨ੍ਹਾਂ ਦੇ ਕੋਲੇ 6 ਐਮਐਲਏ ਆ। ਦੂਸਰਾ ਇਹ ਚਰਚਾ ਚੱਲਦੀ ਹੈ ਕਿ ਜਿਹੜਾ ਉਧਵ ਠਾਕਰੇ ਦਾ ਭਰਾ ਹੀ ਹੈ, ਕਜ਼ਨ ਹੈ ਰਾਜ ਠਾਕਰੇ, ਕਿ ਹੋ ਸਕਦਾ ਹੈ ਕਿ 50 ਦੇ 50 ਬੰਦੇ ਉਹਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ 'ਚ ਸ਼ਾਮਲ ਹੋ ਜਾਣ, ਭਾਜਪਾ ਦੇ ਵਿੱਚ ਸਿੱਧੇ ਨਾ ਜਾਣ, ਆਪਣਾ ਵੱਖਰਾ ਗੁੱਟ ਨਾ ਬਣਾਉਣ। ਉਧਰਲੇ ਪਾਸੇ ਦੇਵੇਂਦਰ ਫੜਨਵੀਸ ਜਿਹੜੇ ਆ ਭਾਜਪਾ ਦੇ ਲੀਡਰ ਨੇ, ਸਾਬਕਾ ਮੁੱਖ ਮੰਤਰੀ ਹੈ, ਉਹ ਪਹਿਲਾਂ ਦਿੱਲੀ ਗਏ ਵਿਸ਼ੇਸ਼ ਜਹਾਜ਼ ਲੈ ਕੇ, ਜੇਪੀ ਨੱਡਾ ਸਾਹਿਬ, ਅਮਿਤ ਸ਼ਾਹ ਹੋਰਾਂ ਨਾਲ ਮੁਲਾਕਾਤ ਕੀਤੀ, ਸਿੱਧੇ ਵਾਪਸ ਆ ਕੇ ਰਾਜਪਾਲ ਸਾਹਿਬ ਨੂੰ ਮਿਲੇ, ਕਹਿੰਦੇ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਸੀ। ਉਹ ਤਿੰਨਾਂ ਪਾਰਟੀਆਂ ਦੀ ਸਰਕਾਰ ਦੇ ਵਿੱਚੋਂ ਇੱਕ ਪਾਰਟੀ ਦੇ ਬਹੁਤੇ ਬੰਦੇ ਟੁੱਟ ਗਏ, ਤੁਸੀਂ ਉਧਵ ਠਾਕਰੇ ਹੋਰਾਂ ਨੂੰ ਕਿਹਾ ਕਿ ਮੜ ਜਿਹਾ ਬੰਦੇ 145 ਇੱਥੇ ਹਾਜ਼ਰ ਕਰਨ ਕਿਉਂਕਿ 288 ਮੈਂਬਰੀ ਵਿਧਾਨ ਸਭਾ, ਉਹ 145 ਹੋਣੇ ਨਹੀਂ, ਜੇ 145 ਨਾ ਹੋਏ ਇਹ ਆਪਣਾ ਦਾਅਵਾ ਪੇਸ਼ ਕਰ ਦੇਣਗੇ। ਇਹ ਵੀ ਪਤਾ ਲੱਗਿਆ ਕਿ ਏਕਨਾਥ ਸ਼ਿੰਦੇ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਪ੍ਰਸਤਾਵ ਹੈ। ਇਹ ਵੀ ਕਹਿਤਾ ਕਿ 8 ਤੁਹਾਡੇ ਕੈਬਨਿਟ ਮੰਤਰੀ ਬਣਾ ਲੈਂਦੇ ਆ, 5 ਤੁਹਾਡੇ ਮਿਨਿਸਟਰ ਆਫ ਸਟੇਟ ਬਣਾ ਲੈਂਦੇ ਆ, 8 ਤੇ 5 13 ਤੇ 1 14, ਜਾਣੀ ਕਿ 50 ਦੇ ਵਿੱਚੋਂ 14 ਬੰਦੇ ਤਕਰੀਬਨ 30% ਜਿਹੜੇ ਆ ਉਹ ਕਹਿੰਦੇ ਐਡਜਸਟ ਕਰ ਲੈਂਦੇ ਆ। ਮੈਨੂੰ ਲੱਗਦਾ ਕਿ ਚੰਦ ਦਿਨਾਂ ਦੀ ਪ੍ਰਾਹੁਣੀ ਹੈ ਉਧਵ ਠਾਕਰੇ ਦੀ ਸਰਕਾਰ, ਉਹ ਹੁਣ ਕਹੀ ਜਾਂਦੇ ਆ ਜਾਓ ਬਹਿ ਕੇ ਗੱਲ ਕਰ ਲੈਨੇ, ਪਰ ਕਿਹੜਾ ਆਉਂਦਾ ਜਦੋਂ ਮੰਤਰੀ ਦੀ ਕੁਰਸੀ ਮਿਲਦੀ ਹੋਵੇ। ਨਹੀਂ ਉਹ ਦਿਸ ਪਿਆ ਉਧਵ ਠਾਕਰੇ ਸਾਹਿਬ, ਮੇਰੇ ਖਿਆਲ ਨਾਲ ਜਦੋਂ ਪਹਿਲੇ ਦਿਨ ਕੰਮ ਚੱਲਿਆ ਸੀ ਉਦੋਂ ਉਹਨਾਂ ਦੀ ਸੁਰ ਥੋੜੀ ਜਿਹੀ ਗਰਮ ਸੀ, ਇਦਾਂ ਕਿਦਾਂ ਤੁਸੀਂ ਹੁਣ ਮਤਲਬ ਨਾ ਕਿੱਦਾਂ ਵਰਤ ਸਕਦੇ, ਕਿਉਂਕਿ ਉਹਨਾਂ ਦੇ ਪਿਤਾ ਜੀ ਨਾ, ਉਹ ਕਹਿੰਦੇ ਉਹ ਕਿੱਦਾਂ ਵਰਤ ਸਕਦੇ ਤੁਸੀਂ, ਸ਼ਿਵ ਸੈਨਾ ਸਾਡੀ ਹੈ, ਇਹ ਇਕੱਲਾ ਇੱਕ ਬੰਦਾ, ਬਾਕੀ ਸਾਰੇ ਬੰਦੇ ਸਾਡੇ ਨਾਲ। ਫਿਰ ਉਹਨਾਂ ਨੇ ਮੇਰਾ ਖਿਆਲ ਉਹ ਸੁਪਰੀਮ ਕੋਰਟ ਵਾਲਾ ਰਸਤਾ ਵੀ ਇਖਤਿਆਰ ਕਰ ਲਿਆ ਵੀ ਕਾਰਵਾਈ ਕਰਨੀ। ਜਦੋਂ ਉਹਨਾਂ ਨੇ ਦੇਖਿਆ ਵੀ ਯਾਰ ਉੱਧਰੋਂ ਵੀ ਰਾਹਤ ਮਿਲ ਗਈ ਇਹਨਾਂ ਨੂੰ ਵੀ ਕਾਨੂੰਨੀ ਕਾਰਵਾਈ ਹੋ ਕੋਈ ਨਹੀਂ ਸਕਦੀ, ਇੱਧਰੋਂ ਵੀ ਵੇਖ ਲਿਆ ਵੀ ਯਾਰ ਅੰਦਰ ਖਾਤੇ ਬੰਦੇ ਉੱਧਰੋਂ ਮਿਲ ਵੀ ਆਏ ਨੇ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉਹਨਾਂ ਨੇ ਗਿਣਤੀ ਵੀ ਦੱਸਤੀ ਵੀ ਇੰਨਿਆਂ ਕੁ ਨੂੰ ਕੁਰਸੀਆਂ ਮਿਲ ਜਾਣੀਆਂ। ਤੇ ਫੜਨਵੀਸ ਸਾਹਿਬ ਨੇ ਜਾ ਕੇ ਗਵਰਨਰ ਸਾਹਿਬ ਨੂੰ ਕਹਿਤਾ ਵੀ ਹਾਂਜੀ ਮਾਰੋ ਆਵਾਜ਼ ਮਾਰਾ, ਪੁੱਛੋ ਕਿੰਨੇ ਬੰਦੇ ਇਹਨਾਂ ਦੇ ਨਾਲ ਆ। ਹੁਣ ਗੱਲ ਤੁਹਾਡੀ ਠੀਕ ਹੈ ਵੀ ਉਹ ਕਹਿੰਦੇ ਵੀ ਆਓ ਫਿਰ ਕੋਈ ਨਹੀਂ ਬਹਿ ਕੇ ਗੱਲ ਕਰ ਲੈਂਦੇ, ਪਰ ਇੱਕ ਗੱਲ ਆ ਏਕਨਾਥ ਸ਼ਿੰਦੇ ਸਾਹਿਬ 'ਚ ਗੁੱਸਾ ਬੜਾ, ਉਹਨਾਂ ਨੇ ਉਹ ਪੁਰਾਣੀਆਂ ਸਾਰੀਆਂ ਟਵੀਟ ਕੱਢ ਕੇ ਰੱਖਤੇ, ਉਧਵ ਠਾਕਰੇ ਸਾਹਿਬ ਦੇ ਸਪੁੱਤਰ ਨੇ ਤੇ ਪਲੱਸ ਇੱਕ ਹੋਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਸ਼ਾਇਦ ਆਪਾਂ ਟੀਵੀ ਤੇ ਵੀ ਨਹੀਂ ਉਹ ਸ਼ਬਦ ਕਹਿ ਸਕਦੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਲਿਖੇ ਸੀਗੇ। ਉਹ ਕਹਿੰਦੇ ਉਦੋਂ ਤੇ ਸਾਨੂੰ ਆਹ ਕਹਿੰਦੇ ਸੀ ਤੁਸੀਂ, ਤੇ ਹੁਣ ਤੁਸੀਂ ਕਹਿੰਦੇ ਰਾਜੀਨਾਮਾ ਕਰ ਲਓ, ਇੱਦਾਂ ਕਿੱਦਾਂ? ਹਾਂ ਨਹੀਂ, ਗੱਲ ਗਾਹਾਂ ਤੱਕ ਚਲੇ ਜਾਣੀ ਸੰਧਾਲੀਆ ਸਾਹਿਬ, ਪਰ ਮੁੜਨ ਵਾਲੇ ਹੈ ਨਹੀਂ ਲੱਗਦੇ ਉਹ, ਕਿਉਂਕਿ ਜੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਸਰਕਾਰ ਚਲੇਗੀ, ਉੱਥੇ ਬੀਜੇਪੀ ਨੇ ਸਰਕਾਰ ਬਣਾ ਲਈ, ਉਸ ਤੋਂ ਬਾਅਦ ਅਗਲਾ ਨੰਬਰ ਰਾਜਸਥਾਨ ਦਾ ਲੱਗ ਜਾਣਾ, ਕਿਉਂਕਿ ਰਾਜਸਥਾਨ ਦੇ ਵਿੱਚ ਤਾਂ ਫਰਕ ਵੀ ਥੋੜਾ ਜਿਹਾ ਹੀ ਹੈ। ਤੇ ਉੱਥੇ ਸਚਿਨ ਪਾਇਲਟ ਹੋਰੀ ਪਹਿਲਾਂ ਹੀ ਪਜਾਮਾ ਪ੍ਰੈਸ ਕਰਕੇ ਬਹਿੰਦੇ ਆ ਕਿ ਭਾਈ ਜਿਹੜੇ ਮਰਜ਼ੀ ਆਪਾਂ ਦਾ ਕਮੀਜ਼ ਪਜਾਮਾ ਪਾ ਕੇ, ਜੁੱਤੀ ਰਾਜਸਥਾਨੀ ਪਾ ਕੇ, ਉੱਪਰ ਦਸਤਾਰ ਰਾਜਸਥਾਨੀ ਰੱਖਣੀ ਹੈ ਸਿਰ ਤੇ, ਕਿਉਂਕਿ ਉਹ ਟਾਈਮ ਨਹੀਂ ਹਰਿਆਣੇ ਨੂੰ ਆ ਜਾਂਦੇ ਹੋਟਲ ਦੇ ਵਿੱਚ। ਇਸ ਕਰਕੇ ਉਹ ਮਹਾਰਾਸ਼ਟਰ ਤੇ ਰਾਜਸਥਾਨ ਜੇ ਖੁੱਸ ਗਏ ਛੱਤੀਸਗੜ੍ਹ ਹੀ ਰਹਿ ਜਾਣਾ। ਫਿਰ ਉਹ ਵੀ ਦੇਖੀ ਜਾਓ ਮੁੜ ਕੇ ਕੀ ਹੁੰਦਾ, ਕਿੱਧਰ ਨੂੰ ਗੱਲ ਜਾਂਦੀ ਹੈ। ਮਤਲਬ ਫਿਲਹਾਲ ਆਪਾਂ ਇਹ ਮੰਨ ਕੇ ਚੱਲੀਏ ਵੀ ਹਾਲਾਤ ਔਖੇ ਨੇ ਜੀ। ਤੇ ਜਿਹੜੀ ਗੱਲ ਮੇਰੇ ਖਿਆਲ ਨਾਲ ਅਸ਼ਵਨੀ ਸ਼ਰਮਾ ਸਾਹਿਬ ਪੰਜਾਬ ਦੀ ਵਿਧਾਨ ਸਭਾ 'ਚ ਕਹਿੰਦੇ ਆ ਯਾਰ 24 ਤੇ ਦੂਰ ਰਹਿ ਗਿਆ, ਤੁਸੀਂ 29 ਵੀ ਸਾਨੂੰ ਦੇ ਬਹਿਣਾ, ਉਹਦੇ ਤੋਂ ਮੈਨੂੰ ਲੱਗਦਾ ਵੀ ਇਹ ਲਗਭਗ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਕੰਮ ਕਲੀਅਰ ਆ ਵੀ ਭਾਈ ਸਾਹਿਬ ਹੋਰ ਤਾਂ 24 ਤੱਕ ਜਾਂਦਾ ਮੈਨੂੰ ਲੱਗਦਾ ਵੀ ਜੇ ਹੁਣ ਮਹਾਰਾਸ਼ਟਰ ਦਾ 22 ਦੇ ਵਿੱਚ ਮੁੱਕ ਗਿਆ, 23 ਦੇ ਵਿੱਚ ਜੇ ਅਗਲਿਆਂ ਨੇ ਰਾਜਸਥਾਨ ਵਾਲਾ ਵੀ ਕੱਟਾ ਕੱਢਤਾ ਤੇ ਫਿਰ ਤੇ ਨਹੀਂ, ਫਿਰ ਥੋੜਾ ਸੁੱਖ ਰੱਖੇ, ਨਹੀਂ ਬਚ ਕੇ ਤੁਰਨਾ ਪਊਗਾ। ਬਾਕੀ ਸੰਧਾਲੀਆ ਸਾਹਿਬ ਅੱਜ ਮਾਝੇ ਤੋਂ ਇੱਕ ਸੁਨੇਹਾ ਹੋਰ ਆਇਆ ਸੀ, ਉਹ ਕਹਿੰਦੇ ਜੀ ਕਿ ਡੈਡੀ ਜੀ ਪਿੱਛੇ ਖੇਤੀ ਕਰਦੇ ਆ ਤੇ 5 ਏਕੜ ਦੇ ਵਿੱਚ ਮੂੰਗੀ ਬੀਜੀ ਹੈ, ਤੇ ਕਹਿੰਦੇ ਇਹ ਵੀ ਹੈਗਾ ਕਿ 5800 ਤੋਂ ਉੱਪਰ ਨਹੀਂ ਰੇਟ ਲੱਗ ਰਿਹਾ। ਅਸੀਂ ਨਹੀਂ ਕਹਿੰਦੇ ਕਿ ਪੰਜਾਬ ਸਾਰੇ ਦੇ ਵਿੱਚ ਇਹ ਹਾਲਾਤ ਨੇ, ਪਰ ਕਿਉਂਕਿ ਮੂੰਗੀ ਦੇ ਉੱਤੇ ਲੋਕਾਂ ਨੂੰ ਆਸਾਂ ਬਹੁਤ ਨੇ ਕਿ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਇਹ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ, ਅਸੀਂ ਅੱਜ ਬਾਰ-ਬਾਰ ਤਾਂ ਗੱਲ ਕਰ ਰਹੇ, ਹੋ ਸਕਦਾ ਕੋਈ ਐਮਐਲਏ ਸਵਾਲ ਹੀ ਪੁੱਛ ਲੈ। ਮਾਝੇ ਦੇ ਨਾਲ ਸੰਬੰਧਿਤ ਸੱਤਾਧਾਰੀ ਧਿਰ ਦੇ ਐਮਐਲਏ ਵੀ ਬਥੇਰੇ ਆ ਤੇ ਵਿਰੋਧੀ ਧਿਰਾਂ ਦੇ ਵੀ ਬਥੇਰੇ ਆ। ਜੇ 7000 ਤੋਂ ਉੱਪਰ ਭਾਅ ਮਿਲਣਾ ਚਾਹੀਦਾ, ਜੇ 6000 ਤੋਂ ਥੱਲੇ ਮਿਲ ਰਿਹਾ, ਇਹਦਾ ਮਤਲਬ ਹੈ ਕਿ ਤਕਰੀਬਨ 1500 ਰੁਪਈਆ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਘਾਟਾ ਪੈ ਰਿਹਾ। ਸਰਕਾਰ ਦੀ ਆਸ ਤੇ ਬੀਜੀ ਸੀ ਉਹਨਾਂ ਨੇ ਮੂੰਗੀ, ਟੋਟਾ ਨਿਕਲਦਾ, ਦਾਣਾ ਸੁੱਕਾ ਨਿਕਲਦਾ, ਇਦਾਂ ਦਾ ਨਿਕਲਦਾ, ਕਿਸਾਨ ਦਾ ਕਸੂਰ ਕੋਈ ਨਹੀਂ। ਪੰਜਾਬ ਸਰਕਾਰ ਥੋੜੀ ਜਿਹੀ ਅੱਗੇ ਹੋ ਕੇ ਸੋਚੇ ਵਿਚਾਰੇ ਤਾਂ ਚੰਗਾ, ਨਹੀਂ ਤਾਂ ਫਿਰ ਪੰਜਾਬ ਦੀ ਸਰਕਾਰ ਭਲਕ ਨੂੰ ਕੁਛ ਕਵੇ ਆਹ ਲਾਓ ਜੀ ਅਸੀਂ ਖਰੀਦਾਂ, ਫਿਰ ਲੋਕਾਂ ਯਕੀਨ ਨਹੀਂ ਕਰਨਾ। ਹਾਂ ਨਹੀਂ, ਇਹ ਮੌਕਾ ਹੈ ਮੇਰੇ ਖਿਆਲ ਨਾਲ, ਮੌਕਾ ਹੈ ਵੇਲਾ ਸਾਂਭਣ ਦਾ, ਜ਼ਰੂਰ ਇਸ ਪਾਸੇ ਕੰਮ ਕੀਤਾ ਜਾਵੇ। ਦੂਜੀ ਗੱਲ ਆਪਾਂ ਜ਼ਰੂਰ ਕਰ ਲਈਏ, ਡੇਰਾਬੱਸੀ ਦੀ ਘਟਨਾ ਸੀਗੀ, ਸ਼ਾਇਦ ਉਹ ਜਿਹੜੀ ਵੀਡੀਓ ਵੀ ਬਹੁਤ ਵਾਇਰਲ ਹੋਈ ਕਿ ਇੱਕ ਪਾਸੇ ਪੰਜਾਬ ਪੁਲਿਸ ਵਾਲੇ ਨੇ, ਦੂਸਰੇ ਪਾਸੇ ਇੱਕ ਬੀਬੀ ਹੈ, ਨਾਲ 2 ਬੰਦੇ ਹੋਰ ਨੇ, ਤੇ ਉਹਨਾਂ ਦੇ ਵਿੱਚ ਜਿਹੜੀ ਉਹ ਆਪਸ ਦੇ ਵਿੱਚ ਲੜਾਈ ਝਗੜੇ ਵਾਲੀ ਵੀਡੀਓ ਹੈ
ਉਹ ਵਾਇਰਲ ਹੁੰਦੀ ਹੈ ਮੇਰੇ ਖਿਆਲ ਨਾਲ ਵੀਡੀਓ ਜਿੱਦੇ ਤੱਕ ਕੱਲੀ ਪਹੁੰਚਦੀ ਆ ਉਦੋਂ ਬੰਦਾ ਸੋਚਦਾ ਵੀ ਪਤਾ ਨਹੀਂ ਕੀ ਮਸਲਾ, ਪਤਾ ਨਹੀਂ ਕੀ ਮਸਲਾ, ਪਤਾ ਨਹੀਂ ਕੀ ਰੌਲਾ। ਫਿਰ ਉਹਨੂੰ ਵੇਂਦਿਆਂ ਜਦੋਂ ਚਲਾ ਗੋਲੀ ਤੇ ਜਨਾਬ ਠਾਹ ਕਰਦੀ ਗੋਲੀ ਚਲਾਉਂਦੇ, ਸਿੱਧੀ ਪੱਟ ਵੇਦੀ ਕੱਢ ਦਿੰਦੇ ਗੋਲੀ। ਉਸ ਘਟਨਾ ਦੇ ਵਿੱਚ ਕਹਿੰਦੇ ਵੀ ਹੁਣ ਕਾਰਵਾਈ ਹੋ ਗਈ। ਸੰਧਾਲੀਆ ਸਾਹਿਬ, ਵੀਡੀਓ ਸਾਰਿਆਂ ਨੇ ਦੇਖੀ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਨੇ ਸੁਖਪਾਲ ਸਿੰਘ ਸਰਾਂ, ਉਹਨਾਂ ਨੇ ਸਿੱਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੂੰ ਚਿੱਠੀ ਲਿਖੀ। ਉਹ ਕਹਿੰਦੇ ਜੀ ਦੇਖੋ, 2 ਮੰਗਾਂ ਕੀਤੀਆਂ ਉਹਨਾਂ ਨੇ। ਉਹ ਕਹਿੰਦੇ ਜੀ ਸਾਰਿਆਂ ਦੇ ਸਾਹਮਣੇ ਆਇਆ ਕਿ ਉਹ ਔਰਤ ਕਹਿੰਦੀ ਹੈ ਜੀ ਮੈਨੂੰ ਇਹਨਾਂ ਨੇ ਕੁੱਟਿਆ, ਗਾਲਾਂ ਸੁਣਦੀਆਂ ਵੀ ਹੈ। ਗੱਲ ਕਿੱਥੋਂ ਸ਼ੁਰੂ ਹੋਈ, ਕਿੱਥੇ ਅੱਪੜੀ, ਉਹ ਬਾਅਦ ਦੀ ਗੱਲ ਹੈ, ਪਰ ਕਿਉਂਕਿ ਪੁਲਿਸ ਦੀ ਪੋਸਟ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ, ਉਹਦੇ ਵਿੱਚ ਹੁਣ ਗੋਲੀ ਚੱਲਣ ਵਾਲੀ ਘਟਨਾ ਨਾ ਵਾਪਰਦੀ ਚੰਗਾ ਸੀ। ਉਹ ਹੁਣ ਉਹਨਾਂ ਨੇ ਲਿਖਿਆ ਕਿ ਉਹ ਕਹਿੰਦੇ ਜੀ ਪਹਿਲੀ ਗੱਲ, ਔਰਤ ਦੇ ਉੱਤੇ ਹੱਥ ਚੱਕਿਆ, ਕੋਈ ਔਰਤ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ, ਉਹਨੂੰ ਕੁੱਟਿਆ। ਇਹਦੇ ਤੋਂ ਬਾਅਦ ਜੇ ਬੰਦਾ ਵਿਰੋਧ ਕਰਦਾ ਸੀ ਤਾਂ ਉਹਦੇ ਗੋਲੀ ਮਾਰਤੀ, ਉਹਨੂੰ ਜ਼ਖਮੀ ਕਰ ਦਿੱਤਾ। ਇਸ ਕਰਕੇ ਇਰਾਦਾ ਕਤਲ ਦਾ ਕੇਸ ਇਹਨਾਂ ਪੁਲਿਸ ਕਰਮਚਾਰੀਆਂ ਤੇ ਦਰਜ ਕਰੋ। ਦੂਸਰਾ, ਇਹਨਾਂ ਦੀ ਵਰਦੀ ਲਾਓ, ਤੁਸੀਂ ਇਹਨਾਂ ਨੂੰ ਪੁਲਿਸ ਫੋਰਸ ਦੇ ਵਿੱਚੋਂ ਬਾਹਰ ਕੱਢੋ। ਦੂਸਰੀ ਗੱਲ ਉਹਨਾਂ ਨੇ ਲਿਖੀ, ਉਹ ਕਹਿੰਦੇ ਜੀ ਦੇਖੋ ਜਦੋਂ ਜ਼ਖਮੀ ਹੋ ਜਾਂਦੇ ਆ ਤਾਂ ਵਰਦੀ ਦੇ ਵਿੱਚ ਪੁਲਿਸ ਕਰਮਚਾਰੀ ਉਹ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ। ਲੋਕ ਰੋਕਦੇ ਵੀ ਆ ਪਰ ਰੁਕਦੇ ਨਹੀਂ। ਡਿਊਟੀ ਉਹਨਾਂ ਦੀ ਬਣਦੀ ਸੀ ਕਿ ਕਿਸੇ ਵੀ ਤਰੀਕੇ ਜੇ ਕੋਈ ਬੰਦਾ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਲੈ ਕੇ ਜਾਣਾ। ਉਹ ਕਹਿੰਦੇ ਵੀਡੀਓ ਨਾ ਬਣਦੀ ਕਿਸੇ ਨੇ ਮੰਨਣਾ ਹੀ ਨਹੀਂ ਸੀ। ਇਸ ਕਰਕੇ ਉਹ ਕਹਿੰਦੇ ਜੀ ਇਦਾਂ ਪੁਲਿਸ ਫੋਰਸ ਦੇ ਵਿੱਚੋਂ ਲੋਕਾਂ ਦਾ ਯਕੀਨ ਉੱਠਦਾ ਹੈ, ਲੋਕਾਂ ਦਾ ਜਿਹੜਾ ਮਾੜਾ ਮੋਟਾ ਵਿਸ਼ਵਾਸ ਹੈਗਾ ਉਹ ਵੀ ਜਾਂਦਾ ਰਹਿੰਦਾ ਹੈ। ਤੇ ਤੁਸੀਂ ਇਸ ਮੁੱਦੇ ਦੇ ਉੱਤੇ ਬਹੁਤ ਚੰਗੇ ਤਰੀਕੇ ਕਾਰਵਾਈ ਕਰੋ ਕਿ ਲੋਕਾਂ ਦਾ ਪੁਲਿਸ ਫੋਰਸ ਦੇ ਵਿੱਚ ਯਕੀਨ ਬਣਿਆ ਰਹੇ। ਕਹਾਣੀ ਕਿੱਥੋਂ ਸ਼ੁਰੂ ਹੋਈ ਸੀ ਪਰ ਅੰਤ ਉਹਦਾ ਬਹੁਤ ਮਾੜਾ ਹੋਇਆ, ਕਿਉਂਕਿ ਠੀਕ ਹੈ ਭਾਵੇਂ ਉਹ ਪੁਲਿਸ ਵਾਲਿਆਂ ਦੇ ਗਲ ਪੈਂਦੇ ਸੀ ਜਦੋਂ ਗੋਲੀ ਚੱਲੀ ਹੈ, ਪਰ ਉਹ ਕਿਸੇ ਹੋਰ ਤਰੀਕੇ ਕੰਮ ਟੈਕਲ ਹੋ ਸਕਦਾ ਸੀ। ਹੁਣ ਦੇਖਦੇ ਹਾਂ ਜਾਂਚ ਪੜਤਾਲ ਚੋਂ ਕੀ ਨਿਕਲਦਾ। ਨਹੀਂ, ਗੱਲ ਠੀਕ ਆ। ਹਰੇਕ ਨੇ ਮੇਰੇ ਖਿਆਲ ਨਾਲ ਆਪੋ ਆਪਣਾ ਪੱਖ ਰੱਖਣਾ ਵੀ ਕਾਰਨ ਕੀ ਸੀਗਾ, ਕਿਹੜੀ ਗੱਲੋਂ ਇਹ ਸਾਰਾ ਝਗੜਾ ਹੋਇਆ, ਜਾਂ ਝਗੜੇ ਤੋਂ ਬਾਅਦ ਉਹ ਕੀ ਕਾਰਨ ਸੀ ਵੀ ਇੱਥੋਂ ਤੱਕ ਗੱਲ ਪਹੁੰਚ ਗਈ, ਅੱਪੜ ਗਈ। ਦੂਜੀ ਗੱਲ ਮੈਨੂੰ ਲੱਗਦਾ ਵੀ ਆਪਾਂ ਜਾਂਦੇ ਫਿਰ ਕਰ ਲਈਏ, ਵਿੱਚ ਆਪਾਂ ਕਰਦੇ ਹੁੰਦੇ ਹਾਂ, ਪਰ ਹੁਣ ਗਾਂ ਫਿਰ ਬਰਸਾਤਾਂ ਆਉਣੀਆਂ, ਦਿਨ ਉਹ ਆ ਜਾਣੇ ਆ ਜਦੋਂ ਆਪਾਂ ਬੂਟਾ ਲਾ ਸਕਦੇ ਹਾਂ। ਹਾਲਾਂਕਿ ਆਪਾਂ ਕੱਲ੍ਹ ਪਰਸੋਂ ਵੀ ਗੱਲ ਕਰਦੇ ਸੀ ਵੀ ਬਜਟ ਦੇ ਵਿੱਚ ਵੀ 60 ਲੱਖ ਬੂਟੇ ਲਾਉਣ ਦੀ ਗੱਲ ਪੰਜਾਬ ਸਰਕਾਰ ਕਰਦੀ ਆ। ਪੰਜਾਬ ਸਰਕਾਰ ਜਦੋਂ ਲਾਊ ਆਪਾਂ ਜ਼ਰੂਰ ਪਹਿਲ ਕਰ ਲਈਏ। ਨਹੀਂ ਦੇਖੋ, ਕੋਈ ਵੱਡੀ ਗੱਲ ਨਹੀਂ। ਬੀਬੀਆਂ ਦਾ ਇੱਕ ਸੂਟ ਠੀਕ ਠਾਕ, ਜਿਹੜੇ ਬੰਦੇ ਨੇ, ਜਿਹੜਾ ਕੋਈ ਪੀਂਦਾ ਹੈ ਉਹਦੀ ਇੱਕ ਬੋਤਲ ਹੈ, ਜਿਹੜਾ ਨਹੀਂ ਪੀਂਦਾ ਉਹ ਤਾਂ ਚਲੋ ਬੂਟਾ ਲਾਈ ਦੇ, ਉਹ ਸਿਰ ਦੇਊਗਾ ਬੰਦਾ ਨਾ ਉਧਰਲੇ ਪਾਸੇ ਨੂੰ। ਇੰਨਾ ਕੀ ਕੰਮ ਹੈ, ਇੱਕ ਬੂਟਾ, ਇੱਕ ਸ਼ਿਕੰਜਾ, ਰੋਜ਼ ਦਾ 2 ਡੱਬੇ ਪਾਣੀ। ਹਾਂ, ਯਾਨੀ ਜੇ ਪੰਜਾਬ ਬਚਾਉਣਾ, ਜੇ ਤੁਸੀਂ ਚਾਹੁੰਦੇ ਹੋ ਕਿ ਯੋਗਦਾਨ, ਜੇ ਆਪਾਂ ਖੁੰਡ ਤੇ ਬਹਿ ਕੇ, ਪੀੜੀ ਤੇ ਬਹਿ ਕੇ, ਮੰਜੇ ਤੇ ਬਹਿ ਕੇ, ਕੁਰਸੀ ਤੇ ਬਹਿ ਕੇ, ਹੈ ਨਹੀਂ ਕੁਛ ਵੀ ਇੱਥੇ, ਦਰਖਤ ਹੀ ਵੜ ਛੱਡੇ ਸਾਰੇ, ਠੀਕ ਆ, ਵੱਢਣ ਵਾਲੇ ਵੱਢ ਤੇ, ਲਾਉਣ ਵਾਲੇ ਤਾਂ ਤੁਸੀਂ ਹੋ ਯਾਰ। ਜੇ ਤੁਸੀਂ ਲਾਏ ਨਹੀਂ ਤਾਂ ਮਤਲਬ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ। ਆਪਾਂ ਨਿਭਾ ਲਈਏ, ਕਿਹੜੀ ਗੱਲ ਹੈ। ਇਹ ਸ਼ਿਕੰਜੇ ਤੋਂ ਵੀ ਜੇ ਮੰਨ ਲਓ ਕਿ ਹੁਣ ਲੱਗਦਾ ਵੀ ਖਰਚ ਵਾਲਾ ਕੰਮ ਹੈ, ਤੇ ਆਪਾਂ ਪੁਰਾਣਾ ਕਰਨੇ ਜਿਹੜਾ ਪਹਿਲਾਂ ਚੱਲਦਾ ਸੀ ਛਾਪਿਆਂ ਵਾਲਾ ਕੰਮ ਹੈ ਨਾ, ਵੀ ਮਤਲਬ 5-4 ਛਾਪੇ ਮੋੜੀਆਂ ਜਦੋਂ ਆਪਾਂ ਉੱਥੇ ਕੰਡੇ ਵਾਲੀਆਂ ਰੱਖਤੀਆਂ, ਤੇ ਆਪੇ ਕੋਈ ਬਹੁਤੀ ਗੱਲ ਤੇ ਇਹੋ ਹੀ ਆ ਵੀ ਕੋਈ ਉਧਰ ਵੱਲ ਨੂੰ ਕੋਈ ਡੰਗਰ ਨਾ ਜਾਵੇ, ਵੀ ਜੇ ਇੱਕ ਬੂਟਾ ਥੋੜਾ ਜਿਹਾ ਤਾਂ ਤੁਰ ਪਿਆ ਤੇ ਬਾਜੂ। ਮੈਂ ਤਾਂ ਕਹਿੰਦਾ ਕਿ ਜਿੰਨੀ ਵਾਰੀ ਸੋਸ਼ਲ ਮੀਡੀਆ ਖੋਲਦੇ ਹੋ ਉਨੀ ਵਾਰੀ ਚੇਤਾ ਕਰੋ ਕਿ ਬੂਟੇ ਨੂੰ ਪਾਣੀ ਪਾਉਣਾ ਹੈ। ਜਾਣੀ ਇਹਦੇ ਤੋਂ ਸੌਖਾ ਤਰੀਕਾ ਚੇਤੇ ਰੱਖਣ ਦਾ ਹੋਰ ਕੋਈ ਵੀ ਨਹੀਂ। ਕੁਛ ਆ ਵਧੀਆ ਸੋਸ਼ਲ ਮੀਡੀਆ 'ਤੇ ਜੋ ਦਿਸਣ ਡਿਆ ਹੁੰਦਾ ਉਸ ਤੋਂ ਬਾਅਦ ਬੂਟੇ ਦਾ ਚੇਤਾ ਰਹਿੰਦਾ ਹੀ। ਠੀਕ ਹੈ, ਚਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।